ਸ਼੍ਰੀ ਅਕਾਲ ਭਾਜੀ। ਹੈਲੋ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਫਤਿਹ ਜੀ, ਫਤਿਹ ਜੀ। ਕਰੀਏ ਸ਼ੁਰੂਆਤ ਜੀ ਫਿਰ। ਹਾਂਜੀ ਹਾਂਜੀ ਹਾਂਜੀ। ਅੱਛਾ। ਦਰਬਾਰੇ ਖਾਲਸਾ ਚੈਨਲ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਜੈ ਹਿੰਦ, ਸਤਿ ਸ਼੍ਰੀ ਅਕਾਲ। ਅੱਜ 31 ਜਨਵਰੀ 2021 ਦਿਨ ਐਤਵਾਰ, ਆਪਣਾ ਖੇਤੀ ਸਤਸੰਗ ਚੱਲ ਰਿਹਾ। 5ਵਾਂ ਖੇਤੀ ਸਤਸੰਗ। ਸ਼ੁਰੂ ਦੇ ਵਿੱਚ ਪਿਛਲੇ ਖੇਤੀ ਸਤਸੰਗ ਦੇ ਇਹਦੇ ਵਿੱਚ ਕਾਫੀ ਘਟਨਾਵਾਂ ਵਾਪਰੀਆਂ ਨੇ। ਕੁੱਲ ਮਿਲਾ ਕੇ ਐਟੀਟਿਊਡ ਆਫ ਦਾ ਇੰਡੀਅਨ ਗਵਰਨਮੈਂਟ ਕੰਡੈਮਨੇਬਲ। ਕੁਛ ਵੀਰ ਆਪਣੇ ਸ਼ਹੀਦੀਆਂ ਦੇ ਗਏ ਨੇ, ਉਹਨੂੰ ਤਹਿ ਦਿਲੋਂ ਸ਼ਰਧਾਂਜਲੀ। ਤੇ ਜਿਹੜਾ ਅਸਲੀ ਹਾਲ ਹੈ ਉੱਥੇ ਸੰਘਰਸ਼ ਦਾ, ਉਹ ਬਿਹਤਰੀ ਵੱਲ ਨੂੰ ਚੱਲ ਰਿਹਾ। ਤੇ ਡੈਫੀਨੇਟਲੀ ਜਿਹੜਾ ਹੈ ਉਹ ਜਿੱਤ ਤੱਕ ਜਾਏਗਾ। ਸੋ ਆਓ ਅਰਦਾਸ ਕਰੀਏ, ਬਾਬਾ ਜਲਦੀ ਕਿਰਪਾ ਕਰ ਕਰੇ ਤੇ ਇਹ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਹੈਂਕੜਬਾਜ਼ ਮਿਨਿਸਟਰ ਤੇ ਅਧਿਕਾਰੀ ਨੇ, ਉਹਨਾਂ ਦੇ ਮਨ ਨੂੰ ਕੁਛ ਸੋ ਇਹਦੇ ਨਾਲ ਹੀ ਆਪਾਂ ਅੱਗੇ ਗੱਲ ਸ਼ੁਰੂ ਕਰਦੇ ਹਾਂ। ਮੇਨ ਫੋਕਸ ਜਿਹੜਾ ਪਿਛਲੇ ਹੈਲੋ ਹਾਂਜੀ, ਜਿਹੜਾ ਪਿਛਲੇ ਖੇਤੀ ਸਤਸੰਗ ਦੇ ਵਿੱਚ ਮੇਨ ਗੱਲ ਸੀ, ਜਿਹੜੀ ਸਟੇਜ ਆ ਗਈ ਸੀ, ਉਹ ਸੀਗੀ ਸਟਰਕਚਰ ਬਣਾਉਣ ਬਾਰੇ। ਆਸਟ੍ਰੇਲੀਆ ਵੱਲੋਂ ਕਰਨ ਵੱਲੋਂ ਕੁਛ ਉਹ ਡਾਕੂਮੈਂਟ ਪਾਏ ਗਏ ਸੀ, ਉਹਦੇ ਵਿੱਚ ਰਮਨਪਾਲ ਜੀ ਬਾਕੀ ਵੀਰਾਂ ਨੇ ਵੀ ਕਮੈਂਟ ਕੀਤੇ ਸੀ। ਠੀਕ ਆ, ਹੁਣ ਵੀ ਇੱਕ ਬੜਾ ਇਹਦੇ ਵਿੱਚ ਡਾਕੂਮੈਂਟ ਆਇਆ ਸਟਰਕਚਰ ਬਣਾਉਣ ਦੇ ਬਾਰੇ। ਉਹ ਡੈਫੀਨੇਟਲੀ ਤੁਸੀਂ ਗੋ ਥਰੂ ਹੋਏ ਹੋਵੋਗੇ। ਇਹ ਤਾਂ ਮੇਨ ਗੱਲ ਸਟਰਕਚਰ ਤੇ ਕਰਨੀ ਆ ਆਪ, ਤੇ ਇੱਕ ਪਿਛਲੇ ਖੇਤੀ ਸਤਸੰਗ ਨਾਲ ਰਿਵਿਊ ਕਰਨਾ। ਹੁਣ ਇਹਦੇ ਵਿੱਚ ਜਿਹੜੀ ਫਿਲਾਸਫੀ ਆਫ ਖੇਤੀ ਸਤਸੰਗ ਜਾਂ ਫਗਵਾੜਾ ਗੁਰੂ ਕ੍ਰੋਪਿੰਗ ਸਿਸਟਮ, ਮੇਰੇ ਖਿਆਲ ਹੁਣ ਤਾਂ ਸਾਰਿਆਂ ਨੂੰ ਇਸ ਗੱਲ ਤੇ ਯਕੀਨ ਹੋ ਗਿਆ ਹੋਏਗਾ ਕਿ ਇਹ ਪ੍ਰੋਡਕਸ਼ਨ ਦੀ ਯੂਨੀਕ ਫਿਲਾਸਫੀ ਹੈ। ਇਨ ਦਾ ਮੀਨ ਟਾਈਮ ਇੱਥੇ ਆ ਕੇ ਵੀ ਗਏ ਨੇ, ਵਿੱਚ ਬੈਠੇ ਨੇ ਅਧਿਆਪਕ ਪਰਮਵੀਰ ਸਿੰਘ ਕਲਕਲਾ, ਤੇ ਇਹਨਾਂ ਦੇ ਨਾਲ ਚਿੱਤਰ ਸਿੰਘ ਵੀ ਆਏ ਸੀ USA ਵਾਲੇ। ਤੇ ਮੈਂ ਚਾਹੁੰਦਾ ਉਹ ਵੀ ਆਪਣਾ ਐਕਸ਼ਨ ਦਾ ਹੁਣ ਆਪਣੇ ਅਧਿਆਪਕ ਪਰਮਜੀਤ ਸਿੰਘ ਜੀ। ਹੈਲੋ ਪਰਮਜੀਤ ਸਿੰਘ ਜੀ, ਕਾਫੀ ਸਮਾਂ ਲਾ ਕੇ ਗਏ ਨੇ। ਓਵਰਆਲ ਕਮੈਂਟ ਇਹ ਸੀ, ਤੁਸੀਂ ਵੀ ਆਪਣਾ ਕਮੈਂਟ ਦੱਸ ਦਿਓ। ਤੁਸੀਂ ਫਗਵਾੜਾ ਗੁੱਡਗਰੋ ਕ੍ਰੋਪਿੰਗ ਸਿਸਟਮ ਦੇਖ ਕੇ ਗਏ ਹੋ, ਤੁਹਾਨੂੰ ਕਿਵੇਂ ਲੱਗਾ? ਬਹੁਤ ਵਧੀਆ ਜੀ, ਬੜੇ ਸਕਿਲਡ ਤਰੀਕੇ ਨਾਲ ਜਿਹੜਾ ਹੈਗਾ ਮੇਨਟੇਨ ਕੀਤਾ ਹੋਇਆ। ਜੇ ਤਾਂ ਮਤਲਬ ਆਪਾਂ ਆਮ ਕਿਸਾਨ ਦੀ ਗੱਲ ਕਰੀਏ ਤਾਂ 2-4 ਏਕੜ ਤੱਕ ਸੀਮਤ। ਤੁਸੀਂ ਮੈਂ ਦੇਖਿਆ ਵੀ 40-50 ਕਿੱਲਿਆਂ ਦੇ ਵਿੱਚ ਸਾਰਾ ਸਬਜ਼ੀਆਂ ਦਾ ਬੜੇ ਵਧੀਆ ਤਰੀਕੇ ਨਾਲ, ਜਿਵੇਂ ਆਪਾਂ ਗੱਲਾਂ ਕਰਦੇ ਸੀਗੇ, ਉਵੇਂ ਹੀ ਉਹ ਮੇਨਟੇਨ ਕੀਤਾ ਹੋਇਆ। ਫਿਰ ਉਹਦੀ ਸਫਾਈ ਬਹੁਤ ਜ਼ਿਆਦਾ ਸੀ। ਜਿਵੇਂ ਹੁਣ ਇੱਕ ਤਾਂ ਕਿਸਾਨਾਂ ਦੇ ਖੇਤ 'ਚ ਆਪਾਂ ਦੇਖਦੇ ਘਾਹ ਘੂ ਬਹੁਤ ਉੱਗਿਆ ਹੁੰਦਾ ਹੈ, ਮੇਨਟੇਨ ਨਹੀਂ। ਇੱਥੇ ਬਿਲਕੁਲ ਵੀ ਉਹੋ ਜਿਹਾ ਨਹੀਂ ਸੀ। ਬਾਕੀ ਉਹ ਸਾਨੂੰ ਸਮਝਾਇਆ ਬੜੇ ਪਿਆਰ ਨਾਲ, ਉਹ ਜਿਵੇਂ ਧੁੱਪ ਕਿਹੜੇ ਪਾਸਿਓਂ ਆਉਂਦੀ ਹੈ ਤੇ ਪੌਦੇ ਨੂੰ ਕਿੰਨੀ ਧੁੱਪ ਚਾਹੀਦੀ, ਕਿੰਨੀ ਹਵਾ ਤੇ ਕਿੰਨਾ ਉਹਨੂੰ ਆਲੇ ਦੁਆਲੇ ਏਰੀਆ ਚਾਹੀਦਾ ਹੁੰਦਾ ਹੈ ਵਧਣ ਫੁੱਲਣ ਵਾਸਤੇ। ਉਹ ਸਾਰਾ ਫਿਰ ਫਿਲੋਸਫੀ ਵੀ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਉਵੇਂ ਹੀ ਮੈਂ ਦੇਖਿਆ। ਤਾਂ ਐਕਚੁਅਲੀ ਜਿਹੜਾ ਸਾਡੇ ਆਉਣ ਦਾ ਮਕਸਦ ਵੀ ਇਹੀ ਸੀਗਾ ਉੱਥੇ ਵਿਜ਼ਿਟ ਕਰਨ ਦਾ, ਵੀ ਜਿਹੜਾ ਅੱਖੀਂ ਦੇਖਣਾ ਤੇ ਗੱਲਾਂ ਕਰਨ ਦੇ ਵਿੱਚ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ। ਤਾਂ ਉਹ ਕਿਉਂਕਿ ਮੈਂ ਉਹ ਪੜ੍ਹ ਵੀ ਲਿਆ ਸੀ, ਪੇਜ ਜਿਹੜੇ ਸੀ ਆਪਾਂ ਮੈਗਜ਼ੀਨ ਦੇ ਵਿੱਚ ਦੇ ਰਹੇ ਹਾਂ ਐਤਕੀ, ਕੁਦਰਤੀ ਖੇਤੀ ਵਾਲੇ ਜਿਹੜੇ ਸੀਗੇ ਆਪਣੇ, ਇਹ ਜਿਹੜੇ ਗੱਲਾਂ ਕਰਦੇ ਆ ਬਰੀਫ। ਤੇ ਉਹ ਫਿਰ ਜਦੋਂ ਉੱਥੇ ਦੇਖਿਆ ਤਾਂ ਉਹ ਦਿਮਾਗ ਦੇ ਵਿੱਚ ਇੰਨਾ ਵਧੀਆ ਲੈ ਗਿਆ ਵੀ ਇਹ ਜਿਹੇ ਮਾਡਲ ਤਾਂ ਹਰ ਜ਼ਿਲ੍ਹੇ ਦੇ ਵਿੱਚ ਹੋਣੇ ਚਾਹੀਦੇ ਆ।
ਤੇ ਦੂਸਰਾ ਜਿਹੜੀ ਕੁਐਸਚਨਿੰਗ ਸੀਗੀ ਉੱਥੇ ਫਿਰ ਬੀਜਾਂ ਦੀ ਕੁਆਲਿਟੀ ਬਾਰੇ ਵੀ ਬੀਜ ਕਿਹੋ ਜਿਹੇ ਹੋਣ, ਕਿੱਥੋਂ ਮਿਲਣ, ਜਾਂ ਕਿਹੜੀ ਫਸਲ ਕਦੋਂ ਬੀਜੀ ਜਾਵੇ, ਕਿਹੜਾ ਟਾਈਮ ਪੀਰੀਅਡ ਹੋਵੇ ਉਹਦਾ, ਜਾਂ ਛੋਟੀਆਂ-ਛੋਟੀਆਂ ਬਰੀਕੀਆਂ ਜਿਹੜੀਆਂ ਉੱਥੇ ਜਾ ਕੇ ਜਾਣਕਾਰੀ ਆਈਆਂ, ਉਹ ਫਿਰ ਉਹ ਵੀ ਡਿਸਕਸ ਹੋ ਜਾਂਦੀਆਂ ਏ। ਕਿਉਂਕਿ ਕਈ ਚੀਜ਼ਾਂ ਫੀਲਡ ਦੇ ਵਿੱਚ ਵਿਜ਼ਿਟ ਕਰਕੇ ਪ੍ਰੈਕਟੀਕਲ ਨਾਲ ਜੁੜ ਕੇ ਹੀ ਉੱਥੇ ਪਤਾ ਲੱਗਦੀਆਂ ਏ ਜਾਂ ਕੁਐਸਚਨ ਉੱਠਦੇ ਨੇ। ਤਾਂ ਹਰ ਇੱਕ ਕਿਸਾਨ ਨੂੰ ਥੋੜ੍ਹਾ-ਥੋੜ੍ਹਾ ਮਤਲਬ ਦੇਖ ਕੇ ਹੀ ਸਿੱਖ ਸਕਦਾ, ਕਿਉਂਕਿ ਹੁਣ ਆਪਾਂ ਚਲੋ ਥੋੜ੍ਹੇ ਜਿਹੇ ਕੁਆਲੀਫਾਈਡ ਆ ਸਾਰੇ ਜਾਣੇ, ਤਾਂ ਜਿਹੜਾ ਆਮ ਕਿਸਾਨ ਆ ਵਿਚਾਰਾ ਉਹ ਬਾਹਲਾ ਪੜ੍ਹਿਆ ਨਹੀਂ ਹੁੰਦਾ। ਤਾਂ ਜਦੋਂ ਉਹ ਦੇਖੂਗਾ, ਸਮਝੂਗਾ, ਬੈੱਡ ਬਣੇ ਦੇਖੂਗਾ, ਉਹਦੇ ਤੇ ਕਿੰਨੀਆਂ-ਕਿੰਨੀਆਂ ਖੁੱਲੀਆਂ ਕਤਾਰਾਂ ਏ, ਗੰਨਾ 4 ਫੁੱਟ ਬਾਈ 9 ਫੁੱਟ ਤੇ ਲੱਗਿਆ ਹੋਇਆ, ਦੂਸਰੀਆਂ ਚੀਜ਼ਾਂ 4-4 ਫੁੱਟ ਤੇ ਲੱਗੀਆਂ ਹੋਈਆਂ, ਤਾਂ ਉਹਦੀ ਸੋਚਣੀ ਹੀ ਬਦਲ ਜਾਂਦੀ ਹੈ। ਤੇ ਬਾਕੀ ਜਦੋਂ ਮਲਟੀਪਲ ਕ੍ਰੌਪਸ ਹੁੰਦੇ ਆ, ਉਹਦੇ ਵਿੱਚ ਵੀ ਇਹ ਆ ਵੀ ਹੁਣ ਗੰਢੇ ਅਸੀਂ ਪਹਿਲਾਂ ਅੱਜ ਤੱਕ ਦੇਖੇ ਹੀ ਨਹੀਂ ਪਨੀਰੀ ਤੋਂ ਬਿਨਾਂ ਲੱਗੇ ਹੋਏ, ਉੱਥੇ ਸਿੱਧੇ ਬੀਜ ਲਗਾਏ ਹੋਏ ਨੇ। ਤੇ ਉਹ ਜਿਹੜਾ ਹੈਗਾ ਕਈ ਚੀਜ਼ਾਂ ਜਿਹੜੀਆਂ ਵੇਸਟੇਜ ਆਫ ਮਨੀ ਆ, ਵੀ ਪਹਿਲਾਂ ਆਪਾਂ ਪਨੀਰੀ ਲਾਉਂਦੇ ਆ, ਫਿਰ ਪਨੀਰੀ ਪੱਟ ਕੇ ਲਾਉਂਦੇ ਦੂਜੀ ਜਗ੍ਹਾ ਤੇ, ਤਾਂ ਉਹਦੇ ਤੇ ਸਿੱਧੇ ਬੀਜਾਂ ਨਾਲ ਹੀ ਲੱਗ ਜਾਣਾ। ਤੇ ਇੱਕ ਮੈਨੂੰ ਜਿਹੜੀ ਬਾਹਲੀ ਵਧੀਆ ਲੱਗੀ ਗੱਲ, ਵੀ ਇੱਕ ਬੀਜ ਦੀ ਵੈਲਿਊ ਹੈ, ਵੀ ਗਿਣ ਕੇ ਹੀ ਬੀਜ ਲੱਗਣੇ ਆ ਖੇਤ ਵਿੱਚ। ਉਹ ਨਹੀਂ ਹੈਗਾ ਵੀ ਜਿਵੇਂ 40 ਕਿੱਲੋ ਆਪਾਂ ਚੱਕ ਲਈ ਬੀਜ ਤੇ 40 ਕਿੱਲੋ ਹੀ ਲਾਤਾ, ਉਹਦੀ ਥਾਂ 1.25 ਕਿੱਲੋ ਲੱਗ ਰਿਹਾ ਹੈਗਾ। 40ਵਾਂ ਹਿੱਸਾ ਬੀਜ ਦੀ ਜਿਹੜੀ ਹੈਗੀ ਬਚਤ 39 ਕਿੱਲੋ ਬਚ ਜਾਣਾ, ਤੇ 1 ਕਿੱਲੋ ਨਾਲ ਹੀ ਸਰ ਜਾਣਾ। ਤੇ ਇੱਕ ਬੀਜ ਨੂੰ ਕਿਵੇਂ ਉਹ ਲਾਉਣਾ, ਉਹ ਟੈਕਨੀਕ ਫਿਰ ਨਾਲ ਬਾਹਲੇ ਸੰਦ ਨਹੀਂ ਜ਼ਰੂਰਤ ਹੈਗੀ ਖੇਤੀ ਦੇ, ਜਿਵੇਂ ਉਹ ਇਕੱਲਾ ਬੈੱਡ ਬਣਾਉਣ ਵਾਲਾ ਤੇ 1-2 ਟੂਲ ਹੋਰ ਲੋੜ ਪੈਂਦੀ ਆ, ਅਦਰਵਾਈਜ਼ ਬਹੁਤੇ ਸੰਦਾਂ ਦੀ ਜਾਂ ਖਰਚੀਲਾ ਸਿਸਟਮ ਨਹੀਂ ਹੈਗਾ। ਤੇ ਫਿਰ ਜਿਹੜੀ ਸੀਗੀ ਆਪਾਂ ਕੀ ਕਰਦੇ ਹਾਂ, ਸਬਜ਼ੀਆਂ ਦੀ ਵੇਸਟੇਜ ਜਿਹੜੀ ਹੈਗੀ ਹੈ ਉਹ ਉੱਥੇ ਖੇਤ ਵਿੱਚ ਹੀ ਜਦੋਂ ਸਫਾਈ ਕਰਦੇ ਆ, ਉੱਥੇ ਹੀ ਉਹਦੇ ਖਾਲੀਆਂ 'ਚ ਸਿੱਟ ਦਿੰਦੇ ਆ, ਤੇ ਉਹੀ ਕਨਵਰਟ ਹੋ ਕੇ ਉਹਨਾਂ ਨੂੰ ਖੁਰਾਕ ਦੇ ਰੂਪ 'ਚ ਮੁੜ ਮਿਲ ਜਾਂਦੀ ਹੈ। ਕਿੱਥੇ ਮਤਲਬ ਉਹ ਕਿਸਾਨਾਂ ਲਈ ਇਹ ਵੀ ਇੱਕ ਸਮੱਸਿਆ ਹੁੰਦੀ ਹੈ ਵੀ ਫਸਲ ਨੂੰ ਤੋੜਨ ਤੋਂ ਬਾਅਦ ਉਹਦੀ ਸਫਾਈ ਕਰਨੀ, ਜਿਵੇਂ ਗੰਨੇ ਦੀ ਸਫਾਈ ਕਰਦੇ ਆ ਜਾਂ ਸਬਜ਼ੀਆਂ ਦੇ ਛਿਲਕੇ ਲਾਉਂਦੇ ਆ, ਗੋਭੀ ਦੇ ਜਾਂ ਹੋਰ ਚੀਜ਼ਾਂ ਦੇ, ਤਾਂ ਉਹ ਮੁੜ ਕੇ ਫਿਰ ਉਹ ਖੇਤ 'ਚ ਹੀ ਗੱਡੀ ਸਾਡੇ ਸਾਹਮਣੇ ਆ ਗਈ, ਤੇ ਉਹਨਾਂ ਨੇ ਫਿਰ ਕੀ ਕੀਤਾ, ਫਸਲ ਉੱਥੋਂ ਹੀ ਸਾਫ਼ ਕਰਕੇ ਪੈਕ ਕਰਕੇ ਮੰਡੀ ਨੂੰ ਤੋਰਨੀ ਆ। ਬਾਕੀ ਵੇਸਟੇਜ ਜਿਹੜੀ ਹੈ ਖੇਤ ਦਾ ਹੀ ਹਿੱਸਾ ਬਣ ਜਾਂਦੀ ਹੈ। ਤੇ ਕਿੱਥੇ ਆਮ ਕਿਸਾਨ ਖੇਤੀ ਨੂੰ ਮਤਲਬ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ, ਕਿੱਥੇ ਇਹ ਚੀਜ਼ ਆਪਣੇ ਆਪ ਹੀ ਉਹ ਖਾਲੀਆਂ 'ਚ ਪਈ ਪਾਣੀ ਦੇ ਨਾਲ, ਸੈੱਲ ਦੇ ਨਾਲ ਕਨਵਰਟ ਹੋਈ ਜਾਂਦੀ ਹੈਗੀ ਹੈ। ਤਾਂ ਮਤਲਬ ਬਹੁਤ ਵਧੀਆ ਲੱਗੀ ਵਿਜ਼ਿਟ। ਹੁਣ ਮੈਨੂੰ ਮਤਲਬ ਇਹ ਆ ਵੀ ਇੱਕ ਵਾਰੀ ਜਾ ਕੇ ਦੁਬਾਰਾ ਵੀ ਜਾਣ ਨੂੰ ਜੀਅ ਕਰਦਾ ਵੀ ਦੁਬਾਰਾ ਫਿਰ ਦੇਖ ਕੇ ਆਈਏ ਉਹਨੂੰ। ਕਿਉਂਕਿ ਜਿਹੜਾ ਹੈਗਾ ਸਾਡਾ ਸ਼ਡਿਊਲ ਹੀ ਥੋੜਾ ਟਾਈਟ ਸੀ। ਉਹ ਚੇਤਨ ਵੀਰ ਜੀ ਆਏ ਸੀ ਤੇ ਉਹ ਮੈਨੂੰ ਕਹਿੰਦੇ ਵੀ ਸਿਰਫ ਕੁਛ ਘੰਟੇ ਮੇਰੇ ਕੋਲ ਹੈਗੇ ਨੇ, ਵੀ ਮੈਂ ਬਹੁਤ ਥੋੜੇ ਦਿਨਾਂ ਲਈ ਆਇਆ ਸੀਗਾ, ਤੇ ਮੈਂ ਕਿਹਾ ਵੀ ਨਹੀਂ ਤੁਹਾਨੂੰ ਲੈ ਕੇ ਹੀ ਜਾਣਾ। ਤੇ ਮੈਂ ਫਿਰ ਇੱਥੋਂ ਆਪਣੇ ਨਾਲ ਹੀ ਉਹਨਾਂ ਨੂੰ ਬਣਾ ਕੇ ਮੈਂ ਕਿਹਾ ਤੁਹਾਨੂੰ ਵਾਪਸ ਮੈਂ ਛੱਡ ਦੂੰਗਾ, ਤੇ ਤੁਸੀਂ ਮੇਰੇ ਨਾਲ ਜਾ ਕੇ ਆਪਾਂ ਵਾਇਆ ਉੱਥੇ ਫਗਵਾੜਾ ਹੋ ਕੇ ਤੇ ਤੁਹਾਨੂੰ ਲੁਧਿਆਣੇ ਉਤਾਰ ਦੂੰਗਾ। ਤੇ ਫਿਰ ਅਸੀਂ ਜਿਹੜਾ ਹੈਗਾ ਨਾਲ ਇੱਕ ਨਾ ਇੱਕ 2 ਜਣੇ ਹੋ ਗਏ, ਉਹ ਵੀ ਹੈਰਾਨ ਹੋ ਗਏ ਵੀ ਪੰਜਾਬ 'ਚ ਇਹੋ ਜਿਹੀ ਵੀ ਖੇਤੀ ਹੋ ਸਕਦੀ ਹੈ, ਕਿਉਂਕਿ ਜਿੱਧਰ ਜਾਂਦੇ ਆ GT ਰੋਡ ਤੇ ਝੋਨਾ ਕਣਕ ਤੋਂ ਬਿਨਾਂ ਹੋਰ ਕੋਈ ਦੀਦਾ ਹੀ ਨਹੀਂ। ਤਾਂ ਇਹ ਜਿਹੜੀ ਚੀਜ਼ ਹੈ, ਇੱਕ ਤਾਂ ਚਲੋ ਵਧੀਆ ਲੱਗੀ। ਦੂਸਰਾ ਮਾਡਲ ਜਿਹੜਾ ਨਾ, ਮਾਡਲ ਦਾ ਜਿਹੜਾ ਪ੍ਰਭਾਵ ਪੈਂਦਾ ਬਣੇ ਹੋਏ ਦਾ, ਉਹ ਗੱਲਾਂ ਦਾ ਲਿਖਤ ਪੜ੍ਹਤ ਤਾਂ ਨਹੀਂ ਪੈਂਦਾ ਹੈਗਾ। ਹੁਣ ਆਪਾਂ ਲੱਖ ਡਿਸਕਸ ਕਰੀ ਜਾਂਦੇ ਹਾਂ, ਜਦੋਂ ਦੇਖ ਕੇ ਵਿਜ਼ਿਟ ਕਰਦੇ ਹਾਂ ਉਹਦਾ ਮਨ ਤੇ ਬਹੁਤ ਅਸਰ ਪੈਂਦਾ ਜੀ। ਪ੍ਰੈਕਟੀਕਲੀ ਜਦੋਂ ਹੋਊਗਾ ਤਾਂ ਫਿਰ ਉਹਦਾ ਵਾਕਈ ਮਨ ਨੂੰ, ਜਿਵੇਂ ਇੱਕ ਫਿਲਮ ਦੇਖ ਲੈਣੀ, ਇੱਕ ਜਸਟ ਉਹਦੀ ਕਾਂਗੀ ਪੜ੍ਹ ਲੈਣੀ, ਉਹ ਪੜ੍ਹ ਲੈਣੀ, ਉਹਨਾਂ ਫਰਕ ਹੈ ਉਹਦੇ 'ਚ। ਹਾਂਜੀ। ਇਹੋ ਜਿਹੇ ਵਿਚਾਰ ਹੀ ਆਪਣੇ ਚਤਰ ਸਿੰਘ ਹੋਣਾ ਦੇ ਸੀ। ਉਹ ਕਹਿੰਦੇ ਮੈਂ ਜੋ ਸੋਚਿਆ ਸੀ ਐਂਟਾਇਰਲੀ ਡਿਫਰੈਂਟ, ਮੈਂ ਬੜਾ ਇਨਰਿਚ ਤੇ ਸਟੇਬਲ ਨੌਲੇਜ ਲੈ ਕੇ ਜਾ ਰਿਹਾ ਵਾਪਸ। ਤੇ ਜਿਹੜਾ ਫਿਊਚਰ ਦੇ ਵਿੱਚ ਜਿਸ ਵੇਲੇ ਸਾਡਾ ਪ੍ਰੋਡਕਸ਼ਨ ਸਿਸਟਮ ਬਿਹਤਰ ਹੋ ਗਿਆ, ਤੇ ਜਿਹਦੀ ਦਿਸ਼ਾ ਜਿਹੜਾ ਗੁਰਬਾਣੀ ਤੋਂ ਪ੍ਰੇਰਿਤ ਹੈ, ਇਹ ਡੈਫੀਨੇਟਲੀ ਵੀ ਵਿਲ ਕੰਟਰੀਬਿਊਟ ਪ੍ਰੋਡਕਸ਼ਨ ਸਿਸਟਮ ਦਾ ਇੰਪਰੂਵ ਹੁੰਦਾ ਚਲੇ, ਤੇ ਪਲੱਸ ਜਿਹੜੀ ਅਗਲੇ ਸਟੈਪ ਹੈਗੇ ਆ ਇਹਦੇ ਪ੍ਰੋਸੈਸਿੰਗ ਦੇ ਤੇ ਮਾਰਕੀਟਿੰਗ ਦੇ, ਉਹਨਾਂ ਬਾਰੇ ਸੋਚਿਆ ਜਾਵੇ। ਤੇ ਅੱਜ ਦੇ ਵਿਸ਼ੇ ਦੇ ਵਿੱਚ ਜਿਹੜਾ ਹੈ, ਮੁੱਖ ਤੌਰ ਤੇ ਆਪਾਂ ਸਟਰਕਚਰ ਦੇ ਬਾਰੇ ਗੱਲ ਕਰੀਏ। ਜਿਹੜੇ ਵਿਊ ਪ੍ਰੋਡਕਸ਼ਨ ਬਾਰੇ ਆ, ਮੇਰਾ ਖਿਆਲ ਹੁਣ ਸਫੀਸ਼ੀਐਂਟ ਨੇ। ਇਹਦੇ ਨਾਲ ਹੋਰ ਵੀ ਪਲੱਸ ਆਲੇ ਦੁਆਲੇ ਇੰਟਰਨੈਸ਼ਨਲ ਲੈਵਲ ਦੀ ਅਥਾਰਟੀਜ਼, ਕੰਪੀਟੈਂਟ ਕਿਹਦੇ ਹੁੰਦੇ ਆ, ਉਹਨਾਂ ਨੂੰ ਕੰਪੀਟੈਂਟ ਬੰਦੇ ਆਏ ਸੀ, ਉਹਨਾਂ ਦੇ ਵੀ ਸੇਮ ਵਿਊ ਨੇ। ਇਸ ਕਰਕੇ ਨਾਓ ਇਟਸ ਏ ਯੂਨੀਵਰਸਲ ਲੈਵਲ ਮਾਡਲ, ਕਲਿਆਣਕਾਰੀ ਮਾਡਲ, ਲੋਕ ਭਲਾਈ ਦਾ ਮਾਡਲ। ਅੱਜ ਜਿਹੜੀ ਆਪਾਂ ਤੌਰ ਤੇ ਜਿਹੜਾ ਹੈਗਾ ਸਟਰਕਚਰ ਤੇ ਗੱਲ ਕਰੀਏ, ਐਡਵਾਂਸ ਕਰੀਏ, ਇੱਕ ਇਹਨਾਂ ਨੇ ਪਾਈ ਹੈਗੀ ਆ PDF ਭੇਜਿਆ, ਕਰਨ ਦੀ ਵੱਲੋਂ ਆਇਆ, ਮੈਂ ਤਾਂ ਉਹਦੇ ਵਿੱਚ ਦੇਖਿਆ ਤੇ ਮੇਰਾ ਆਪਣਾ ਵਿਊ ਇਹ ਆ ਵੀ ਮੈਨੂੰ ਤਾਂ ਬੜਾ ਚੰਗਾ ਲੱਗਾ। ਅੱਗੇ ਫਰਦਰ ਅਮੈਂਡਮੈਂਟ ਦੇ ਚਾਂਸ ਰਹਿੰਦੇ ਹੁੰਦੇ ਆ,
ਉਹਦੇ ਬਾਰੇ ਆਪਣੇ ਵਿਊ ਦੱਸੋ। ਮੈਨੂੰ ਤੇ ਉਸ ਟਾਈਮ ਵੀ ਮੈਂ ਕਿਹਾ ਸੀਗਾ ਕਿ ਮੈਨੂੰ ਵਧੀਆ ਲੱਗਿਆ, ਇਹਨਾਂ ਨੇ ਕਾਫੀ ਮਿਹਨਤ ਕਰਕੇ ਪਾਇਆ ਇਹਦੇ ਵਿੱਚ। ਇਹਦੇ ਵਿੱਚ ਆਪਾਂ ਕਿੰਤੂ ਪਰੰਤੂ ਕੁਝ ਕਰ ਸਕਦੇ ਹਾਂ, ਲੇਕਿਨ ਬੇਸਿਕ ਜਿਹੜੀ ਚੀਜ਼ ਮੈਨੂੰ ਲੱਗ ਰਹੀ ਹੈ ਕਿ ਇਹ ਜਿਹੜਾ ਸਟਰਕਚਰ ਹੈ ਇਹ ਬਹੁਤ ਹੀ ਫਾਰਮਲ ਤਰੀਕੇ ਦਾ ਸਟਰਕਚਰ ਹੈ, ਮਤਲਬ ਬੜਾ ਰਿਜਿਡ ਟਾਈਪ ਹੈਗਾ, ਜਿਹਦੇ ਵਿੱਚ ਇੱਕ ਬੋਰਡ ਆਫ ਡਾਇਰੈਕਟਰ, CEO ਤੇ ਉਹਦੇ ਵਿੱਚ ਇਹ ਬਾਕੀ R&D ਮਾਰਕੀਟਿੰਗ ਵਾਲੇ ਤਾਂ ਚਾਹੀਦੇ ਨੇ, ਲੇਕਿਨ ਦੇਖੋ ਬੋਰਡ ਆਫ ਡਾਇਰੈਕਟਰ CEO ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਤਾਂ ਉਹਦੇ ਵਿੱਚ ਇਹ ਕਲੀਅਰ ਕਰਨਾ ਪੈਣਾ ਕਿ ਫੈਪਰੋ ਜਿਹੜੀ ਚਮਨ ਲਾਲ ਜੀ ਇਹ ਆਰਗੇਨਾਈਜੇਸ਼ਨ ਹੈਗੀ ਹੈ ਤੁਹਾਡੀ, ਤੇ ਅਵਤਾਰ ਜੀ ਜਿਹੜੇ ਸਾਰੇ ਜਿੰਨੇ ਵੀ ਕੁਲਦੀਪ ਜੀ ਸਾਰੀ ਜਿਹੜੀ ਸ਼ੁਰੂ ਕੀਤੀ ਹੈ, ਉਹ ਆਰਗੇਨਾਈਜੇਸ਼ਨ ਤੇ ਜਿਹੜੇ NRI ਜਿਹੜੇ ਹੁਣ ਨਾਲ ਅਸੀਂ ਜੁੜ ਰਹੇ ਹਾਂ, ਅਸੀਂ ਕਿਸ ਤਰ੍ਹਾਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਜਾਂ ਕਿਸ ਤਰ੍ਹਾਂ ਅਸੀਂ ਇਹ ਸਟਰਕਚਰ ਰਹੇਗਾ ਸਾਡਾ ਕਿ ਜਿਹੜਾ ਅਸੀਂ, ਕਿਉਂਕਿ ਮੇਰੇ ਖਿਆਲ ਜਿਹੜਾ ਬੋਰਡ ਆਫ ਡਾਇਰੈਕਟਰ CEO ਦੀ ਗੱਲ ਆਉਂਦੀ ਹੈ ਇਹ ਤੁਹਾਡਾ ਹੀ ਹੈ, ਫੈਪਰੋ ਦਾ ਮਾਡਲ ਹੈ, ਰਾਈਟ? ਇਹ ਤੁਸੀਂ ਤੁਹਾਡਾ ਹੀ ਜੋ ਵੀ ਸਟਰਕਚਰ ਹੈ ਤੁਹਾਡਾ ਹੀ ਹੈ। ਅਸੀਂ ਸਿਰਫ ਇਹਨਾਂ ਨੂੰ ਇਹਦੇ ਵਿੱਚ ਤੁਹਾਨੂੰ ਸਿਰਫ ਹੈਲਪ ਕਰਨ ਆ ਰਹੇ ਹਾਂ ਕਿ ਕਿਸ ਤਰ੍ਹਾਂ ਮਾਰਕੀਟਿੰਗ ਕਰਨੀ ਹੈ, ਆਪਰੇਸ਼ਨਲੀ ਕਿਸ ਤਰ੍ਹਾਂ ਉਹਨੂੰ ਆਪਟੀਮਾਈਜ਼ ਕਰਨਾ ਹੈ, ਇਹਦੇ ਵਿੱਚ ਆ ਰਹੇ ਹਾਂ, ਰਾਈਟ? ਤੇ ਮੈਂ ਕਲੈਰੀਫਿਕੇਸ਼ਨ ਚਾਹੁੰਦਾ ਕਿ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ ਇਹਦੇ ਵਿੱਚ ਇਹ ਅੰਡਰਸਟੈਂਡਿੰਗ ਹੈ ਕਿ ਫੈਪਰੋ ਦਾ ਜਿਹੜਾ ਮਾਡਲ ਹੈ, ਜਿਹੜਾ ਤੁਹਾਡਾ ਸਾਰਾ ਸ਼ੁਰੂ ਕੀਤਾ ਹੋਇਆ, ਇਹਦੇ ਵਿੱਚ ਬੋਰਡ ਐਂਡ ਡਾਇਰੈਕਟਰ ਐਂਡ CEO ਸਾਰੇ ਤੁਹਾਡੇ ਹੀ ਰਹਿਣਗੇ, ਹੈ ਨਾ? ਇੱਕ ਸੈਕੰਡ ਆਪਸ਼ਨ ਚੱਲ ਰਹੀ ਸੀ, ਸੈਕੰਡ ਆਪਸ਼ਨ ਤੇ ਇੱਕ ਨਾ ਬੋਰਡ ਜਿਹੜੀ ਹੈਗੀ ਆ ਇੱਕ ਅਲੱਗ NGO ਬਣਾਈ ਜਾਵੇ, ਇਹਦੇ ਵਿੱਚ NRI ਤੇ ਪਲੱਸ ਇਹ ਇੱਧਰਲੇ ਆਪਣੇ ਜਿਹੜੇ ਅਫੀਸ਼ੀਅਲ ਹੋਣ, ਉਹਦਾ ਹੈੱਡਕੁਆਟਰ ਜਿਹੜਾ ਫੈਪਰੋ ਹੋਵੇ, ਫੈਪਰੋ ਦੇ ਨਾਲ ਹੀ ਚਲੇ, ਲੇਕਿਨ ਇਹਦਾ ਜਿਹੜਾ ਵਾਈਡ ਵਿਊ ਹੋਣ ਕਰਕੇ, ਕਿਉਂਕਿ ਤੁਹਾਡਾ ਵਿਜ਼ਨ ਘੱਟੋ ਘੱਟ ਐਟਲੀਸਟ ਫੈਪਰੋ ਨਾਲੋਂ ਜ਼ਿਆਦਾ ਵਾਈਡ ਆਈ ਨੋ, ਠੀਕ ਹੈ ਨਾ? ਦੇਖੋ ਉਹਦੇ ਵਿੱਚ ਅੱਛਾ, ਇਹਦੇ ਬਾਰੇ ਇਹ ਇੱਕ ਸੈਕੰਡ ਅਲਟਰਨੇਟਿਵ ਹੈਗਾ, ਇਹ ਆਪਾਂ ਡਿਸਕਸ ਕਰ ਲੈਂਦੇ ਹਾਂ। ਇਹਦੇ ਪਲੱਸ ਪੁਆਇੰਟ ਸਾਨੂੰ ਇਹ ਲੱਗਦੇ ਆ ਵੀ ਇੰਟਰਨੈਸ਼ਨਲ ਜਾਣ ਦੇ ਵਾਸਤੇ ਦੇਖੋ, ਜੇ ਤੁਸੀਂ NGO ਦੇ ਰਾਹੀਂ ਤੁਸੀਂ ਇਹ ਕਰਨਾ ਹੈ ਤੇ ਮੈਂ ਕੁਝ ਸ਼ੇਅਰ ਕਰਨਾ ਚਾਹੁੰਦਾ ਸਕਰੀਨ ਦੇ ਉੱਪਰ। ਆਈ ਜਸਟ ਵਾਂਟ ਟੂ ਟੇਕ ਯੂ ਥਰੂ। ਮੈਂ ਪਹਿਲੇ ਇੱਥੇ ਮਨਿੰਦਰ ਸੀਗਾ, ਉਹਦੇ ਨਾਲ ਵੀ ਮੈਂ ਡਿਸਕਸ ਕੀਤਾ ਸੀ ਪਹਿਲਾਂ, ਤੇ ਉਹਨੂੰ ਵਧੀਆ ਲੱਗਿਆ ਜਿਹੜਾ ਇਹ ਆਈਡੀਆ ਸੀਗਾ, ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹਾ ਹੁਣੇ, ਕਿਉਂਕਿ ਇਹ ਹੁਣ ਤੱਕ ਇਸ ਕਰਕੇ ਸ਼ੇਅਰ ਨਹੀਂ ਕੀਤਾ ਤੁਹਾਡੇ ਸਭ ਨਾਲ, ਬਿਕੋਜ਼ ਇਹ ਥੋੜਾ NGO ਟਾਈਪ ਸੀਗਾ ਤੇ I don't want to mix ਫੈਪਰੋ with NGO and ਕਿਉਂਕਿ ਤੁਸੀਂ NGO ਦੀ ਗੱਲ ਛੇੜੀ, ਇਸ ਕਰਕੇ ਮੈਂ ਇੱਥੇ, ਜੇ ਤੁਸੀਂ ਮੈਨੂੰ 15 ਮਿੰਟ ਦਿਓ ਤਾਂ ਮੈਂ ਇਹਦੇ ਵਿੱਚ ਤੁਹਾਨੂੰ ਪੂਰਾ ਥੋੜਾ ਦੱਸਾਂ ਕਿ ਕੀ ਇਹਦੇ ਵਿੱਚ ਮੈਂ ਅਸੀਂ ਬੜਾ ਥਾਟ ਦੇ ਕੇ ਬੜਾ ਡੂੰਘਾ ਵਿਚਾਰ ਕਰਕੇ ਤੁਹਾਡੇ ਸ਼ੇਅਰ ਕੀਤਾ ਵੀ ਇੱਕ ਇੰਡੀਪੈਂਡੈਂਟ NGO ਹੋ ਜਾਏ, ਉਹ ਦੈਟ ਵਿਲ ਬੀ ਦ ਇੰਟਰਸਟ ਡਰਾਈਵ ਕਰਨਾ। ਤੁਸੀਂ ਮੈਨੂੰ ਹੋਸਟ ਕਰੋ, ਮੈਂ ਤੁਹਾਨੂੰ ਹੁਣੇ ਇੱਕ ਪ੍ਰੈਜੈਂਟੇਸ਼ਨ ਸ਼ੇਅਰ ਕਰਦਾ ਮੈਂ ਤੁਹਾਡੇ ਨਾਲ। ਠੀਕ ਹੈ ਜੀ। ਕੁਲਦੀਪ ਸਿੰਘ ਜੀ, ਹਾਂਜੀ ਹੋਸਟ ਕਰ ਦਿਓ ਆਪ ਰਮਨਪਾਲ ਨੂੰ। ਹਾਂਜੀ ਕਰ ਦਿਓ। ਹਾਂਜੀ ਰਮਨ ਜੀ। ਹਾਂਜੀ ਮੈਂ ਸ਼ੇਅਰ ਕਰਨਾ ਬਸ। ਦੇਖੋ ਸਕਰੀਨ ਸ਼ੇਅਰ ਹੋ ਰਿਹਾ ਮੇਰਾ। ਠੀਕ ਹੈ। ਸੋ ਆਪਾਂ ਜਦੋਂ ਫੈਪਰੋ ਦੀ ਗੱਲ ਕਰਦੇ ਹਾਂ ਨਾ, ਤੇ ਇਹ ਇੱਕ ਜਿਹੜਾ ਮਾਡਲ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ, ਆਈ ਹੋਪ ਐਵਰੀਵਨ ਕੈਨ ਸੀ ਦ ਸਕਰੀਨ। ਇਹ ਇੱਕ ਫਰੇਮਵਰਕ ਆਪਾਂ ਡਿਜ਼ਾਈਨ ਕੀਤਾ ਸੀਗਾ ਗ੍ਰਾਮ ਸਭਾ ਦਾ, ਬਹੁਤ ਪਹਿਲਾਂ, ਇਹ ਅੱਜ ਤੋਂ 1.5 ਸਾਲ ਪਹਿਲਾਂ ਡਿਜ਼ਾਈਨ ਕੀਤਾ ਸੀਗਾ। ਉਹਦੇ ਵਿੱਚ ਗ੍ਰਾਮ ਸਭਾ ਨੂੰ ਮੁੱਖ ਰੱਖੇ ਹੋਰ ਜਿਹੜੇ ਆਪਣੇ ਪਿੰਡਾਂ ਦੇ ਕਮਿਊਨਿਟੀ ਡਿਵੈਲਪਮੈਂਟ ਦੇ ਹੋਰ ਇਨੀਸ਼ੀਏਟਿਵ ਹੈਗੇ, ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਇੱਕ ਫਰੇਮਵਰਕ ਦੇ ਵਿੱਚ ਪਾਇਆ ਸੀ। ਉਹਦੇ ਵਿੱਚ ਕੀ ਸਾਡਾ ਵਿਜ਼ਨ ਹੈ, ਕੀ ਕੋਰ ਵੈਲਿਊਜ਼ ਹੋਣਗੀਆਂ। ਉਹਦੇ ਵਿੱਚ ਆਰਗੈਨਿਕ ਫਾਰਮਿੰਗ ਦਾ ਇਹ ਇੱਥੇ ਮੈਂ ਹਾਈਲਾਈਟ ਇਸ ਕਰਕੇ ਕੀਤਾ ਕਿਉਂਕਿ ਆਰਗੈਨਿਕ ਫਾਰਮਿੰਗ ਇਜ਼ ਵਨ ਆਫ ਦ ਕੀ ਥਿੰਗਸ ਜਿੱਥੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਫਿਟ ਵੀ ਆਏਗਾ, ਨਾਲੇ ਕਮਿਊਨਿਟੀ ਡਿਵੈਲਪਮੈਂਟ ਵੀ ਹੋਏਗੀ, ਲੋਕਾਂ ਦੀ ਸਾਂਝ ਵੀ ਬਣੇਗੀ। ਇਸ ਕਰਕੇ ਇੱਥੇ ਇੱਕ ਵਨ ਆਫ ਦ ਅਹਿਮ ਭੂਮਿਕਾ, ਜਿੱਥੇ ਫੈਪਰੋ ਵੀ ਇੱਕ ਇੰਪੋਰਟੈਂਟ ਭੂਮਿਕਾ ਨਿਭਾ ਸਕਦਾ। ਠੀਕ ਹੈ। ਇਸ ਤੋਂ ਇੱਕ ਸੈਕਿੰਡ, ਇਹ ਜਿਹੜਾ ਸੀਗਾ ਇਹ ਵਾਲਾ, ਇਹਦੇ ਵਿੱਚ ਆਪਾਂ ਸਾਨੂੰ ਸਭ ਤੋਂ ਪਹਿਲਾਂ ਨਾ ਲੋੜ ਹੈਗੀ ਹੈ ਆਪਣੇ ਮਿਸ਼ਨ ਤੇ ਵਿਜ਼ਨ ਦੀ ਤਾਂ ਪੂਰੀ ਕਲੈਰਿਟੀ ਰਹਿਣ ਦੀ ਕਿ ਸਾਨੂੰ ਕਰਨਾ ਕੀ ਹੈ। ਠੀਕ ਹੈ। ਜੇ ਆਪਾਂ NGO ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇੱਕ ਇਹੋ ਜਿਹਾ ਪਲੇਟਫਾਰਮ, ਐਂਡ ਪਲੇਟਫਾਰਮ ਡਜ਼ਨਟ ਮੀਨ ਕਿ ਅਸੀਂ ਵੈਬਸਾਈਟ ਜਾਂ YouTube ਚੈਨਲ ਹੀ ਹੋਏ। ਪਲੇਟਫਾਰਮ ਦਾ ਮਤਲਬ ਹੈ ਕਿ ਜਿਵੇਂ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਇੱਕ ਤਰ੍ਹਾਂ ਦੀ ਸਾਂਝ ਹੈਗੀ ਸਾਡੀ। ਇਹਦੇ ਵਿੱਚ ਸਾਨੂੰ ਇਹ ਦੇਖਣਾ ਹੈ ਕਿ ਸਾਨੂੰ ਕਰਨਾ ਕੀ ਹੈ, ਕਿ ਸਾਡਾ ਮਿਸ਼ਨ ਕੀ ਹੋਣਾ ਚਾਹੀਦਾ, ਕਿ ਸਾਡਾ ਮਿਸ਼ਨ
ਆਪਾਂ ਇਹ ਡਰਾਫਟ ਹੋ ਗਿਆ, ਆਪਾਂ ਇਹਨੂੰ ਚੇਂਜ ਕਰ ਸਕਦੇ, ਲੇਕਿਨ ਇਹਦੇ ਹਿਸਾਬ ਨਾਲ ਸਾਡਾ ਮਿਸ਼ਨ ਇਹ ਆ ਕਿ ਆਪਾਂ ਜਿੰਨੇ ਵੀ ਬੈਸਟ ਪ੍ਰੈਕਟਿਸਿਸ ਹੈਗੀਆਂ ਫਾਰਮਿੰਗ ਦੀ, ਜਿਹੜੇ ਪੰਜਾਬ ਦੇ ਵਿੱਚ ਹੈਗੀਆਂ, ਪੰਜਾਬ ਤੋਂ ਬਾਹਰ ਹੈਗੀਆਂ, ਕੋਈ ਟੈਕਨੋਲੋਜੀ ਜਦੋਂ ਯੂਜ਼ ਹੋ ਰਹੀ ਹੈ ਜਾਂ ਕਿਤੇ ਇੰਡੀਆ ਤੋਂ ਬਾਹਰ ਕਿਤੇ ਯੂਜ਼ ਹੋ ਰਹੀ ਹੈ, ਉਸ ਨੂੰ ਅਸੀਂ ਕਿਸੇ ਤਰ੍ਹਾਂ ਇੱਕ ਜਗ੍ਹਾ ਤੇ ਕੋਲੇਟ ਕਰੀਏ ਐਂਡ ਕੋਲੇਟ ਕਰਕੇ ਆਪਣੇ ਜਿਹੜੇ ਪੰਜਾਬ ਦੇ ਫਾਰਮਰ ਹੈਗੇ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਸੁਚੇਤ ਕਰੀਏ, ਉਹਨਾਂ ਨੂੰ ਇਨੇਬਲ ਕਰੀਏ ਇਸ ਜੋ ਵੀ ਨੌਲੇਜ ਹੈਗੀ ਹੈ ਉਹਨੂੰ, ਭਾਵੇਂ ਉਹ ਮਾਰਕੀਟਿੰਗ ਵਿੱਚ ਹੈ, ਪ੍ਰੋਡਕਸ਼ਨ ਵਿੱਚ ਹੈ ਜਾਂ ਪ੍ਰੋਸੈਸਿੰਗ ਵਿੱਚ। ਤੇ ਸਭ ਤੋਂ ਪਹਿਲੀ ਲੋੜ ਹੈ ਕਿ ਸਾਨੂੰ ਇੱਕ ਮਿਸ਼ਨ ਜਿਹੜਾ ਹੈਗਾ ਆਪਣਾ ਉਹ ਡਿਸਾਈਡ ਕਰਨਾ ਪੈਣਾ ਕਿ ਮਿਸ਼ਨ ਹੈ ਕੀ, ਠੀਕ ਹੈ। ਤੇ ਆਪਾਂ ਇਹਦੇ ਉੱਪਰ ਬ੍ਰੇਨਸਟੋਰਮਿੰਗ ਕਰ ਸਕਦੇ ਹਾਂ, ਬਟ ਮੈਂ 15 ਮਿੰਟਾਂ ਵਿੱਚ ਸਿਰਫ ਤੁਹਾਨੂੰ ਇਹ ਦੱਸੂਗਾ, ਉਸ ਤੋਂ ਬਾਅਦ ਆਪਾਂ ਬ੍ਰੇਨਸਟੋਰਮਿੰਗ ਕਰਦੇ ਹਾਂ ਉੱਪਰ, ਠੀਕ ਹੈ। ਇਸ ਤੋਂ ਬਾਅਦ ਆ ਜਿਹੜਾ ਆਪਣਾ ਮੈਂ ਕਿਸਾਨੀ ਸੋਲੂਸ਼ਨ ਇੱਕ ਨਾਂ ਦਿੱਤਾ ਸੀਗਾ, ਬਿਕੋਜ਼ ਇਹ ਵੈਸੇ ਉਹਦਾ ਨਾਂ ਸੀਗਾ ਆਪਣਾ ਕਰਨ ਵੀ ਨਹੀਂ, ਆਪਣਾ ਗਗਨ ਹੋਰਾਂ ਦਾ ਨਾਂ ਸੀਗਾ ਕਿ ਉਹਨਾਂ ਨੇ ਕਿਸਾਨੀ ਸੋਲੂਸ਼ਨ ਦਾ ਇੱਕ ਨਾਂ ਕੋਇਨ ਕੀਤਾ ਸੀ। ਆਪਾਂ ਕੋਈ ਵੀ ਨਾਂ ਰੱਖਦੇ ਐਜ਼ ਅ NGO, ਬਟ ਬੇਸਿਕਲੀ ਪਰਪਸ ਇਹ ਹੈ ਕਿ ਸਾਨੂੰ ਇਹ ਇੱਕ ਪਲੇਟਫਾਰਮ ਇਸ ਤਰ੍ਹਾਂ ਤਿਆਰ ਕਰਨਾ ਹੈ ਜਿੱਥੇ ਕਿ ਸਾਡੇ ਕੋਲ ਸੋਲੂਸ਼ਨ ਜਿਹੜੇ ਆਲਰੇਡੀ ਹੈਗੇ, ਜਿਵੇਂ ਤੁਹਾਡੇ ਕੋਲ ਹੈ ਫੈਪਰੋ ਦੇ ਵਿੱਚ ਆਲਰੇਡੀ ਮਾਡਲ ਹੈਗਾ, ਤੁਹਾਨੂੰ ਆਲਰੇਡੀ ਪਤਾ ਹੈ ਪ੍ਰੋਸੈਸਿੰਗ ਵਿੱਚ ਕੀ ਚੈਲੰਜਸ ਆਉਂਦੇ ਨੇ ਜਾਂ ਪ੍ਰੋਡਕਸ਼ਨ ਵਿੱਚ ਕੀ ਚੈਲੰਜਸ ਆਉਂਦੇ ਨੇ, ਅਸੀਂ ਉਹਨਾਂ ਨੂੰ ਕੋਲੇਟ ਕਰਕੇ ਇੱਕ ਜਗ੍ਹਾ ਰੱਖੀਏ। ਦੂਜਾ, ਜਿਹੜੇ ਇੰਟੈਲੈਕਚੁਅਲਸ ਹੈਗੇ ਜਿਵੇਂ ਅਵਤਾਰ ਸਿੰਘ ਜੀ ਹੈਗੇ, ਜਿਹੜੇ ਉੱਥੋਂ ਪੜ੍ਹੇ ਵੀ ਹੈਗੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਤੋਂ, ਜਾਂ ਗਗਨ ਹੈਗਾ ਜਿੱਥੇ ਪੜ੍ਹਿਆ ਹੋਇਆ, ਉਹਨਾਂ ਤੋਂ ਅਸੀਂ ਕੋਈ ਨਵੇਂ ਜਿਹੜੀ ਟੈਕਨੋਲੋਜੀ ਹੈਗੀ, ਨਵੇਂ ਜਿਹੜੇ ਪ੍ਰੋਸੈਸਸ ਹੈਗੇ, ਉਹਨਾਂ ਨੂੰ ਅਸੀਂ ਇੱਕ ਜਗ੍ਹਾ ਤੇ ਕੋਲੇਟ ਕਰੀਏ, ਠੀਕ ਹੈ। ਦੋ ਚੀਜ਼ਾਂ ਹੈਗੀਆਂ ਇਹਦੇ ਵਿੱਚ, ਇੱਕ ਤੇ ਜਿਹੜੇ ਆਲਰੇਡੀ ਲੋਕਾਂ ਨੇ ਜਿਹੜੇ ਤਰੀਕੇ ਅਪਣਾਏ ਹੋਏ ਨੇ ਉਹ ਕਾਮਯਾਬ ਨੇ, ਉਹਨਾਂ ਨੂੰ ਪਲੇਟਫਾਰਮ ਤੇ ਲੈ ਕੇ ਆਈਏ। ਦੂਜਾ ਇਹ ਕਿ ਜਿਹੜੇ ਹਾਲੇ ਅਪਲਾਈ ਨਹੀਂ ਗਏ, ਹਾਲੇ ਡਿਸਕਵਰ ਨਹੀਂ ਹੋਏ, ਉਹਨਾਂ ਨੂੰ ਅਸੀਂ ਸਟੱਡੀ ਜਾਂ ਰਿਸਰਚ ਕਰਕੇ ਦੇਖੀਏ ਕਿ ਉਹ ਕੀ ਅਸੀਂ ਅਪਣਾ ਸਕਦੇ ਹਾਂ ਉਹਨਾਂ ਨੂੰ, ਠੀਕ ਹੈ, ਉਹਨਾਂ ਆਈਡੀਆਜ਼ ਨੂੰ ਪ੍ਰੋਸੈਸਿੰਗ ਤੇ ਮਾਰਕੀਟਿੰਗ ਦੇ ਲਈ। ਉਸ ਤੋਂ ਬਾਅਦ ਅਸੀਂ ਛੋਟੇ ਪ੍ਰੋਜੈਕਟਸ ਕਰੀਏ ਜਿਹਦੇ ਵਿੱਚ ਆਪਾਂ ਜਿਹੜੇ ਪ੍ਰੋਬਲਮਸ ਹੈਗੀਆਂ, ਜਿਵੇਂ ਫੋਰ ਐਗਜ਼ਾਮਪਲ ਕਿ ਕਿਹੜੇ ਚੀਜ਼ਾਂ ਦੀ ਕਿਸ ਤਰ੍ਹਾਂ ਦੀ ਆਪਾਂ ਪ੍ਰੋਡਕਸ਼ਨ ਕਰਨੀ ਹੈ, ਕਿਸ ਤਰ੍ਹਾਂ ਦੀ ਉਹਦੀ ਮਾਰਕੀਟਿੰਗ ਕਰਨੀ ਹੈ, ਉਹਦੇ ਆਪਾਂ ਛੋਟੇ ਪ੍ਰੋਜੈਕਟਸ ਬਣਾਈਏ। ਉਹਦੇ ਵਿੱਚ ਅਸੀਂ ਜਿਵੇਂ ਡਾਕਟਰ ਖੁਸ਼ ਹੈਗੇ ਜਾਂ ਫੈਪਰੋ ਤੁਹਾਡੀ ਆਰਗੇਨਾਈਜੇਸ਼ਨ ਹੈਗੀ ਹੈ, ਜਾਂ ਦੇਵਿੰਦਰ ਸ਼ਰਮਾ ਵਰਗੇ ਜਿਹੜੇ ਬੰਦੇ ਹੈਗੇ, ਉਹਨਾਂ ਨੂੰ ਅਸੀਂ ਕੋਲੇਟ ਕਰਕੇ ਇੱਕ ਜਗ੍ਹਾ ਦੇ ਪਲੇਟਫਾਰਮ ਤੇ ਲੈ ਕੇ ਆਈਏ। ਐਂਡ ਦਿਸ ਇਜ਼ ਆਲ ਕਮਸ ਅੰਡਰ NGO ਓਨਲੀ, ਦਿਸ ਆਲ ਕਮਸ ਅੰਡਰ NGO, ਜਿਹਦੇ ਵਿੱਚ ਸਾਡਾ ਆਪਣਾ ਕੋਈ ਮੋਟਿਵ ਨਹੀਂ ਹੈ ਕਿ ਅਸੀਂ ਇਹਦੇ ਵਿੱਚ ਪ੍ਰੋਫਿਟ ਕਮਾਉਣਾ ਹੈ। ਸਾਡਾ ਮੇਨ ਮੋਟਿਵ ਹੈ ਕਿ ਅਸੀਂ ਨੌਲੇਜ ਇੱਕ ਜਗ੍ਹਾ ਤੇ ਇਕੱਠੀ ਕਰਨੀ ਹੈ। ਇੱਕ ਵਾਰੀ ਨੌਲੇਜ ਇਕੱਠੀ ਹੋ ਗਈ, ਉਸ ਤੋਂ ਬਾਅਦ ਸਾਡਾ ਨੈਕਸਟ ਜਿਹੜਾ ਹੋਣਾ ਚਾਹੀਦਾ ਕਿ ਉਸ ਨੌਲੇਜ ਨੂੰ ਅਸੀਂ ਕਿਵੇਂ ਲੋਕਾਂ ਨੂੰ ਕਮਿਊਨੀਕੇਟ ਕਰਨਾ ਹੈ। ਉਹ ਭਾਵੇਂ ਅਸੀਂ ਗ੍ਰਾਮ ਸਭਾ ਦੇ ਰਾਹੀਂ ਲੋਕਾਂ ਨੂੰ ਕਮਿਊਨੀਕੇਟ ਕਰੀਏ, ਭਾਵੇਂ ਅਸੀਂ ਇਵੈਂਟ ਆਰਗੇਨਾਈਜ਼ ਕਰੀਏ, ਭਾਵੇਂ ਕੰਪੀਟੀਸ਼ਨ ਆਰਗੇਨਾਈਜ਼ ਕਰੀਏ ਲੋਕਾਂ ਦੇ। ਇੱਕ ਇਹ ਵੀ ਆਈਡੀਆ ਸੀ ਕਿ ਅਸੀਂ ਲੋਕਾਂ ਦੇ ਵਿੱਚ ਮਤਲਬ ਆਪਾਂ ਥੋੜਾ ਬਜਟ ਇਕੱਠਾ ਕਰਕੇ 20,000 25,000 ਦਾ ਕੋਈ ਪ੍ਰਾਈਜ਼ ਰੱਖੀਏ ਕਿ ਹਾਂ ਤੁਸੀਂ 2 ਪਿੰਡ ਹੈਗੇ, ਅਗਲੇ 6 ਮਹੀਨੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕੋਈ ਜੇ ਆਰਗੈਨਿਕ ਫਾਰਮਿੰਗ ਵਿੱਚ ਜਾਂਦੇ ਹੋ ਤੇ ਤੁਸੀਂ ਕਿਸ ਤਰ੍ਹਾਂ ਆਪਣਾ ਕੰਪੀਟੀਸ਼ਨ ਕਰਕੇ ਸਾਨੂੰ ਦੱਸੋ, ਜਿਸ ਦੇ ਸਭ ਤੋਂ ਜ਼ਿਆਦਾ ਪੈਦਾਵਾਰ ਹੁੰਦੀ ਹੈ ਜਾਂ ਜਿਸ ਤੋਂ ਸਭ ਤੋਂ ਜ਼ਿਆਦਾ ਜਿਹਦੀ ਪ੍ਰੋਡਕਸ਼ਨ ਹੁੰਦੀ ਹੈ ਉਹ ਕੰਪੀਟੀਸ਼ਨ ਜਿੱਤੂਗਾ। ਤੇ ਇਸ ਤਰ੍ਹਾਂ ਅਸੀਂ ਆਪਣਾ ਇੱਕ ਇਨੀਸ਼ੀਏਟਿਵ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਨੂੰ ਕੋਰ ਪ੍ਰਿੰਸੀਪਲ ਜਿਹੜੇ ਸਾਡੇ ਫਲਸਫੇ ਹੈਗੇ ਉਹ ਬੜੇ ਕਲੀਅਰ ਹੋਣੇ ਚਾਹੀਦੇ ਕਿ ਹੈ ਕੀ ਸਾਡਾ ਫਲਸਫਾ, ਮਤਲਬ ਮੇਨਲੀ ਆਪਾਂ ਕਿਉਂ ਹੈਗੇ, ਕਿਉਂਕਿ ਅਸੀਂ ਪੰਜਾਬ ਦੀ ਬਿਹਤਰੀ ਚਾਹੁੰਦੇ ਹਾਂ ਤੇ ਸਾਡਾ ਪ੍ਰੋਫਿਟ ਦਾ ਕੋਈ ਮਤਲਬ ਨਹੀਂ ਹੈ। ਸਾਡਾ ਅਨਬਾਇਸਡ ਹੈ, ਕਿਸੇ ਵੀ ਕਮਿਊਨਿਟੀ, ਰਿਲੀਜਨ, ਜੈਂਡਰ ਉਸ ਤੋਂ ਅਨਬਾਇਸਡ ਹੈ। ਵੀ ਸ਼ੁੱਡ ਬੀ ਨਿਊਟਰਲ ਟੂ ਐਵਰੀਬਡੀ। ਫਿਰ ਉਸ ਤੋਂ ਬਾਅਦ ਵੀ ਅਸੀਂ ਕੋਈ ਆਈਡੀਓਲੋਜੀ ਨਹੀਂ ਅਸੀਂ ਆਪਣੀ ਥੋਪਦੇ ਕਿਸੇ ਦੇ ਉੱਪਰ ਕਿ ਰਾਈਟ ਹੈ, ਲੈਫਟ ਹੈ, ਕੀ ਹੋ ਰਿਹਾ। ਸਾਡਾ ਮੇਨ ਮਕਸਦ ਹੈ ਕਿ ਕਿਸਾਨੀ ਦੀ ਸੋਲੂਸ਼ਨ ਪ੍ਰੋਬਲਮ ਸੋਲਵ ਕਰਨੀ ਹੈ। ਇਹਦੇ ਵਿੱਚ ਕੋਈ ਵੱਖਵਾਦੀ ਹੈ ਕੋਈ ਨਹੀਂ ਹੈ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਮਤਲਬ ਇਹਦੇ ਵਿੱਚ ਸਿਰਫ ਇੰਟੈਂਸ਼ਨ ਇਹ ਹੈ ਕਿ ਅਸੀਂ ਕਿਸਾਨ ਦੀ ਹੈਲਪ ਕਰੀਏ ਕਿਸੇ ਤਰ੍ਹਾਂ। ਤੇ ਦੂਜਾ ਆਪਣੇ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਹਾਂ, ਸਾਡੀ ਇੱਕ ਦੂਜੇ ਦੀ ਰਿਸਪੈਕਟ ਹੋਵੇ ਇੱਕ ਦੂਜੇ ਨਾਲ। ਮਤਲਬ ਕੋਈ ਆਪਾਂ ਇੰਡੀਵਿਜੂਅਲੀ ਜੇ ਕੋਈ ਰੰਜਿਸ਼ ਵੀ ਹੈਗੀ ਤਾਂ ਆਪਾਂ ਉਹਨੂੰ ਮਿਸਅੰਡਰਸਟੈਂਡਿੰਗ ਨੂੰ ਸੋਲਵ ਕਰੀਏ। ਤੇ ਇਹ 2-3 ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਕਰ ਸਕਦੇ ਹਾਂ। ਇੱਕ ਲਾਸਟ ਚੀਜ਼ ਮੈਂ 5 ਮਿੰਟ ਹੋਰ ਲਵਾਂਗਾ ਕਿ ਸਾਡੇ ਕੋਲ ਜਿਹੜਾ ਵੀ ਮਾਡਲ ਆਪਾਂ ਬਣਾਵਾਂਗੇ ਉਹਦੇ ਵਿੱਚ ਸਾਡੇ ਕੋਲ 4 ਜਿਹੜੇ ਪੈਰਾਮੀਟਰ ਹੈਗੇ ਉਹ ਸਾਨੂੰ ਦੇਖਣੇ ਪੈਣੇ। ਇੱਕ ਹੈਗਾ ਕਿ ਆਪਾਂ ਪ੍ਰਮੋਟ ਕਿਵੇਂ ਕਰਨਾ ਹੈ ਆਪਣਾ ਕੋਈ ਵੀ, ਜਿਵੇਂ ਹੁਣ ਫੈਪਰੋ ਹੈਗਾ, ਫੈਪਰੋ ਨੂੰ ਕਿਵੇਂ ਪ੍ਰਮੋਟ ਕਰਨਾ ਹੈ, ਉਹਦੀ ਬ੍ਰਾਂਡ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਕਿ ਹਾਂ ਉਹ ਹਨੀ ਬਣਾਉਂਦਾ ਤੇ ਹਨੀ ਜਿਹੜੀ ਹੈ ਉਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਅਸੀਂ ਪ੍ਰਚਾਰ ਕਰ ਸਕਦੇ ਹਾਂ, ਕਿਸ ਤਰ੍ਹਾਂ ਟੈਕਨੋਲੋਜੀ ਨਾਲ ਉਹਨੂੰ ਇਨੇਬਲ ਕਰ ਸਕਦੇ ਹਾਂ। ਫਿਰ ਐਜੂਕੇਟ ਇਜ਼ ਨਾਟ ਫॉर ਪ੍ਰੋਫਿਟ ਪਰਪਸ ਬਟ ਬੇਸਿਕਲੀ ਕਿ NRI ਨੂੰ ਐਜੂਕੇਟ ਕਰੀਏ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਗਰੁੱਪ ਬਣਾ ਸਕਦੇ ਹੋ, ਕਿਸ ਤਰ੍ਹਾਂ ਸਟੂਡੈਂਟਸ ਦੇ ਗਰੁੱਪ ਬਣਾ ਸਕਦੇ ਹੋ, ਪਿੰਡ ਵਾਲਿਆਂ ਦੇ ਗਰੁੱਪ ਬਣਾ ਸਕਦੇ ਹੋ। ਤੇ ਤੁਸੀਂ ਉਹਨੂੰ ਸਪਾਂਸਰ ਕਰੋ। ਕੋਈ ਛੋਟੇ ਏਕੜ ਦੇ 4-5 ਏਕੜ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਤੁਸੀਂ ਸਪਾਂਸਰ ਕਰੋ 1 ਸਾਲ ਦੇ। ਤੁਸੀਂ ਮੀਨਸ NRI ਸਪਾਂਸਰ ਕਰਨ 1 ਸਾਲ ਵਾਸਤੇ ਐਂਡ ਦੇਖਣ ਕਿ whether they can sustain with the organic farming। ਉਸ ਤੋਂ ਬਾਅਦ ਇਨਵੋਲਵ ਕਰੋ, ਇਨਵੋਲਵ ਇਨ ਦਾ ਸੈਂਸ ਕਿ ਉਹਨਾਂ ਨੂੰ ਜਿਵੇਂ ਆਪਾਂ ਹੁਣ ਇਨਵੋਲਵ ਹੋ ਰਹੇ ਹਾਂ ਤੇ ਇਹਦੇ ਵਿੱਚ ਹੋਰ ਨਵੇਂ ਆਈਡੀਆਜ਼ ਹੋਣਗੇ। ਹੋ ਸਕਦਾ ਕਿ ਸਾਡੇ ਤੋਂ ਹੋਰ ਵੀ ਜਿਹੜੇ ਜਾਗਰੂਕ ਬੰਦੇ ਹੋਣ, ਉਹ ਵੀ ਜ਼ਿਆਦਾ
ਐਕਸਾਈਟਡ ਬੰਦੇ ਹੋਣ ਕਿ ਜਿਹੜੇ ਕਿ ਹੋਰ ਨਵੇਂ ਆਈਡੀਆਜ਼ ਲੈ ਕੇ ਆਉਣ ਤੇ ਅਸੀਂ ਉਹਨਾਂ ਨੂੰ ਇਨਵੋਲਵ ਕਰੀਏ। ਉਸ ਤੋਂ ਬਾਅਦ ਇਵੋਲਵ ਇਨ ਦਾ ਸੈਂਸ ਕਿ ਅਸੀਂ ਜਿਹੜੀ ਵੀ ਸਾਡੀ ਸਪਲਾਈ ਚੇਨ ਹੈ ਉਹਨੂੰ ਕਿਵੇਂ ਅਸੀਂ ਇੰਪਰੂਵ ਕਰਨਾ ਹੈ। ਨਵੀਂ ਫਾਰਮਿੰਗ ਟੈਕਨੋਲੋਜੀ ਮੈਂ ਦੇਖ ਰਿਹਾ ਸੀ ਕਿ ਉੱਥੇ ਸਾਊਥ ਦੇ ਵਿੱਚ ਕਈ ਸਾਰੇ ਜਿਹੜੇ ਸਮਾਰਟ ਡਿਵਾਈਸਿਸ ਹੈਗੇ ਤੁਹਾਡੇ ਆਟੋਮੈਟਿਕਲੀ ਨਵੀਂ ਜਿਹੜੀ ਹੁੰਦੀ ਹੈ ਉਹਦੀ ਆਪਣੇ ਖੇਤਾਂ ਦੀ ਉਹਦੇ ਅਕੋਰਡਿੰਗ ਆਲਰੇਡੀ ਉਹਨੂੰ ਡਿਟੈਕਟ ਕਰ ਲੈਂਦਾ ਉਹ ਸੈਂਸਰ ਤੇ ਉਹਦੇ ਹਿਸਾਬ ਨਾਲ ਫਿਰ ਉਹਨੂੰ ਪਾਣੀ ਦਿੰਦਾ ਆਟੋਮੈਟਿਕਲੀ। ਇਹਦੇ ਵਿੱਚ ਬੰਦੇ ਨੂੰ ਆਪ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ, ਉਹ ਸੈਂਸਰ ਹੀ ਉਹਨੂੰ ਡਿਟੈਕਟ ਕਰਕੇ ਪਾਣੀ ਦਿੰਦਾ ਹੈ। ਇੱਕ ਸਮਸਤੀਪੁਰ ਬਿਹਾਰ ਦੇ ਵਿੱਚ ਇੱਕ ਬੰਦੇ ਨੇ ਬਹੁਤ ਸੋਹਣਾ ਉਹਨੇ ਆਪਣਾ ਫਾਰਮਿੰਗ ਬਣਾਇਆ ਹੋਇਆ, ਖੇਤ ਬਣਾਏ ਹੋਏ ਨੇ ਜਿਹਦੇ ਵਿੱਚ ਸਭ ਕੁਝ ਆਟੋਮੇਟਡ ਹੈ, ਸੈਂਟਰਲਾਈਜ਼ਡ ਕੀਤਾ ਹੋਇਆ ਉਹਨੇ। ਤੇ ਇਸ ਤਰ੍ਹਾਂ ਦੇ ਜਿਹੜੇ ਨਵੇਂ ਆਈਡੀਆਜ਼ ਹੈਗੇ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਇੱਕ ਜਗ੍ਹਾ ਤੇ ਲੈ ਕੇ ਆਈਏ। ਐਂਡ ਲਾਸਟ ਚੀਜ਼ ਮੈਂ 2 ਮਿੰਟ ਲਵਾਂਗਾ ਕਿ ਇਹਦੇ ਵਿੱਚ ਆਪਾਂ ਨੈਕਸਟ ਸਟੈਪ ਕੀ ਕਰੀਏ ਕਿ ਪਹਿਲਾਂ ਆਪਾਂ ਬੇਸਲਾਈਨ ਕਰ ਲਈਏ ਕਿ ਸਾਡਾ ਆਬਜੈਕਟਿਵ ਕੀ ਹੈ, ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ। ਉਸ ਤੋਂ ਬਾਅਦ ਆਰਗੇਨਾਈਜੇਸ਼ਨ ਪ੍ਰਿੰਸੀਪਲ ਜਿਵੇਂ ਇਹਨੇ ਕਰਨਵੀਰ ਨੇ ਬਣਾਇਆ ਤੇ ਉਹਦੇ ਉੱਪਰ ਆਪਾਂ ਉਹਨੂੰ ਫਾਰਮਲਾਈਜ਼ ਕਰੀਏ। ਫਿਰ ਉਸ ਤੋਂ ਬਾਅਦ ਜਿਹੜੀ ਵੀ ਪ੍ਰੋਬਲਮਸ ਹੈਗੀਆਂ ਪੰਜਾਬ ਦੀ ਹੁਣ ਇਸ ਵੇਲੇ ਖੇਤੀ ਦੇ ਸੰਬੰਧਿਤ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਇਕੱਠਾ ਕਰੀਏ ਤੇ ਉਹਨੂੰ ਪ੍ਰਾਇੋਰਟਾਈਜ਼ ਕਰੀਏ ਕਿਹੜੇ ਪ੍ਰੋਬਲਮ ਨੂੰ ਅਸੀਂ ਪਹਿਲੇ ਸੋਲਵ ਕਰਨਾ ਹੈ, ਫਿਰ ਉਹਦੇ ਸੋਲੂਸ਼ਨ ਦੇਖਣਾ ਹੈ ਕਿ ਕੰਪੀਟੀਸ਼ਨ ਰੱਖੀਏ ਪਿੰਡਾਂ ਦੇ ਨਾਲ। ਮੈਗਜ਼ੀਨ ਤੇ ਜਿਵੇਂ ਆਪਣਾ ਇਹ ਪਰਮਜੀਤ ਜੀ ਮੈਗਜ਼ੀਨ ਚਲਾਈ ਇਹਨਾਂ ਨੇ ਤੇ ਇਸ ਮੈਗਜ਼ੀਨ ਦੇ ਅੰਦਰ ਅਸੀਂ ਆਰਟੀਕਲਸ ਪਾਉਣ ਲਈ ਲੋਕਾਂ ਦੇ ਵਿੱਚ ਅਸੀਂ ਕੰਪੀਟੀਸ਼ਨ ਆਰਗੇਨਾਈਜ਼ ਕਰਾਈਏ ਤੇ ਇਸ ਤਰ੍ਹਾਂ ਦੀ ਅਸੀਂ ਚੀਜ਼ਾਂ ਪ੍ਰਮੋਟ ਕਰੀਏ। ਫਿਰ ਆਪਾਂ ਇੱਕ ਵੈਬਸਾਈਟ ਦੇ ਉੱਪਰ ਐਵਰੀਥਿੰਗ ਜਿੰਨਾ ਵੀ ਕੁਝ ਹੈ ਉਹ ਖੇਤੀ ਦੇ ਸੰਬੰਧਿਤ ਸਾਰੀ ਜਗ੍ਹਾ ਤੇ ਇੱਕ ਵੈਬਸਾਈਟ ਦੇ ਉੱਪਰ ਪਾ ਦਈਏ। ਤੇ ਮਤਲਬ ਇਹ ਥੋੜੇ ਜਿਹੇ ਆਈਡੀਆ ਸੀਗੇ ਮੇਰੇ ਮਤਲਬ ਟੂ ਸਟਾਰਟ। ਕਿਉਂਕਿ ਤੁਸੀਂ NGO ਦੀ ਗੱਲ ਕੀਤੀ ਹੈ ਤਾਂ ਮੈਂ ਇਹ ਗੱਲ ਲੈ ਕੇ ਆਇਆ, ਅਦਰਵਾਈਜ਼ ਮੈਂ ਲੈ ਕੇ ਨਹੀਂ ਆ ਰਿਹਾ ਸੀਗਾ ਬਿਕੋਜ਼ ਮੈਂ ਫੈਪਰੋ ਤੇ NGO ਨੂੰ ਵੱਖਰੇ ਰੱਖ ਰਿਹਾ ਸੀਗਾ ਬਿਕੋਜ਼ ਆਈ ਡੋਨਟ ਵਾਂਟ ਟੂ ਮਿਕਸ ਦ 2 ਥਿੰਗਸ। ਤੇ ਹੁਣ ਮੈਂ ਚੁੱਪ ਹੋ ਜਾਣਾ ਤੇ ਆਈ ਲੀਵ ਦ ਫਲੋਰ ਓਪਨ ਟੂ ਐਨੀ ਕੁਐਸਚਨਸ। ਹਾਂਜੀ ਥੈਂਕ ਯੂ ਬਹੁਤ ਅੱਛਾ ਜੀ, ਬਹੁਤ ਅੱਛਾ ਆਈਡੀਆ। ਤੇ ਅਕੋਰਡਿੰਗ ਟੂ ਜੋ ਅੱਜ ਸਮੇਂ ਦੀ ਮੰਗ ਆ ਉਹ NGO ਆ। ਹਜੇ ਤੱਕ ਚਲੋ ਫੈਪਰੋ ਵੀ NGO ਵਿੱਚ ਜਾ ਸਕਦੀ ਬਟ ਨਹੀਂ ਇੱਥੇ ਹੀ ਸਲਾਹ ਹੋਈ ਆ ਵੀ ਕਿਉਂਕਿ ਯੰਗ ਟਰਕ ਨਵਾਂ ਪੋਟੈਂਸ਼ੀਅਲ ਤੇ ਜਿੰਨਾ ਇਨਕਰੇਜਮੈਂਟ ਹੋ ਕੇ ਚੱਲੇਗਾ ਉਹ ਤੁਸੀਂ ਸਮੇਂ ਦੇ ਹਾਣੀ ਹੋ। ਤੇ ਇਹਦੇ ਵਿੱਚੋਂ NGO ਦਾ ਆਈਡੀਆ ਜਿਹੜਾ ਸੀ ਉਹ ਨਿਕਲਿਆ ਸੀ। ਹੋਰ ਕੋਈ ਵੀਰ, ਹੋਰ ਕੋਈ ਪਾਰਟਿਸਪੈਂਟ? ਇੱਕ ਨਾ ਜੀ ਚੇਤਨ ਜੀ ਜੁਆਇਨ ਕਰ ਰਹੇ ਆ, ਮਾੜਾ ਕੁਲਦੀਪ ਸਿੰਘ ਨੂੰ ਕਿਉਂ ਵੀ ਜੁਆਇਨ ਕਰਾ ਲੈਣ, ਉਹ ਮੈਨੂੰ ਲੱਗਦਾ 2 ਵਾਰੀ ਟਰਾਈ ਕਰ ਚੁੱਕੇ ਆ। ਕੁਲਦੀਪ ਜੀ? ਹਾਂਜੀ ਕਰਾਉਣਾ ਜੀ, ਮੈਂ ਹੋਸਟ ਨਹੀਂ ਸੀਗਾ ਨਾ। ਅੱਛਾ ਧੰਨਵਾਦ, ਕੋਈ ਗੱਲ ਨਹੀਂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਵੀ ਆਪਣੇ ਕਮੈਂਟਸ ਦਿੰਦਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਮੈਂ ਕਰਨਦੀਪ ਬੋਲ ਰਿਹਾ। ਤਾਂ ਮੇਰੇ ਹਿਸਾਬ ਦੇ ਨਾਲ ਆਪਾਂ ਇਹ NGO ਇੱਕ ਸੈਪਰੇਟ ਐਂਟੀਟੀ ਬਣਾਈਏ ਐਜ਼ ਕੰਪੇਅਰ ਟੂ ਫੈਪਰੋ, ਕਿਉਂਕਿ ਫੈਪਰੋ ਜਿਹੜੀ ਹੈ ਆਲਰੇਡੀ ਐਸਟੈਬਲਿਸ਼ ਹੋ ਚੁੱਕੀ ਆ। ਉਹਦੇ ਬੋਰਡ ਆਫ ਡਾਇਰੈਕਟਰਸ ਹੈਗੇ ਨੇ ਐਂਡ ਉਹਨਾਂ ਦੇ ਉਹ ਆਪਣੇ ਹਿਸਾਬ ਦੇ ਨਾਲ ਆਪਰੇਸ਼ਨ ਮੈਨੇਜ ਕਰ ਰਹੇ ਨੇ। ਔਰ ਨਾ ਬੇਸਿਕਲੀ ਆਪਾਂ ਕੀ ਕਰਨਾ ਹੈ, ਜਿਹੜਾ ਫੈਪਰੋ ਦਾ ਮਾਡਲ ਆ ਨਾ ਉਸ ਮਾਡਲ ਨੂੰ ਆਪਾਂ ਬਾਕੀ ਡਿਸਟ੍ਰਿਕਟ ਦੇ ਵਿੱਚ ਰੈਪਲੀਕੇਟ ਕਰਨਾ ਆ। ਤਾਂ ਉਹ ਰੈਪਲੀਕੇਟ ਕੌਣ ਕਰੇਗੀ? ਆਪਾਂ ਜਿਹੜੀ ਸੈਪਰੇਟ NGO ਬਣਾ ਰਹੇ ਹਾਂ ਉਹ NGO ਦਾ ਕੀ ਸਟਰਕਚਰ ਰਹੇਗਾ ਨਾ, ਕੀ ਉਹਦੀ ਵੈਲਿਊਜ਼ ਰਹਿਣੀਆਂ, ਉਹ ਜਿਹੜਾ ਰਮਨਪਾਲ ਜੀ ਹੁਣਾਂ ਨੇ ਦੱਸਿਆ ਉਸ ਲਾਈਨ ਦੇ ਉੱਤੇ ਵੀ ਆਪਾਂ ਕਰ ਸਕਦੇ ਹਾਂ, ਉਹਦਾ ਸਟਰਕਚਰ ਡਿਸਾਈਡ ਕਰ ਸਕਦੇ ਹਾਂ। ਪਰ ਮੇਨਲੀ ਕੀ ਹੈ, ਜਿਹੜੀ ਆਪਣੀ NGO ਆਪਾਂ ਬਣਾ ਰਹੇ ਹਾਂ ਇਹਦਾ ਜਿਹੜਾ ਦਾਇਰਾ ਆ ਉਹ ਵੱਡਾ ਰਹੇਗਾ। ਦਾਇਰਾ ਉਹਦਾ ਵੱਡਾ, ਇਹ ਜਿੱਦਾਂ ਉਹਦੇ ਵਿੱਚ ਵੱਡੇ ਵਿੱਚ ਆਪਾਂ ਪਹਿਲਾਂ ਪ੍ਰੋਡਕਸ਼ਨ ਸਾਈਡ ਦੇ ਉੱਤੇ ਗੁੱਡ ਗਰੋ ਟੈਕਨੀਕ ਨੂੰ ਫੈਲਾਵਾਂਗੇ। ਜਿੱਦਾਂ ਪ੍ਰੋਡਕਸ਼ਨ ਸਾਈਡ ਜਿਹੜੀ ਪ੍ਰੋਬਲਮ ਨੂੰ ਆਪਾਂ ਸੋਲਵ ਕਰ ਰਹੇ ਹਾਂ ਤਾਂ ਆਪਾਂ ਮੇਕ ਸ਼ੋਰ ਕਰਨਾ ਪਈ ਗੁੱਡ ਗਰੋ ਟੈਕਨੀਕ ਨੂੰ ਸਾਰੇ ਪੰਜਾਬ ਦੇ ਵਿੱਚ ਫਾਰਮਰਸ ਉਹਨੂੰ ਅਪਣਾਉਣ, ਹੈ ਨਾ। ਪੈਰਲਲੀ ਫਿਰ ਆਪਾਂ ਪ੍ਰੋਸੈਸਿੰਗ ਐਂਡ ਮਾਰਕੀਟਿੰਗ ਸਾਈਡ ਦੇ ਉੱਤੇ ਕੰਮ ਕਰ ਰਹੇ ਹਾਂ। ਤਾਂ ਉਸ ਤੋਂ ਬਾਅਦ ਫਿਰ ਆਪਾਂ ਟਾਰਗੇਟ ਕਰ ਸਕਦੇ ਹਾਂ ਵੀ ਚਲੋ ਠੀਕ ਹੈ ਜੀ, ਹੁਣ ਆਪਾਂ ਫੈਪਰੋ ਵਾਲਾ ਮਾਡਲ ਆ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਸਕਸੈਸਫੁਲ ਹੋਇਆ, ਇਸੇ ਮਾਡਲ ਨੂੰ ਆਪਾਂ ਪੰਜਾਬ ਦੇ ਜਿਹੜੇ ਬਾਕੀ ਡਿਸਟ੍ਰਿਕਟਸ ਨੇ ਉਹਨਾਂ ਵਿੱਚ ਰੈਪਲੀਕੇਟ ਕਰਵਾਈਏ। ਸਾਡੀ ਬੇਸਿਕਲੀ NGO ਦਾ ਜਿਹੜਾ ਏਜੰਡਾ ਆ ਇਹ ਥੋੜਾ ਬਰੋਡਰ ਰਹੇਗਾ। ਇਹਦੇ ਨਾਲ ਕੀ ਹੋਏਗਾ, ਜੇ ਆਪਾਂ ਫੈਪਰੋ ਦੇ ਵਿੱਚ ਆ ਕੇ ਮਿਕਸ ਹੁੰਦੇ ਆ ਨਾ ਫਿਰ ਮਤਲਬ ਥੋੜਾ ਜਿਹਾ ਆਪਾਂ ਨੂੰ ਉਹਦੇ ਵਿੱਚ ਕਨਫਿਊਜ਼ਨ ਹੋ ਜਾਏਗਾ ਬਈ ਹਾਂ, ਕਿਉਂਕਿ ਫੈਪਰੋ ਆਪਣੇ ਏਜੰਡੇ ਦੇ ਹਿਸਾਬ ਦੇ ਨਾਲ ਉਹ ਚੱਲ ਰਹੀ ਆ, ਉਹ ਲੋਕਲੀ ਆਪਣਾ ਸਾਰਾ ਉਹ ਕੰਮ ਕਰ ਰਹੇ ਆ। ਆਪਾਂ ਉਹਨਾਂ ਨਾਲ ਕੋਲੈਬੋਰੇਟ ਕਰ ਸਕਦੇ ਹਾਂ, ਉਹਨਾਂ ਦਾ ਐਕਸਪੀਰੀਅੰਸ ਜਿੱਥੇ ਹੈ ਨਾ ਉਹ ਇਨਪੁਟ ਚਾਹੀਦੀ ਆ, ਐਕਸਪੀਰੀਅੰਸ ਆ ਉਹਨਾਂ ਦਾ ਔਨ ਗਰਾਊਂਡ ਦੇ ਉੱਤੇ, ਉਹ ਸਾਰੀਆਂ ਆਪਾਂ ਇਨਪੁਟਸ ਹਮੇਸ਼ਾ ਲੈ ਸਕਦੇ ਹਾਂ। ਪਰ ਆਪਣੀ NGO ਐਂਟੀਟੀ ਆਪਾਂ ਇੱਕ ਅਲੱਗ ਰੱਖੀਏ, ਉਹਦਾ ਮਕਸਦ, ਉਹਦਾ ਵਿਜ਼ਨ, ਉਹਦਾ ਮਿਸ਼ਨ ਉਹ ਇੱਕ ਬਰੋਡਰ ਰਹੇਗਾ, ਜਿਹੜਾ ਮੇਨ ਉਹਦਾ ਇਹੀ ਰਹੇਗਾ ਵੀ ਹਾਂ ਅਲਟੀਮੇਟਲੀ ਫਾਰਮਰਸ ਦੀ ਹੈਲਪ ਹੋਵੇ।
ਬਿਲਕੁਲ ਇੱਕ ਠੀਕ ਤਰ੍ਹਾਂ ਦਾ ਪਲੇਟਫਾਰਮ ਹੋ ਗਿਆ ਜਿਹਦੇ ਹਾਂ ਜਿਹਦੇ ਸਿਰਫ ਫੈਪਰੋ ਨਹੀਂ ਹੈ, ਉਹਦੇ ਵਿੱਚ ਹੋਰ ਵੀ ਜਿਵੇਂ ਹੋਰ ਵੀ ਬੜੇ ਹੈਗੇ, ਜਿਵੇਂ ਸੰਘੀ ਖਾਲਸਾ ਪਿੰਡ ਹੈਗਾ, ਉੱਥੇ ਕੋਆਪਰੇਟਿਵਸ ਹੋਏ ਕਈ ਸਾਰੇ, ਉਹਨਾਂ ਨੂੰ ਵੀ ਉੱਥੇ ਪਲੇਟਫਾਰਮ ਤੇ ਲੈ ਕੇ ਆਈਏ ਜਿੱਥੇ ਫੈਪਰੋ ਦਾ ਜਿਹੜਾ ਆਲਰੇਡੀ ਮਾਡਲ ਸਕਸੈਸਫੁਲ ਹੈ ਉਹ ਤਾਂ ਰੈਪਲੀਕੇਟ ਹੋਏਗਾ ਹੀ ਹੋਏਗਾ, ਹੋਰ ਵੀ ਜਿਹੜੇ ਕੋਆਪਰੇਟਿਵ ਹੋਏਗੇ ਉਹ ਵੀ ਉਸ ਪਲੇਟਫਾਰਮ ਤੇ ਆਉਣ। ਯੈਸ Exactly. ਬਿਲਕੁਲ ਬਿਲਕੁਲ ਜੀ। ਹਾਂਜੀ ਹਾਂਜੀ ਮੈਨੀ ਸਿੰਘ ਜੀ ਭਾਜੀ, ਹੈਲੋ। ਹਾਂਜੀ ਹਾਂਜੀ ਵੀਰ ਜੀ, ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ ਆ ਰਹੀ। ਹਾਂਜੀ ਓਕੇ, ਸੌਰੀ ਮੈਂ ਨਾ ਡਰਾਈਵ ਕਰ ਰਿਹਾ ਸੀਗਾ ਤੇ ਇਸ ਕਰਕੇ ਮਿਊਟ ਤੇ ਅੱਛਾ, ਪਾਇਆ ਅੱਛਾ। ਸੀਗਾ। ਹਾਂਜੀ ਮੈਂ ਬਿਲਕੁਲ ਇਹਨਾਂ ਨਾਲ ਰਮਨਪਾਲ ਭਾਜੀ ਨਾਲ ਬਹੁਤ ਸਹਿਮਤ ਹਾਂ, ਤੇ ਅਸੀਂ ਐਕਚੁਅਲੀ ਇਹੀ ਇਸੇ ਟੌਪਿਕ ਤੇ ਹੀ ਸਾਡਾ ਥਾਟ ਪ੍ਰੋਸੈਸ ਇੱਧਰਲੇ ਪਾਸੇ ਚੱਲ ਰਿਹਾ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਆਰਗੇਨਾਈਜ਼ ਕੀਤਾ ਜਾਵੇ, ਜਿਵੇਂ ਰਮਨਪਾਲ ਭਾਜੀ ਨੇ ਦੱਸਿਆ ਹੈਗਾ। ਸਹੀ ਤੇ ਸਹੀ। ਮੇਰਾ ਸਿਰਫ ਇੱਕੋ ਮੇਨ ਆਈ ਥਿੰਕ 2 ਇਹਦੀਆਂ ਚੈਲੰਜਸ ਮੈਨੂੰ ਨਜ਼ਰ ਆਉਂਦੇ ਨੇ ਸ਼ੁਰੂ ਤੋਂ ਹੀ, ਤੇ ਉਹਦਾ ਹੱਲ ਕੱਢਣ ਦੀ ਮੈਂ ਕੋਸ਼ਿਸ਼ ਕਰ ਰਿਹਾ, ਤੇ ਉਹਦੇ ਵਾਸਤੇ ਤੁਹਾਡੀ ਲੋੜ ਪੈਣੀ ਮੈਨੂੰ ਸਾਰਿਆਂ ਦੀ, ਕਿ ਜਦੋਂ ਇਹਦਾ ਜਿਹੜਾ ਪੈਰਿਸ਼ੇਬਲ ਵੈਜੀਟੇਬਲਸ ਹੈਗੀਆਂ ਨੇ ਉਹਦਾ ਟਾਈਮ ਟੂ ਟਾਈਮ ਮਤਲਬ ਬਾਇਰਸ ਕੋਲ ਕਿਵੇਂ ਪਹੁੰਚਾਇਆ ਜਾ ਸਕਦਾ, ਤੇ ਜਿਹੜੀ ਉਹਦੀ ਕੋਲਡ ਸਟੋਰੇਜ ਦੀ ਸਮੱਸਿਆ ਉਹ ਕਿਵੇਂ ਹੱਲ ਕੀਤੀ ਜਾ ਸਕਦੀ ਹੈ। ਤੇ ਦੂਜਾ ਸਭ ਤੋਂ ਵੱਡਾ ਚੈਲੰਜ ਮੇਰੇ ਨਜ਼ਰ 'ਚ ਇਹ ਆ ਰਿਹਾ ਹੈ ਕਿ ਇਹ ਜਿਹੜੇ 3 ਕਾਨੂੰਨ ਲੱਗੇ ਹੋਏ ਨੇ, ਚਲੋ ਜੋ ਰੱਬ ਭਲਾ ਕਰੇ ਇਹਦਾ ਕੰਮ ਠੀਕ ਹੋ ਜਾਵੇ, ਪਰ ਫਿਰ ਵੀ ਫਰਮ ਟਾਈਮ ਟੂ ਟਾਈਮ ਜਿਹੜੇ ਬਹੁਤ ਵੱਡੇ ਪੱਧਰ ਦੇ ਜਿਹੜੇ ਬਾਇਰਸ ਹੈਗੇ ਨੇ, ਸਟਾਕਰਸ ਹੈਗੇ ਨੇ ਜਿਹੜੇ, ਉਹ that comes as a challenge, that comes as a threat. So how do we, that's a second thing basically, ਪਰ ਪਹਿਲਾਂ ਆਪਾਂ ਇਸ ਚੀਜ਼ ਨੂੰ ਪਹਿਲਾਂ establish ਕਰੀਏ, ਉਹ ਨਾਲ ਦੇ ਨਾਲ ਮੇਰੇ ਖਿਆਲ ਹੱਲ ਉਹਦਾ ਵੀ ਨਿਕਲ ਆਉਣਾ ਚਾਹੀਦਾ ਹੈ। So I'm not too worried about that part. ਤੇ ਬਟ ਇਹੀ ਹੈਗਾ ਕਿ ਜੇ ਮਤਲਬ ਵੈਜੀਟੇਬਲਸ ਦੀ ਪ੍ਰੋਡਕਸ਼ਨ ਵੱਧਦੀ ਹੈਗੀ ਹੈ ਤੇ ਉਹਦੀ ਪੈਰਿਸ਼ੇਬਲ ਫਰੂਟਸ ਐਂਡ ਵੈਜੀਟੇਬਲਸ ਹੈਗੇ ਨੇ, ਉਹਨੂੰ ਸਪਲਾਈ ਚੇਨ ਉਹਦੀ ਕਿਵੇਂ ਸਟ੍ਰੀਮਲਾਈਨ ਕੀਤੀ ਜਾ ਸਕੇ ਕਿ ਉਹਦਾ ਵੇਸਟੇਜ ਮਿਨੀਮਾਈਜ਼ ਕੀਤੀ ਜਾਵੇ, ਹੈ ਨਾ। So that's one of the challenges that I was thinking about. ਹਾਂਜੀ ਹਾਂਜੀ ਹੋਰ ਕੋਈ ਵੀਰ ਕੋਈ ਗੱਲ, ਇਹ ਚੈਲੰਜਸ ਨੇ ਸਟਰਕਚਰ ਬਾਰੇ ਕੋਈ ਹੋਰ ਸੁਝਾਅ? ਹਾਂਜੀ ਉਹ ਨਾ ਇੱਕ ਵਿੱਚੋਂ ਆਪਣੇ ਮੈਸੇਜ ਆਇਆ ਸੀ ਰਮਨ ਜੀ, ਕਿਸਾਨੀ ਸੋਲਿਊਸ਼ਨ ਦੇ ਵਿੱਚ ਹੀ ਵੀ ਉਹ ਵੀਰ ਜੀ ਆਂਦੇ ਸੀ ਵੀ ਪੈਪਰੋ ਨੂੰ ਪਹਿਲਾਂ ਸਟੱਡੀ ਕਰੋ, ਉਹਨੂੰ ਦੇਖੋ, ਉਹਦੇ ਚੈਲੰਜ ਜਾਂ ਉਹਨੇ ਹੁਣ ਤੱਕ ਕੀ ਸਫ਼ਰ ਤੈਅ ਕੀਤਾ ਹੈਗਾ। ਤਾਂ ਉਹ ਮੈਂ ਚਮਨਲਾਲ ਜੀ ਤੁਹਾਨੂੰ ਬੇਨਤੀ ਕਰੂੰਗਾ ਵੀ ਜੇ ਤੁਸੀਂ ਥੋੜਾ ਜਿਹਾ ਉਹਦੇ ਬਾਰੇ ਬੈਕਗਰਾਊਂਡ ਬਾਰੇ ਦੱਸੋ ਵੀ ਉਹ ਕਿੱਥੋਂ ਤੱਕ ਦਾ ਸਫ਼ਰ ਤੈਅ ਕੀਤਾ, ਉਹ 'ਚ ਕੀ ਤੁਹਾਨੂੰ ਸਮੱਸਿਆਵਾਂ ਆਈਆਂ, ਫਿਰ ਆਪਾਂ ਜੇ ਗਾਂਹ ਵਾਲਾ ਵੀ ਵਧਾਂਗੇ ਨਾ ਉਹਦੇ 'ਚ ਇਹ ਤਜਰਬੇ ਕੰਮ ਆਉਣਗੇ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਇੱਕਦਮ ਤਾਂ ਬਣ ਨਹੀਂ ਜਾਂਦੀ। ਦੇਖੋ ਕਿੰਨੇ ਸਾਲ ਲੱਗੇ ਹੋਣਗੇ ਉਹਨੂੰ ਜਿਹੜਾ ਹੈਗਾ ਸਿਸਟਮ ਨੂੰ ਖੜਾ ਕਰਨ ਦੇ ਵਿੱਚ। ਤਾਂ ਜਿਹੜਾ ਗ੍ਰਾਮ ਸਭਾ ਵਾਲਾ ਕੰਸੈਪਟ ਆ ਇਹਦੇ ਵਿੱਚ ਵੀ ਅਸੀਂ NGO ਤਾਂ ਨਹੀਂ ਰੱਖੀਗੀ ਵੀ NGO ਦਾ ਛੋਟਾ ਦਾਇਰਾ ਹੁੰਦਾ ਹੈ, ਆਪਸ ਵਿੱਚ ਕਨਫਲਿਕਟ ਵੀ ਹੁੰਦੇ ਆ। ਹੋ ਸਕਦਾ ਸਾਨੂੰ ਕੱਲ ਨੂੰ ਆਉਣ ਵਾਲੇ ਟਾਈਮ 'ਚ 100 50 NGO ਨਾਲ ਵਾਹ ਪਵੇ ਤੇ ਅਸੀਂ ਇੱਕ ਟੀਮ ਬਿਲਡ ਕਰੀਏ ਪੰਜਾਬ ਦੀ, ਤੇ ਏਡੀ ਕੁ ਵੱਡੀ ਟੀਮ ਹੋਵੇ ਵੀ ਆਪਣੇ 'ਚ ਇੰਨੇ ਕੁਆਲੀਫਾਈਡ ਬੰਦੇ ਹੈਗੇ ਸਾਰੇ ਵੀ ਉਹਨਾਂ ਨੂੰ ਨਾਲ ਲੈ ਕੇ ਇੱਕ ਖੁੱਲਾ ਜਿਵੇਂ ਬਾਬੇ ਨਾਨਕ ਦਾ ਵਿਹੜਾ ਹੈਗਾ ਸਰਬੱਤ ਦੇ ਭਲੇ ਵਾਲਾ, ਵੀ ਉਹ ਵਿੱਚ ਹਰੇਕ ਦਾ ਕਮਰਾ ਅੱਡ ਸਜਾਇਆ ਹੋਇਆ, ਚਾਹੇ ਆਪਾਂ ਦੇਖ ਲਈਏ ਧਾਰਮਿਕ ਤੌਰ ਤੇ ਅੱਡ ਅਦਾਰੇ ਬਣੇ ਹੋਏ ਆ, ਬਟ ਵਿਹੜਾ ਇੱਕ ਹੀ ਹੈ। ਤਾਂ ਇਸ ਕਰਕੇ ਇੱਕ ਵੱਡੀ ਟੀਮ ਦਾ ਕੰਸੈਪਟ ਲੈ ਕੇ ਗ੍ਰਾਮ ਸਭਾ ਦਾ ਅਸੀਂ ਉਦੋਂ ਸ਼ੁਰੂ ਕੀਤਾ ਸੀਗਾ। ਤੇ ਫੈਪਰੋ ਦਾ ਤੁਸੀਂ ਥੋੜਾ ਜਿਹਾ ਸਾਨੂੰ ਜ਼ਰੂਰ ਚਾਨਣਾ ਪਾਓ ਜੀ ਉਹਦੇ ਬਾਰੇ, ਵੀ ਹੁਣ ਤੱਕ ਦਾ ਕੀ ਉਹਦਾ ਤੁਹਾਨੂੰ ਫੀਲ ਰਿਹਾ। ਹਾਂ ਦੇਖੋ ਫੈਪਰੋ ਬਾਰੇ ਅਸੀਂ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਤੇ ਅਸੀਂ ਸਟੱਡੀ ਕਰ ਲਿਆ ਸੀ ਵੀ ਪੰਜਾਬ ਦੇ ਵਿੱਚ ਕ੍ਰਾਈਸਿਸ ਆਉਣੇ ਵਾਲੇ ਆ, ਜੋ ਪਾਲਿਸੀ ਗਵਰਨਮੈਂਟ ਦੀ ਚੱਲ ਰਹੀ ਸੀ ਉਹਦੇ ਬੇਸ ਉੱਤੇ ਅਸੀਂ ਇੱਕ ਨਾ ਵਿਜ਼ਨ ਪੇਪਰ ਲਿਖਿਆ ਸੀ, ਹਾਊ ਟੂ ਮੇਕ ਪੰਜਾਬ ਐਗਰੀਕਲਚਰ healthier, profitable and globally competitive. ਉਹਦੇ ਵਿੱਚੋਂ ਇਹ ਪਾਰਟ ਆਇਆ ਸੀ ਰੂਲ ਆਫ ਫਾਰਮਰ ਕਲੈਕਟਿਵਿਟੀਜ਼, ਕਿਸਾਨਾਂ ਦੀਆਂ ਇਕੱਠਾਂ ਦਾ ਸਮੂਹਾਂ ਦਾ ਰੋਲ। ਉਹਦੇ ਵਿੱਚੋਂ ਇਹ ਫੈਪਰੋ ਉਤਪੰਨ ਹੋਈ ਸੀ, ਕਿਉਂਕਿ ਸਾਡੇ ਕੋਲ ਪ੍ਰੋਜੈਕਟ ਤਾਂ ਸੀ, ਸਾਡੇ ਕੋਲ ਪੈਸੇ ਹੈ ਨਹੀਂ ਸੀ,
ਫਿਰ ਇਹਦੇ ਬਾਰੇ ਸਾਨੂੰ ਕਿਸੇ ਸੱਜਣ ਨੇ ਕਿਹਾ ਵੀ ਤੁਹਾਡੇ ਕੋਲ ਪੋਸਟ ਕਰ ਚੁੱਕੇ ਪੈਸੇ ਹੈਗੇ ਨਾ, ਤੁਸੀਂ ਆਪਣਾ ਪ੍ਰੋਜੈਕਟ ਜਿਹਨੂੰ ਜੀ ਕਰਦਾ ਪੋਸਟ ਕਰੀ ਚਲੋ, ਜਿੱਥੇ ਤੁਹਾਨੂੰ ਆਪਸ਼ਨ ਲੱਗਦੀ ਆ ਵੀ ਇੱਥੇ ਕੁਛ ਕਰ ਸਕਦੇ। ਚਲੋ ਕਾਫੀ ਜਗ੍ਹਾ ਤੇ ਕੀਤਾ, ਹਰੇਕ ਲੈਵਲ ਤੇ ਕੀਤਾ, ਬਟ ਇਹ ਸਾਡਾ ਪ੍ਰੋਜੈਕਟ ਪਲੈਨਿੰਗ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਿਸ ਵੇਲੇ ਗਿਆ, ਉਹਨਾਂ ਨੇ ਇਹਨੂੰ ਸਟੱਡੀ ਕੀਤਾ, ਉਹਨਾਂ ਦੀ ਮੀਟਿੰਗ ਹੋਈ, ਉਹਨਾਂ ਨੇ ਮੀਟਿੰਗ ਕਰਕੇ ਡਿਊਟੀ ਲਾਤੀ ਇੱਕ ਮੈਡਮ ਹਰਜੋਤ ਕੌਰ ਸੀ, ਐਗਰੀਕਲਚਰ ਐਡਵਾਈਜ਼ਰ ਟੂ ਪਲੈਨਿੰਗ ਕਮਿਸ਼ਨ, ਉਹ ਥਰੂ ਡਿਪਟੀ ਕਮਿਸ਼ਨਰ ਆ ਗਏ, ਉਹਨਾਂ ਨੇ ਆਣ ਕੇ ਇਹਨੂੰ ਇਵੈਲੂਏਟ ਕੀਤਾ ਕਿਸ ਪੱਖ ਤੋਂ ਕੀਤਾ, ਉਹ ਮੈਂ ਤੁਹਾਡਾ ਬੇਸਿਕ ਸ਼ੇਅਰ ਕਰਨਾ। ਉਹਨਾਂ ਨੇ ਸਟਰੈਂਥ ਆਫ ਦੀ ਸੋਸਾਇਟੀ ਦੇਖੀ, ਜਿਹੜੀ ਸੋਸਾਇਟੀ ਬਣਾਈ ਸੀ ਉਸ ਵੇਲੇ ਡਿਪਾਰਟਮੈਂਟ ਵੱਲੋਂ ਬਣਾਈ ਗਈ ਸੀ, ਸਾਡੇ ਜਿਹੜੇ ਡਿਪਾਰਟਮੈਂਟ ਐਗਰੀਕਲਚਰ ਮੈਂ ਵੀ ਕੰਮ ਕਰਦਾ ਸੀ, ਉਹਨਾਂ ਨੇ 5 ਪੁਆਇੰਟ ਰੱਖੇ ਸੀ ਵਿਜ਼ਿਟ ਕਰਨ ਵਾਸਤੇ, ਪਰ ਤੀਜੇ ਪੁਆਇੰਟ ਤੇ ਜਾ ਕੇ ਮੈਡਮ ਕਹਿੰਦੇ ਬਸ ਵੀ ਮੈਂ ਸੈਟਿਸਫਾਈਡ ਆ, ਮੈਂ ਸੁਸਾਇਟੀ ਵਾਲਿਆਂ ਨਾਲ ਗੱਲ ਕਰਨੀ। ਸੁਸਾਇਟੀ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਜੋ ਉਹ ਕਰ ਰਹੇ ਸੀ ਉਹਦੇ ਬਾਰੇ ਦੱਸਿਆ, ਤੇ ਇਹ ਕਿਹਾ ਵੀ ਸਾਡੇ ਕੋਲ ਮਾਈਨਸ ਆ ਚੀਜ਼ ਆ, ਬਾਕੀ ਅਸੀਂ ਕੰਮ ਕਰ ਦਿੱਤਾ। ਉਹਨਾਂ ਨੇ ਵੀ ਇੱਕ ਪਲੈਨਿੰਗ ਕਮਿਸ਼ਨ ਦੇ ਵਿੱਚੋਂ ਇੱਕ ਲੈਟਰ ਭੇਜਿਆ ਵੀ ਐਜ਼ ਏ ਐਕਸਪੈਰੀਮੈਂਟ ਅਸੀਂ ਇਹ ਜਿੰਨੀ ਫੰਡ ਮੰਗ ਰਹੇ ਆ ਉਹਨਾਂ ਫੰਡ ਦਿੰਦੇ ਆ। ਅਸੀਂ ਉਸ ਵੇਲੇ ਜਿਹੜਾ ਫੰਡ ਮੰਗਿਆ ਗਿਆ ਸੀ ਹਲਦੀ ਦਾ ਤੇ ਸ਼ਹਿਦ ਦੇ ਪਲਾਂਟ ਦਾ 76 ਲੱਖ ਸੀ, ਉਹਨਾਂ ਨੇ 76 ਲੱਖ ਰੁਪਇਆ ਦੇ ਦਿੱਤਾ ਥਰੂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ। ਕਮੇਟੀ ਬਣ ਗਈ, ਇਹ ਜਿਹੜੇ ਸੀਗੇ ਪਲਾਂਟ ਇਹ ਇਰੈਕਟ ਹੋਣੇ ਸ਼ੁਰੂ ਹੋ ਗਏ। ਐਨੀ ਹੋ ਜਿਸ ਵੇਲੇ ਕੋਈ 85% ਬਣ ਗਏ, ਪੈਸੇ ਥੋੜ ਗਏ, ਬਟ ਕਿਉਂਕਿ ਨਵੇਂ ਪੈਸੇ ਆਉਣ ਦੀ ਆਸ ਨਹੀਂ ਸੀ, ਫਿਰ ਜਿਹੜੇ ਸਾਡੇ ਲੋਕਲ ਨੇ ਬੋਰਡ ਆਫ ਡਾਇਰੈਕਟਰਸ ਬਾਕੀ ਦੇ ਹੈਵ ਕੰਟਰੀਬਿਊਟਡ, ਤੇ ਇਹਨੂੰ ਫਾਈਨਲ ਦੇ ਵਿੱਚ ਇੱਕ ਸ਼ੇਪ ਬਣ ਗਈ, ਤੇ ਉਹਦੇ ਵਿੱਚ ਮਸ਼ੀਨਰੀ ਆ ਗਈ, ਹਨੀ ਪ੍ਰੋਸੈਸਿੰਗ ਦੀ ਵੀ ਤੇ ਟਰਮੈਰਿਕ ਪ੍ਰੋਸੈਸਿੰਗ ਦੀ। ਇਟ ਵਾਜ਼ ਏ ਟਰਮੈਰਿਕ ਪ੍ਰੋਸੈਸਿੰਗ ਦਾ ਇਹ ਪਹਿਲਾ ਪਲਾਂਟ ਸੀ ਨਾਰਥ ਇੰਡੀਆ ਦੇ ਵਿੱਚ, ਤੇ ਉਹਦੇ ਕਰਕੇ ਖੈਰ ਡਿਫੀਕਲਟੀ ਤਾਂ ਆਉਣੀਆਂ ਹੀ ਸੀ, ਦੈਟ ਦੀ ਮਟੀਰੀਅਲ। ਉਹ ਫਿਰ ਸਟੈਬਲਿਸ਼ ਹੋ ਗਿਆ 2007 ਜੂਨ ਦੇ ਵਿੱਚ, ਜਿਹੜਾ ਸੀਗਾ ਇਹ ਮੁੜ ਕੇ ਹੋਇਆ ਕਿ ਉਹਨੂੰ ਕਹਿੰਦੇ ਹੈਗਾ ਸੈਂਕਸ਼ਨ ਹੋਇਆ, ਤੇ ਉਦੋਂ ਤੋਂ ਵੀ ਕੰਮ ਚੱਲਦਾ ਕਿਉਂਕਿ ਪਲੈਨਿੰਗ ਕਮਿਸ਼ਨ ਨੇ ਪੈਸੇ ਦਿੱਤੇ ਸੀ, ਉਹਨਾਂ ਨੇ ਇਵੈਲੂਏਸ਼ਨ ਦੀ 2008 ਤੋਂ ਸ਼ੁਰੂ ਕਰ ਦਿੱਤੀ। ਫਸਟ ਬੈਚ ਉਹਨਾਂ ਜਿਹੜਾ ਸੀ ਉਹਨਾਂ ਦੇ ਅਫਸਰ ਉਹ ਆਏ ਸੀਗੇ ਫਰਵਰੀ 8 ਦੇ ਵਿੱਚ। ਉਹਨਾਂ ਦਾ ਜਿਹੜਾ ਸੀ ਸਟੱਡੀ ਕਰਨ ਦਾ ਸਿਸਟਮ ਅਲੱਗ ਹੀ ਸੀ। ਉਹਨਾਂ ਨੇ ਸਾਡੇ ਕੋਲ ਲਿਸਟ ਲੈ ਲਈ ਜਿਹੜਾ ਪਿੰਡਾਂ ਦੇ ਫਾਰਮ ਇਨਵੋਲਵ ਸੀਗੇ, ਤੇ ਸਾਨੂੰ ਇਹ ਗੱਲ ਕਹਿਤੀ ਵੀ ਤੁਸੀਂ ਇੱਥੇ ਬਰਾਜੋ, ਸਾਨੂੰ ਇੱਕ ਬੰਦਾ ਦੇ ਦਿਓ ਜਿਹੜਾ ਸਾਨੂੰ ਇਹਨਾਂ ਨਾਲ ਪਿੰਡਾਂ ਵਿੱਚ ਲੈ। ਚਲੋ ਜੇ ਤਾਂ ਉਹਨਾਂ ਨੇ ਸਟੱਡੀ ਕਰਕੇ ਉਹਨਾਂ ਨੇ ਸਾਨੂੰ ਗੱਲ ਕੋਈ ਕਨਵੇ ਨਹੀਂ ਕੀਤੀ। ਅਲਟੀਮੇਟਲੀ 6 ਮਹੀਨੇ ਉਹਨਾਂ ਦੇ ਲੈਟਰ ਆਇਆ, ਫਿਰ ਅਸੀਂ ਜੋ ਦੇਖਣਾ ਸੀ ਉਹ ਦੇਖ ਲਿਆ, ਗੋ ਹੈਡ। ਉਹਨਾਂ ਨੇ ਫਿਰ ਸਟੱਡੀ ਦੇ ਦਿੱਤੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਇਲਾਹਾਬਾਦ ਅਹਿਮਦਾਬਾਦ, ਐਗਰੀਕਲਚਰ ਰਿਲੇਟਡ ਹੋ ਰਹੇ ਪ੍ਰੋਜੈਕਟਸ ਦਾ। ਉਹਨਾਂ ਨੇ ਮੁੜ ਕੇ ਇੱਥੇ ਇੱਕ ਲੜਕੇ ਨੂੰ MBA PhD ਵੀ ਕਰਾਈ, ਐਂਡ ਸੋ ਔਨ। ਚੱਲਦਾ ਵਰਲਡ ਬੈਂਕ ਆਇਆ, ਪਲੈਨਿੰਗ ਕਮਿਸ਼ਨ ਫਿਰ ਆਇਆ, ਮਿਨਿਸਟਰਸ ਆਏ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਡਿਪਾਰਟਮੈਂਟ ਐਗਰੀਕਲਚਰ ਆਇਆ, ਫਿਰ ਅਦਰ ਸਟੇਟ ਦੇ ਆਉਣੇ ਸ਼ੁਰੂ ਹੋਏ। ਉਹਦੇ ਵਿੱਚ ਕੁੱਲ ਬਣਾ ਕੇ ਜਿਸ ਵੇਲੇ ਗੱਲ ਬਣੇਗੀ ਮੈਂ ਤੁਹਾਨੂੰ ਸਾਰਾ ਭੇਜ ਦੂੰਗਾ ਸਕੈਨ ਕਰਾ ਕੇ ਇਹਦੇ ਵਿੱਚ। ਤੇ ਅਲਟੀਮੇਟਲੀ ਇਸ ਪ੍ਰੋਜੈਕਟ ਨੂੰ, ਇਹ ਪਹਿਲਾ ਪ੍ਰੋਜੈਕਟ ਆ ਇੰਡੀਆ ਦੇ ਵਿੱਚ, ਇੱਕ ਚਾਂਸਿਸ ਹੁੰਦੇ ਆ, ਤੇ ਜਿਹੜਾ 100% ਬੀਇੰਗ ਹੈਂਡਲਡ ਬਾਈ ਦ ਫਾਰਮਰ। ਉਸ ਵੇਲੇ ਡਿਪਟੀ ਕਮਿਸ਼ਨਰ ਐਸੇ ਸੀ, ਉਹ ਸਾਨੂੰ ਸੱਦ ਕੇ ਕਹਿੰਦੇ ਵੀ ਦੇਖੋ ਨਾ ਤੁਸੀਂ ਇੱਥੇ ਰਹਿਣਾ ਨਾ ਮੈਂ ਇੱਥੇ ਰਹਿਣਾ। ਅਲਟੀਮੇਟਲੀ ਜਿਸ ਵੇਲੇ ਵੀ ਇੰਟਰਫੀਰੈਂਸ ਆ ਜਾਂਦੀ ਆ, ਜਿਹੜੇ ਸਾਡੀ ਜਗ੍ਹਾ ਤੇ ਆਉਣਗੇ ਉਹਨਾਂ ਨੇ ਖਬਰੇ ਇਹ ਪ੍ਰੋਜੈਕਟ ਦਾ ਕੀ ਕਰਨ, ਇਸ ਕਰਕੇ ਲੈਟ ਅਸ ਮੇਕ ਇਟ ਇੰਡੀਪੈਂਡੈਂਟ ਫਾਰ ਦੀ ਫਾਰਮਰ, ਬਾਈ ਦੀ ਫਾਰਮਰ ਤੇ ਰਨ ਬਾਈ ਦੀ ਫਾਰਮਰ। ਉਹ ਮੇਨਟੇਨੈਂਸ ਐਂਡ ਰਨਿੰਗ ਉਹ ਹੁਣ ਸੁਸਾਇਟੀ ਫਾਰਮਰ ਹੀ ਕਰਦੀ। ਉਹਨਾਂ ਦੀ ਹੈਲਪ ਵਾਸਤੇ 4 ਰਿਲੇਟਡ ਡਿਪਾਰਟਮੈਂਟ ਜਿਹੜੇ ਸੀਗੇ, ਐਗਰੀਕਲਚਰ, ਹਾਰਟੀਕਲਚਰ, ਪੰਜਾਬ ਮੰਡੀ ਬੋਰਡ ਤੇ ਪੰਜਾਬ ਐਗਰੋ ਯੂਨੀਵਰਸਿਟੀ, ਇਹ 4 ਨੋਮੀਨੇਟ ਕਰਨ ਦੀ ਜਿਹੜੀ ਸੀਗੀ ਉਹ ਸੰਵਿਧਾਨ ਦੇ ਵਿੱਚ ਕਲੌਜ਼ ਪੈ ਗਈ। 13 ਬੋਰਡ ਆਫ ਡਾਇਰੈਕਟਰਸ ਤੇ 4 ਹੋਰੇ ਆਪਣੇ ਨੋਮੀਨੇਟਡ ਮੈਂਬਰਸ ਦੇ ਐਜ਼ ਐਂਡ ਵੈਨ ਰਿਕੁਆਇਰਡ। ਉਹ ਫਿਰ ਜਿਸ ਵੀ ਡਿਪਾਰਟਮੈਂਟ ਨੂੰ ਸੱਦਣਾ ਹੁੰਦਾ ਬੋਰਡ ਆਫ ਡਾਇਰੈਕਟਰਸ ਉਹਨੂੰ ਸੱਦਦੇ ਨੇ, ਜੋ ਮਤਲਬ ਗਾਈਡੈਂਸ ਲੈਣੀ ਹੁੰਦੀ ਆ ਉਹ ਫਿਰ ਲੈ ਕੇ ਜਾਂਦੇ ਨੇ।
ਇਹ ਫਿਰ ਜਿਹੜਾ ਸੀਗਾ ਮਾਡਲ ਇਹ ਰੈਪਲੀਕੇਟ ਹੋਇਆ, ਹੋਰਾਂ ਮੁੰਡਿਆਂ ਨੇ ਮਿਹਨਤ ਕੀਤੀ, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਇਆ, ਸਾਡੇ ਡਿਸਟ੍ਰਿਕਟ ਵਿੱਚ ਲੇਡੀਜ਼ ਦਾ ਹੈਗਾ ਕੰਢੀ ਏਰੀਆ ਫਰੂਟਸ ਐਂਡ ਹਰਬਲ ਸੁਸਾਇਟੀ, ਲਾਸਟ ਵੇਜ਼ ਆਫ ਦੀ ਪੰਜਾਬ, ਉਹ ਫਿਰ ਸਾਰਾ ਇਸ ਪੈਟਰਨ ਤੇ ਬਣਿਆ, ਉਹ ਵੀ ਸਕਸੈਸਫੁਲੀ ਚੱਲ। ਇਹ ਮਾਡਲ ਫਾਰਮਰ ਕੋਆਪਰੇਟਿਵ ਦੇ ਵਿੱਚ ਇਗਨੂ ਵਿੱਚ ਪੜਾਇਆ ਜਾਂਦਾ ਹੈ, ਤੇ ਗਵਰਨਮੈਂਟ ਆਫ ਇੰਡੀਆ ਨੇ ਵੀ ਇਸ ਮਾਡਲ ਨੂੰ ਆਪਣੇ 12ਵੀਂ ਪਲਾਨ 12th ਪਲਾਨ ਵਿੱਚ ਪਾਇਆ ਸੀ। ਇਹ ਆ ਸਿਸਟਮ, ਇਹ ਇਹਦੀ ਸਟਰੈਂਥ ਨੇ। ਜਿਹੜੀ ਵੀਕਨੈਸ ਹੈਗੀ ਆ ਉਹ ਇਹੀ ਆ ਜਿਹੜੀ ਆਮ ਸਾਰੇ ਕਿਸਾਨਾਂ ਦੀ ਆ, ਉਹ ਆਪਾਂ ਨੂੰ ਫੇਸ ਕਰਨੀ ਪੈਣੀ ਆ। ਮੈਂ ਸਮਝਦਾ ਉਹ ਆਪਣਾ ਬੇਸਿਕ ਇਸ਼ੂ ਪੁਆਇੰਟ ਹੋਣਾ ਚਾਹੀਦਾ ਫਰਦਰ ਚੱਲਣ ਵਾਸਤੇ। ਉਹ ਹੈ ਟੂ ਚੇਂਜ ਦਾ ਮਾਈਂਡਸੈਟ ਆਫ ਦਾ ਫਾਰਮਰ। ਫਾਰਮਰ ਦੀ ਕੈਪੈਸਿਟੀ ਕਿੱਦਾਂ ਬਣਾਉਣੀ ਆ, ਕੈਪੇਬਿਲਿਟੀ ਉਹਦੀ ਕੀ ਕਹਿੰਦੇ ਹੁੰਦੇ ਆ, ਫੈਪਰੋ ਤਾਂ ਹੈ, ਲੇਕਿਨ ਕੈਪੈਸਿਟੀ ਟੂ ਬਿਲਡ ਅਪ ਦਾ ਕੈਪੈਸਿਟੀ ਆਫ ਦੀ ਫਾਰਮਰ, ਇਹ ਇੱਕ ਕਰੈਕਸ ਪੁਆਇੰਟ ਹੋਣਾ ਆਪਣੇ ਸਾਹਮਣੇ ਨਾ ਜਿਸ ਵੇਲੇ ਗੱਲ ਬਣਦੀ। ਸੋ ਇਹ ਟੋਟਲ ਹਿਸਟਰੀ ਹੈ ਫੈਪਰੋ ਦੀ। ਪਹਿਲਾਂ ਤਾਂ ਦੇਖੋ ਸਰਟੀਫਿਕੇਟ ਲੈਣਾ ਪ੍ਰੋਡਕਸ਼ਨ ਵਾਲੇ ਬੜਾ ਜ਼ਰੂਰੀ ਸੀ। ਪ੍ਰੋਡਕਸ਼ਨ ਗੁਰਬਾਣੀ ਸਿਰਤ ਹੈ, ਸਾਰਿਆਂ ਦੇ ਮਨ ਨੂੰ ਲੱਗ ਗਈ ਆ। ਅਗਲੇ ਸਟੈਪ ਜਿਹੜੇ ਹੈਗੇ ਆ ਇਹ ਸਮਝਦੇ ਆ, ਇਹ ਆ ਜਾਣੇ ਆ ਸਮਝ, ਕਿਉਂਕਿ ਸਾਡੇ ਪ੍ਰੋਜੈਕਟ ਬਣੇ ਹੋਏ ਨੇ, ਬੀਇੰਗ ਕੀ ਹੈਗਾ ਗਵਰਨਮੈਂਟ ਵੱਲੋਂ ਅਪਰੂਵਡ ਨੇ। ਪੰਜਾਬ ਵਿੱਚ ਕੀ ਉਹ ਤਾਂ ਸਿਚੁਏਸ਼ਨ ਇਹ ਬਣ ਗਈ ਵੀ ਪਲਾਨਿੰਗ ਕਮਿਸ਼ਨ ਸੌਰੀ ਦਿੱਲੀ ਮੀਟਿੰਗ ਹੋ ਗਈ ਟ੍ਰੇਡ ਡਿਪਾਰਟਮੈਂਟ ਦੇ ਨਾਲ, ਉਹਨਾਂ ਨੇ ਇਹ ਫੈਸਲਾ ਕਰ ਲਿਆ ਚਲੋ ਪੰਜਾਬ ਨੂੰ ਦੇ ਦਿਓ ਹਰੇਕ ਬਲਾਕ ਦੇ ਵਿੱਚ ਇੱਕ। ਬਟ ਜਿਹੜੇ ਹੈਗੇ ਆ ਇਹਨੂੰ ਫਰਦਰ ਐਕਸਪੈਰੀਮੈਂਟ ਨੂੰ ਇਵੈਲੂਏਟ ਕਰਨ ਵਾਸਤੇ ਪਹਿਲਾਂ ਡਿਸਟ੍ਰਿਕਟ ਸ਼ਾਹਪੁਰ ਵਿੱਚ ਕਰੋ। ਡਿਸਟ੍ਰਿਕਟ ਸ਼ਾਹਪੁਰ 10 ਬਲਾਕ ਨੇ, 10 ਦੇ ਪ੍ਰੋਜੈਕਟ ਬਣਾ ਕੇ ਭੇਜ ਦਿੱਤੇ ਤੇ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਭੇਜ ਦਿੱਤੇ। ਵਾਟ ਹੈਪਨ, ਉਹ ਲਾਸਟ ਵੀਕ ਆਫ ਦੀ ਮਾਰਚ ਵਿੱਚ 2015 ਦੇ ਵਿੱਚ ਅਸੀਂ ਸਾਰੇ ਹਲੇ ਕੰਮ ਕਰਦੇ ਸੀ, ਉਸ ਵੇਲੇ ਇਹਨਾਂ ਨੇ ਪੈਸੇ ਵਾਪਸ ਬਣਾ ਲਏ। ਉੱਥੇ ਪੋਲੀਟੀਕਲ ਇੰਟਰਫੀਅਰੈਂਸ ਹੋ ਗਈ ਡਿਪਟੀ ਕਮਿਸ਼ਨਰ ਲੈਵਲ ਤੇ। ਉਹ ਫਿਰ ਕਿਉਂਕਿ ਇੱਥੋਂ ਯੂਸੀ ਨਹੀਂ ਗਿਆ, ਜੁਟੇ ਸਰਟੀਫਿਕੇਟ ਨਹੀਂ ਗਿਆ, ਮੁੜ ਕੇ ਗਵਰਨਮੈਂਟ ਇੰਡੀਆ ਨੇ ਪੈਸੇ ਨਹੀਂ ਭੇਜੇ। ਉਹ ਸਟੇਟਸ ਇਹਦੇ ਵਿੱਚ ਹੈ ਕਿ ਫਾਰਮਰ ਦੀ ਉਪਜ ਨੂੰ ਜਿਹੜੀ ਹੈਗੀ ਆ ਪ੍ਰੋਡਕਸ਼ਨ ਆਫ ਦੀ ਫਾਰਮਰ, ਪ੍ਰੋਸੈਸਿੰਗ ਵਾਈਜ਼ ਦੀ ਫਾਰਮਰ ਐਂਡ ਮਾਰਕੀਟਿੰਗ ਵਾਈਜ਼ ਦੀ ਆਰਗੇਨਾਈਜੇਸ਼ਨ, ਇਹ ਆ ਇਹਦੇ ਸੇਲੀਐਂਟ ਫੀਚਰ ਨੇ ਜੀ ਫੈਪਰੋ ਦੇ। ਹਾਂਜੀ, ਇਹਦੇ ਬੇਸ ਉੱਤੇ ਜਿਹੜਾ ਐਨਜੀਓ ਹੈ ਜੀ ਆਪਣੇ ਰਮਨਪਾਲ ਜੀ, ਮੇਰੀ ਸਬਮਿਸ਼ਨ ਆ ਵੀ ਜਿਹੜਾ ਐਨਜੀਓ ਬਾਰੇ ਗੱਲ ਆਪਾਂ ਕਰਦੇ ਨਾ ਜੀ, ਇਹਦਾ ਕੋਈ ਵੀ ਤੁਸੀਂ ਬਰੋਡ ਦੇਖ ਲੈਣਾ ਕਿ ਕਿਹੜਾ ਵਿਊ ਬਣਦਾ, ਐਨਜੀਓ ਬਣਦਾ, ਕੀ ਬਣਦਾ, ਇਹਦੇ ਬਾਰੇ ਸਾਨੂੰ ਬਹੁਤਾ ਪਤਾ ਨਹੀਂ। ਸਹੀ ਜਿਹੜਾ ਸਾਡਾ ਇਹ ਸੁਸਾਇਟੀ ਹੈਗੀ ਆ ਫੈਪਰੋ ਹੈ, ਜਾਂ ਕੰਢੀ ਏਰੀਆ ਫਰੂਟਸ ਐਂਡ ਹਰਬਲ ਸੁਸਾਇਟੀ ਹੈ, ਧੀਰਾ ਪਤਰਾ ਸਾਡੇ ਹੈਗੀ ਆ ਚੌਕ ਹਰੀਹਰ ਫਾਰਮਰ ਹੈਲਥ ਸੁਸਾਇਟੀ, ਇਹ ਸਾਰੀਆਂ ਹੀ ਜਿਹੜਾ ਹੈਗਾ 1860 ਦਾ ਐਕਟ ਆਫ ਸੁਸਾਇਟੀਜ਼ ਐਂਡ ਐਸੋਸੀਏਸ਼ਨ ਵਿੱਚ ਉਹਦੇ ਵਿੱਚ ਬਹੁਤ ਹੀ ਸਾਡੇ ਪੰਜਾਬ ਵਿੱਚ ਐਨਜੀਓ ਬਣਾਉਣ ਲਈ ਅੱਜ ਕੱਲ੍ਹ ਤਾਂ ਬਹੁਤ ਸੌਖਾ ਕਰਤਾ ਹੈ। ਹੁਣ ਮੈਂ ਤੇ ਪਰਮਜੀਤ ਜੀ ਅਸੀਂ ਉਹੀ ਡਿਸਕਸ ਕਰ ਰਹੇ ਸੀਗੇ ਹੁਣ ਪਿੱਛੇ ਕਰਕੇ ਨਾ ਗ੍ਰਾਮ ਸਭਾ ਦੀ ਅਸੀਂ ਐਨਜੀਓ ਬਣਾ ਰਹੇ ਹਾਂ, ਤੇ ਉਹ ਕਿਉਂਕਿ ਐਨਜੀਓ ਬਣਾਉਣ ਦਾ ਫਾਇਦਾ ਇਹ ਹੁੰਦਾ ਕਿ ਤੁਹਾਡਾ ਨਾਂ ਫਿਰ ਕੋਈ ਚੋਰੀ ਨਹੀਂ ਕਰਦਾ। ਮਤਲਬ ਜੇ ਉਹਦੇ ਨਾਲ ਕੀ ਹੁੰਦਾ ਨਾ ਕਿ ਇੱਕ ਵਾਰੀ ਕੋਈ ਤੁਹਾਡਾ ਆਇਆ ਇਨੀਸ਼ੀਏਟਿਵ ਹੋਇਆ ਆਪਣੇ ਸੋਸਾਇਟੀ ਦੇ ਭਲੇ ਵਾਸਤੇ, ਉਹ ਬੜਾ ਕਾਮਯਾਬ ਹੋ ਗਿਆ। ਹੁਣ ਉਹ ਕਈ ਵਾਰੀ ਕੀ ਹੁੰਦਾ ਕਿ ਲੋਕੀ ਚੁੱਕ ਕੇ ਨਾ ਫਿਰ ਆਪਣੇ ਤਰੀਕੇ ਨਾਲ ਉਸਨੂੰ ਮੋਡੀਫਾਈ ਕਰ ਲੈਂਦੇ ਨੇ, ਕਿਉਂਕਿ ਸਾਡਾ ਫਲਸਫਾ ਕੀ ਹੈ ਕਿ ਅਸੀਂ ਉਹਨੂੰ ਪ੍ਰੋਫਿਟ ਵਿੱਚ ਨਹੀਂ ਲੈ ਕੇ ਜਾਣਾ, ਅਸੀਂ ਤੇ ਬਿਲਕੁਲ ਜਨਤਾ ਦੀ ਸੇਵਾ ਕਰਨੀ ਹੈ। ਫਿਰ ਉਹ ਜਿਹੜਾ ਹੈਗਾ ਉਹਨੂੰ ਨਾਂ ਲੈ ਲੈਂਦੇ ਨੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦਾ ਨਾਂ ਕੋਈ ਚੋਰੀ ਨਾ ਕਰ ਪਾਏ। ਫਿਰ ਅੱਜ ਕੱਲ੍ਹ ਤਾਂ ਬਹੁਤ ਸੌਖਾ ਹੋ ਗਿਆ ਹੈ ਚਮਨ ਲਾਲ ਜੀ। ਅੱਜ ਕੱਲ੍ਹ ਸੈਕਸ਼ਨ 8 ਆਫ ਕੰਪਨੀ ਐਕਟ ਹੈਗਾ, ਉਹਦੇ ਵਿੱਚ ਸਿਰਫ 2 ਬੰਦੇ ਦੀ ਲੋੜ ਹੈਗੀ ਹੈ, 9000 ਦੇ ਵਿੱਚ ਅੱਜ ਕੱਲ੍ਹ ਐਨਜੀਓ ਬਣ ਜਾਂਦੀ ਹੈ, ਉਹ ਵੀ ਆਨਲਾਈਨ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਕਿਉਂਕਿ ਅਸੀਂ ਵੀ ਉਸ ਵੇਲੇ ਡਿਫਰੈਂਟ ਜਿਹੜੇ ਸੀ ਨਾ ਸਟੱਡੀ ਕੀਤਾ ਸੀ, ਇਹਦੇ ਵਿੱਚ ਜਿਹੜਾ ਸੀਗਾ ਨਾ 1860 ਵਾਲਾ ਐਕਟ, ਇਹਦੇ ਵਿੱਚ ਕਿਸੇ ਨੂੰ ਡਾਇਰੈਕਟ ਪ੍ਰੋਫਿਟ ਜਿਹੜੀ ਡਿਸਟ੍ਰੀਬਿਊਟ ਨਹੀਂ ਕਰਨਾ ਸੀ। ਇਹਦੇ ਵਿੱਚ ਜਿੰਨਾ ਵੀ ਸਟੇਟ ਪ੍ਰੋਫਿਟ ਆ ਜਾਏ ਉਹ ਸਾਰਾ ਡਿਵੈਲਪਮੈਂਟ ਐਕਟੀਵਿਟੀ ਵਿੱਚ ਪਾਉਣਾ, ਤੇ ਉਹ ਪੈ ਰਿਹਾ। ਇਹਦਾ ਸਾਨੂੰ ਇਹ ਪਲੱਸ ਪੁਆਇੰਟ ਲੱਗਾ ਮੈਂਬਰਸ ਨੂੰ, ਕਿਉਂਕਿ 300 ਤੋਂ ਉੱਤੇ ਮੈਂਬਰ ਇਹਦਾ ਸੁਝਾਉਣ ਵਿੱਚ ਸਾਨੂੰ ਖਿਆਈ ਆਈ, ਕਿਉਂਕਿ ਪਹਿਲਾਂ ਜਿਹੜਾ ਕੋਆਪਰੇਟਿਵ ਐਕਟ ਪੰਜਾਬ ਦਾ ਹੈ ਨਾ ਜੀ, ਉਹਦੇ ਵਿੱਚ ਜੇ ਘਾਟਾ ਪੈ ਜਾਏ ਤੇ ਸੁਸਾਇਟੀ ਨੂੰ, ਜੇ ਆਪਣੇ ਪ੍ਰੋਫਿਟ ਹੋ ਜਾਏ ਤਾਂ ਉਹ ਡਿਸਟ੍ਰੀਬਿਊਟ ਕਰਨਾ ਹੁੰਦਾ। ਹੁਣ ਉਹਨਾਂ ਦਾ ਮਾਈਂਡ ਸੈਟ ਇੱਥੇ ਸੀ, ਇਹ ਸਮਝਾਉਣ ਵਿੱਚ ਬੜੀ ਡਿਫੀਕਲਟੀ ਆਈ ਸਾਨੂੰ 5-6 ਸਾਲ, ਭਾਈ ਇਹ ਤਾਂ ਡਿਵੈਲਪਮੈਂਟਲ ਐਕਟੀਵਿਟੀ ਵਿੱਚ ਹੀ ਲੱਗਣਾ,
ਪੈਸਾ ਤੁਸੀਂ ਲੈਣਾ ਫਾਰਮਰ ਨੂੰ ਸਾਰਾ, ਜਿਹੜੇ ਆਪਣੇ ਮੈਂਬਰ ਦੇ ਉਹਨਾਂ ਨੂੰ ਕਿੱਥੋਂ ਹੈਲਪ ਹੋਣੀ ਆ, ਉਹਨਾਂ ਦੀ ਪ੍ਰੋਡਿਊਸ ਡੋਰ ਸਟੈਪ ਤੇ ਪਲੱਸ 10% ਮੋਰ ਜਿਹੜਾ ਹੈਗਾ ਉਹ ਤੇ ਵਿਕੀ ਜਾਣੀ, ਨੰਬਰ 1। ਨੰਬਰ 2 ਜਿਹੜੇ ਪ੍ਰੋਡਕਟ ਬਣਨੇ ਨੇ ਉਹ ਉਹਨਾਂ ਨੂੰ ਅਵੇਲੇਬਲ ਈਜ਼ੀਲੀ ਹੋ ਜਾਣੇ ਐਂਡ ਸੋ ਔਨ। ਹਾਂਜੀ, ਹੁਣ ਜਿੱਦਾਂ ਲੇਟੈਸਟ ਫਾਰ ਐਗਜ਼ਾਮਪਲ ਸਾਡੇ ਹੁਣ ਚੱਲ ਰਿਹਾ ਇਸ ਵੇਲੇ, ਅਸੀਂ ਫੈਪਰੋ ਦੇ ਵਿੱਚ ਜਗਰੀ ਪਲਾਂਟ ਲਾ ਰਹੇ ਹਾਂ ਹੁਣੇ, ਲਾ ਰਹੇ ਹੋ? ਗੁੜ ਸ਼ੱਕਰ ਦਾ ਲੇਟੈਸਟ ਪਲਾਂਟ। ਅੱਛਾ ਜੀ। ਆਹੋ, ਉਹਦੀ ਐਡਵਰਟਾਈਜ਼ਮੈਂਟ ਆ ਗਈ ਹੈ ਕੱਲ੍ਹ ਅਜੀਤ ਦੇ ਵਿੱਚ। ਹੁਣ ਲਗਾਵਾਂਗੇ ਕੋਲੈਬੋਰੇਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟੈਕਨੀਕਲ ਹੈਡ ਐਂਡ ਦੂਸਰੇ ਪਾਸੋਂ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਰਿਗਾਰਡਿੰਗ ਪ੍ਰੋਜੈਕਟਸ ਗਵਰਨਮੈਂਟ ਮਦਦ ਕਰਦੀ ਆ। ਇਹ ਸਵਾਲ ਪੈਦਾ ਹੁੰਦਾ ਵੀ ਆਪਾਂ ਕਿੱਦਾਂ ਲੈ ਲਈ। ਇਹਦੇ ਵਿੱਚ ਫਰੈਂਕਲੀ ਕਿਸੇ ਪਾਸੇ ਵੀ ਕੋਈ ਮਾਇਆ ਵਾਲੀ ਗੱਲ ਨਹੀਂ ਹੋਈ, ਨਾ ਸਰਕਾਰ ਕਿਸੇ ਨੂੰ ਕੋਈ ਦਵਾਈ ਦੇਣੀ ਪਈ ਆ। ਹਾਂ, ਉਹਨਾਂ ਨੇ ਬੜਾ ਡੈਡੀਕੇਟਡਲੀ ਕੰਟਰੀਬਿਊਟ ਜ਼ਰੂਰ ਕੀਤਾ। ਗਾਂ ਵੀ ਲੇਟੈਸਟ ਹੋ ਗਿਆ, ਅਸੀਂ ਇੰਡੀਜੀਨਸ ਪਲਾਂਟ ਬਣਾਇਆ ਸੀ, ਇਹ ਤੋਂ ਅਗਾਂਹ ਸਾਲ ਇਹਨੂੰ ਫਿਰ ਲੇਟੈਸਟ ਕੀਤਾ, ਅਪਡੇਟ ਕੀਤਾ ਤੇ ਸ਼ਹਿਦ ਦਾ ਆਲਰੇਡੀ ਸਾਡੇ ਕੋਲ ਅਪਗ੍ਰੇਡਡ ਹੈ ਇੰਟਰਨੈਸ਼ਨਲ ਲੈਵਲ। ਅੱਛਾ, ਉਹ ਪਹਿਲਾਂ ਸਪੈਸੀਫਿਕੇਸ਼ਨ ਹੋ ਗਿਆ ਸੀ। ਇਹ ਹੈ ਜੀ, ਇਟਸ ਅ ਸਕਸੈਸ ਸਟੋਰੀ। ਸਿਰਫ ਉਹ ਗੈਪ ਇੰਨਾ ਹਲੇ ਤੁਹਾਡੇ ਕੋਲ ਪੇਪਰ ਨਹੀਂ ਹੈ ਤੇ ਉਹ ਭੇਜ ਦਾਂਗੇ ਸਾਰਾ, ਜਿਹੜਾ ਹੈਗਾ ਕੋਈ 150 ਪੇਪਰ ਬਣਨਾ, ਹੌਲੀ ਹੌਲੀ ਸਕੈਨ ਕਰਕੇ ਭੇਜੀ ਜਾਵਾਂਗੇ। ਹਾਂ, ਇਹ ਹਾਂਜੀ ਕੁਲਦੀਪ ਸਿੰਘ ਜੀ। ਹਾਂਜੀ, ਅਮਰਜੀਤ ਸਿੰਘ ਜੀ ਛੀਨੀਵਾਲ। ਹਾਂ, ਉਹ ਚੇਤਨ ਸਿੰਘ ਨੂੰ ਜੁੜ ਗਏ, ਚੇਤਨ ਸਿੰਘ ਜੀ? ਹਾਂ, ਉਹ ਵੀ ਜੁੜ ਗਏ ਜੀ। ਬਸ ਫਿਰ ਛੀਨੀਵਾਲ ਤੇ ਉਹਨਾਂ ਦੇ ਵਿਚਾਰ ਸੁਣੋ ਦੋਹਾਂ ਦੇ। ਪਹਿਲਾਂ ਛੀਨੀਵਾਲ ਸਾਹਿਬ, ਫਿਰ ਉਹ ਚੇਤਨ ਸਿੰਘ ਜੀ। ਅਨਮਿਊਟ ਨਹੀਂ ਹੋ ਪਾ ਰਹੇ ਮੈਨੂੰ ਲੱਗਦਾ। ਅਮਰਜੀਤ ਸਿੰਘ ਜੀ, ਚਲੋ ਚੇਤਨ ਸਿੰਘ ਜੀ ਤੁਸੀਂ ਆ ਜਾਓ ਫਿਰ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਸਕਦੇ ਹੋ ਮੇਰੀ ਆਵਾਜ਼? ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਅੱਛਾ ਅੱਛਾ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੁਣ ਰਿਹਾ ਸੀ ਤੇ ਐਕਚੁਅਲੀ ਮੈਂ ਸੁਣ ਰਿਹਾ ਸੀ NGO ਦੀਆਂ ਗੱਲਾਂ ਤੇ ਆਪਣੀ ਉਹ ਮੁਲਾਕਾਤ ਵੀ ਹੋਈ ਸੀ ਤੇ ਉਸ ਤੋਂ ਬਾਅਦ ਵੀ ਮੈਂ ਕੁਝ ਥੋੜਾ ਬਹੁਤ ਸੋਚ ਰਿਹਾ ਸੀ। ਮੈਂ ਇੱਕ ਤਾਂ ਮੇਰੇ ਤਾਂ 2 ਕੁਐਸਚਨ ਸੀਗੇ। ਇੱਕ ਤਾਂ ਤੁਸੀਂ ਤੇ ਅਵਤਾਰ ਸਿੰਘ ਹੋਣਾ ਨੇ ਮਤਲਬ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ, ਜਿਹੜਾ ਆਪਾਂ ਮਿਲੇ ਸੀ ਤੇ ਦੇਖਿਆ ਅੱਖੀਂ। ਤੇ ਮੇਰਾ ਕੁਐਸਚਨ ਸੀਗਾ, ਥੋੜੀ ਜਿਹੀ ਕਿਉਰਿਓਸਿਟੀ ਸੀ ਕਿ ਪੰਜਾਬ ਦੇ ਅੰਦਰ ਜਾਂ ਆਪਣੇ ਆਲੇ ਦੁਆਲੇ ਲਾਗੇ ਕਿਸੇ ਨੇ ਕੋਈ ਕ੍ਰੀਏਟਿਵ ਤਰੀਕੇ ਦੇ ਨਾਲ ਸਟੋਰੇਜ, ਫੂਡ ਸਟੋਰੇਜ ਜਾਂ ਫਰੈਸ਼ ਪ੍ਰੋਡਿਊਸ ਸਟੋਰੇਜ ਦੇ ਉੱਤੇ ਘੱਟ ਤੋਂ ਘੱਟ ਲਾਗਤ ਦੇ ਅੰਦਰ ਕੋਈ ਪ੍ਰੋਜੈਕਟ ਕੀਤਾ ਕਿਸੇ ਨੇ ਪਿੰਡ ਦੇ ਅੰਦਰ, ਜਿਹਦੇ ਨਾਲ ਆਪਾਂ ਰੂਬਰੂ ਹੋ ਸਕਦੇ ਹਾਂ ਜਾਂ ਉਹਨਾਂ ਦੇ ਨਾਲ ਵਿਚਾਰ ਵਿਮਰਸ਼ ਕਰ ਸਕਦੇ ਹਾਂ? ਫਰੂਟਸ ਦੇ ਬਾਰੇ ਨਾ ਤੇ ਵੈਜੀਟੇਬਲ ਦੇ ਬਾਰੇ, ਹਾਂਜੀ, ਗਵਰਨਮੈਂਟ ਆਫ ਪੰਜਾਬ ਨੇ ਬਣਾਏ ਨੇ ਛੋਟੇ ਛੋਟੇ ਆਪਣੇ ਪੈਕ ਹਾਊਸ ਬਣਾਏ ਹੋਏ ਆ। ਅੱਛਾ ਜੀ। ਤੇ ਉਹ ਕੋਈ ਸਹੀ ਤਰ੍ਹਾਂ ਚੱਲ ਨਹੀਂ ਸਕੇ। ਅੱਛਾ। ਹਾਂ, ਹੁਣ ਲੇਟੈਸਟ ਇਹਨੇ ਬਣਾਇਆ ਇੱਥੇ ਹੁਸ਼ਿਆਰਪੁਰ ਬਣਾਇਆ ਇੱਕ ਹੋਰ, ਤੇ ਉਹਦੀ ਆਬਜ਼ਰਵੇਸ਼ਨ ਲਈ ਜਾ ਰਹੀ ਆ। ਉਹ ਚੱਲ ਕਿਉਂ ਨਹੀਂ ਸਕੇ? ਕਾਸਟ ਵੱਧ ਸੀ ਜਾਂ ਉਹਦਾ ਜੀ ਪਹਿਲਾਂ ਤਾਂ ਮਾਰਕੀਟਿੰਗ ਦਾ ਸੀ, ਫਿਰ ਕੋਈ ਜਿਹੜੇ ਸੀ ਨਾ ਏਜੰਸੀ ਜਿਹਨੇ ਬਣਾਏ ਸੀ, ਉਹਨਾਂ ਦੀਆਂ ਇੰਟੈਂਸ਼ਨਸ ਵਰ ਨਾਟ ਸੋ ਕਲੀਅਰ। ਅੱਛਾ। ਹਾਂ, ਕਈ ਬੰਦੇ ਹੁੰਦਾ ਆਪਣੀ ਖੁਸ਼ੀ ਨਾਲ ਜਸਟੀਫਿਕੇਸ਼ਨ ਨਹੀਂ ਕਰਨੀ, ਇੱਧਰ ਉੱਧਰ ਹੱਥ ਮਾਰੀ ਜਾਣੇ, ਉਹਦੇ ਵਿੱਚ ਇਹ ਮੇਨ ਗੱਲ ਹੈ ਜੀ। ਅਦਰਵਾਈਜ਼ ਇੱਥੋਂ ਐਕਸਪੋਰਟ ਕੀਤਾ, ਤੁਸੀਂ ਦੇਖੋ ਨਾ, ਮੈਂ ਤੁਹਾਨੂੰ ਦੱਸਦਾ, ਇੱਥੋਂ ਫੈਬਰਵਰੀ ਤੋਂ ਹੀ ਐਕਸਪੋਰਟ ਹੁੰਦਾ ਰਿਹਾ ਹੈਗਾ। ਚਿੱਲੀਜ਼ ਐਕਸਪੋਰਟ ਹੋਈਆਂ ਜੀ, ਹਾਂਜੀ, ਪਿੰਡੀ ਐਕਸਪੋਰਟ ਹੋਈ ਆ, ਐਜ਼ ਐਕਸਪੈਰੀਮੈਂਟ ਮੈਂਗੋ ਐਕਸਪੋਰਟ ਹੋਇਆ, ਦੈਟ ਟੂ UK ਨੂੰ। ਅੱਛਾ ਜੀ। ਹਾਂ, ਇਹ 3 ਆਈਟਮਾਂ ਜਿਹੜੀਆਂ UK ਨੂੰ ਜਾਂਦੀਆਂ ਰਹੀਆਂ, ਚਿਲੀਜ਼, ਪਿੰਡੀ ਤੇ ਮੈਂਗੋ ਐਜ਼ ਐਕਸਪੈਰੀਮੈਂਟ ਗਿਆ ਸੀ। ਹਾਂਜੀ, ਡੈਮੋਨਸਟ੍ਰੇਸ਼ਨ ਦਾ। ਕਿਉਂਕਿ ਪਰਮਜੀਤ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਸੀ ਤਾਂ
ਉੱਥੇ ਹੀ ਗੱਲ ਜਾ ਰਹੀ ਸੀ ਕਿ ਜਿੱਥੇ ਹੋਲਡਿੰਗ 1 ਜਾਂ 2 ਮਹੀਨੇ ਵੱਧ ਜੇ ਮਿਨੀਮਮ ਕਾਸਟ ਤੇ, ਉੱਥੇ ਫਿਰ ਉਹ ਪ੍ਰੋਡਿਊਸ ਦਾ ਸੈਲਿੰਗ ਦੀ ਮਾਰਜਿਨ ਕਿਸਾਨਾਂ ਲਈ ਵੱਧ ਸਕਦੀ ਹੈ। ਗੱਲ ਉੱਥੇ ਫਿਰ ਮਤਲਬ ਥੋੜੀ ਜੀ ਗਰੋਥ ਤੋਂ ਲੈ ਕੇ ਸਟੋਰੇਜ ਤੇ ਆ ਕੇ ਗੱਲ ਖੜ ਰਹੀ ਸੀ। ਤਾਂ ਸੋਚ ਰਹੇ ਸੀ ਬਈ ਕਿਸੇ ਦੀ ਕੋਈ ਸਾਈਟ ਤੇ ਵਿਜ਼ਿਟ ਕੀਤਾ ਜਾ ਸਕਦਾ ਜਿੱਥੇ ਬੜੇ ਕ੍ਰੀਏਟਿਵ ਤਰੀਕੇ ਨਾਲ ਸਟੋਰੇਜ ਦਾ ਪ੍ਰੋਡਿਊਸ ਮਤਲਬ ਸਟੋਰ ਹੋ ਸਕੇ। ਉਹ ਇੱਕ ਦਿੱਕਤ ਆਉਣੀ ਹੈ ਮਤਲਬ। ਇਹ ਮੈਂ ਤੁਹਾਡੇ ਨਾਲ ਲੇਟੈਸਟ ਸ਼ੇਅਰ ਕਰਦਾ ਜੀ। ਹਾਂਜੀ ਇਹਨਾਂ ਦਾ ਸਿਨੈਰੀਓ ਹੈਡ ਬੀਨ ਚੇਂਜਡ, ਸੀਨ ਬਦਲ ਚੁੱਕਾ। ਅੱਛਾ ਜੀ। ਕਿਉਂਕਿ ਸਾਡੇ ਇੰਡੀਆ ਦੇ ਡਿਫਰੈਂਟ ਐਗਰੋ ਕਲਾਈਮੈਟਿਕ ਜ਼ੋਨ ਨੇ। ਹਾਂਜੀ। ਨੰਬਰ 2, ਦੂਸਰੇ ਦੇਸ਼ਾਂ ਤੋਂ ਫਲ ਆਉਂਦੇ ਨੇ। ਹੁਣ ਮੈਂ ਤੁਹਾਨੂੰ ਹੁਸ਼ਿਆਰਪੁਰ ਦੱਸਦਾ, ਸਾਡੇ ਮੁੰਡੇ ਇੱਥੇ ਆੜ੍ਹ ਦਾ ਕੰਮ ਕਰਦੇ ਆ ਨਾ। ਹਾਂਜੀ। ਆਬਜ਼ਰਵੇਸ਼ਨ ਆ ਵੀ ਹੁਸ਼ਿਆਰਪੁਰ ਜਿਹੜੀ ਹੈਗੀ ਨਾ ਮੰਡੀ ਸਵੇਰੇ ਲੱਗਦੀ, ਹਾਂਜੀ। ਦਿੱਲੀ ਤੋਂ ਮਹਿਲ 100 ਕਿਲੋਮੀਟਰ ਗਿਆ ਆਗਰਾ, ਇੰਨੀ ਰੇਂਜ ਬਣਦੀ ਆ ਵੀ ਆਪਸੀ ਜਿਹੜੀ ਹੈਗੀ ਨਾ ਆਪਣੇ ਕਮਿਊਨੀਕੇਸ਼ਨ ਦੇ ਨਾਲ ਹੁਸ਼ਿਆਰਪੁਰ ਕੀ ਭਾਅ ਆ। ਅੱਛਾ। ਇਸ ਕਰਕੇ 12 ਮਹੀਨਿਆਂ ਵਿੱਚ ਹਰੇਕ ਤਰ੍ਹਾਂ ਦੀ ਸਬਜ਼ੀ ਮਿਲਦੀ ਰਹਿੰਦੀ। ਹੁਣ ਵੀ ਸਾਡੇ ਨਾਲ ਬੈਠੇ ਨੇ ਆਪਣੇ ਅਵਤਾਰ ਹੋਣੀ, ਡਾਕਟਰ ਅਵਤਾਰ ਹੋਣੀ ਬੈਠੇ ਨੇ। ਇਹ ਵੀ ਇਹਦੇ ਬਾਰੇ ਆਪਣਾ ਵਿਊ ਦੇ ਸਕਦੇ ਆ ਜੋ ਮੈਂ ਕਹਿ ਰਿਹਾ। ਉਹ ਨਾ ਗੱਲ ਜਸਟਰੀਜ਼ ਦੀ ਹੋ ਰਹੀ ਆ ਸਟੋਰੇਜ ਵਾਲੀ ਗੱਲ, ਸਵਾਏ ਆ ਜਿਹੜੇ ਸੀਏ ਸਟੋਰਸ ਨੇ, ਕੰਟਰੋਲਡ ਰਿਪੋਜ਼ਿਟਰੀ ਸਟੋਰ ਵਾਲੇ, ਹਾਂਜੀ, ਉਹਨਾਂ ਦੀ ਕੋਈ ਵੈਲਿਊ ਹੈਗੀ ਆ ਵੈਜੀਟੇਬਲ ਦਾ? ਕਿਉਂ ਆਪਣੇ ਭਾਜੀ ਅਵਤਾਰ ਜੀ, ਹੈਲੋ। ਤੇ ਉਹ ਹੁਣ ਨਾ ਇਹਨੂੰ ਇਸ ਪੁਆਇੰਟ ਨੂੰ ਆਪਾਂ ਆਬਜ਼ਰਵੇਸ਼ਨ ਰੱਖੀਏ, ਪਰ ਇਹ ਹੁਣ ਨਾ ਉਸ ਪੁਆਇੰਟ ਰਿਹਾ ਨਹੀਂ। ਪੁਆਇੰਟ ਰਿਹਾ ਨਹੀਂ ਹੁਣ। ਐਲੇ ਹੁਸ਼ਿਆਰਪੁਰ ਮੰਡੀ ਤੁਹਾਨੂੰ ਘੀਆ ਵੀ ਮਿਲ ਰਹੀ ਆ, ਕੱਦੂ ਵੀ ਮਿਲ ਰਿਹਾ ਇਨ ਦੀ ਮੰਥ ਆਫ ਆਪਣੇ ਕਿਹੜਾ ਹੈ ਜਨਵਰੀ ਦੇ ਵਿੱਚ, ਤੇ ਸਾਰਾ ਕੁਛ ਮਿਲ ਰਿਹਾ ਜੀ। ਉਹ ਦੂਸਰੇ ਸਟੇਟ ਤੋਂ ਦੂਸਰੇ ਐਗਰੋ ਕਲਾਈਮੈਟਿਕ ਜ਼ੋਨ ਦੇ ਵਿੱਚੋਂ ਆ ਜਾਂਦਾ। ਅੱਛਾ। ਹਾਂ, ਲੱਗਦਾ ਬੜਾ ਦੇਖਣ ਨੂੰ ਵੀ ਇਹ ਵੈਲਿਊ ਐਡਡ ਹੋ ਜਾਊਗਾ। ਸਾਡੇ ਮੁੰਡਿਆਂ ਨੇ ਆਪ ਘੱਟ ਕਰ 2 ਸਾਲ ਇਹ ਸਟੋਰ ਕਰਕੇ। ਹਾਂ ਬਿਲਕੁਲ ਡਾਕਟਰ ਸਾਹਿਬ, ਬਾਹਰਲੀ ਮਾਰਕੀਟ ਤੋਂ ਇੱਥੇ ਆ ਜਾਂਦਾ। ਹਾਂਜੀ ਹਾਂਜੀ, ਟਰਾਂਸਪੋਰਟੇਸ਼ਨ। ਅੱਛਾ, ਜਿਹੜੀ ਟਰਾਂਸਪੋਰਟੇਸ਼ਨ ਬਹੁਤ ਤੇਜ਼ ਹੋ ਗਈ ਨਾ, ਕਮਿਊਨੀਕੇਸ਼ਨ ਵੀ ਬਹੁਤ ਜ਼ਿਆਦਾ ਤੇਜ਼ੀ ਹੈ। ਤਾਂ ਇਸ ਕਰਕੇ ਨਾ ਇੱਕਦਮ ਜਾਣੀ ਕਿ ਮਾਰਕੀਟ ਦੇ ਮਾਲ ਜਿਹੜਾ ਹੈਗਾ ਪਹੁੰਚ ਜਾਂਦਾ ਦੂਸਰੇ ਕਲਾਈਮੈਟਿਕ ਜ਼ੋਨ ਤੋਂ। ਇਸ ਕਰਕੇ ਨਾ ਜਿਹੜੀ ਠੀਕ ਹੈ ਫਾਸਟ ਹੋ ਗਈ ਨਾ, ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਇੱਕਦਮ, ਤੇ ਨਾਲ ਹੀ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਵੀ ਬਹੁਤ ਤੇਜ਼। ਹਾਂਜੀ ਹਾਂਜੀ। ਬੂਟਾ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਆ? ਕਿਉਂ ਨਹੀਂ ਕਹਿਣਾ, ਜ਼ਰੂਰ ਕਹਿਣਾ। ਹਾਂਜੀ ਬੂਟਾ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਸਾਰੇ ਵੀਰਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਮੇਰਾ ਪਿੰਡ ਧੀਰਾ ਪੱਤਰਾ, ਜ਼ਿਲ੍ਹਾ ਫਿਰੋਜ਼ਪੁਰ ਹੈ, ਤੇ ਇੱਥੇ ਵੀ ਜਿਹੜਾ ਇੱਕ ਬੂਟਾ ਲਾਇਆ ਡਾਕਟਰ ਚਿਮਨ ਲਾਲ ਵਸ਼ਿਸ਼ਠੀ ਹੋਰਾਂ ਨੇ, ਜਿਹੜੀ ਫਾਰਮਰ ਹੈਲਪ ਸੁਸਾਇਟੀ ਧੀਰਾ ਪੱਤਰਾ ਬਣਾਈ ਹੈ, ਤੇ ਉਹਦੇ ਬਾਰੇ ਵੀ ਚਲੋ ਜਦੋਂ ਤੁਹਾਡਾ ਆਰਡਰ ਹੋਏਗਾ ਮੈਂ ਦੱਸੂਗਾ। ਉਹਨੂੰ ਵੀ ਕਾਫੀ ਭਾਰਤ ਸਰਕਾਰ ਵੱਲੋਂ ਵੀ ਅਵਾਰਡ ਮਿਲ ਚੁੱਕੇ ਆ, ਕਾਫੀ ਵਧੀਆ ਕੰਮ ਕੀਤੇ ਆ। ਤੇ ਇੱਕ ਵੀਰ ਜੀ ਨੇ ਸਵਾਲ ਕੀਤਾ ਸੀ ਕਿ ਕੋਲਡ ਸਟੋਰ ਬਾਰੇ ਕਿਉਂ ਨਹੀਂ ਕਾਮਯਾਬ ਹੋ ਸਕੇ। ਉਹਦੇ ਬਾਰੇ ਮੈਂ ਇਹ ਦੱਸਣਾ ਚਾਹਾਂਗਾ ਕਿ ਡਾਕਟਰ ਸਾਹਿਬ ਹਰਾਂ ਦੇ ਨਾਲ ਸਾਨੂੰ ਕਾਫੀ ਭਾਰਤ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਇਹ ਜਿੰਨੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਨਾ, ਵੇਖਣ ਨੂੰ ਲੱਗਦੀਆਂ ਵੀ ਕਿਸਾਨਾਂ ਦੇ ਹੱਕ 'ਚ ਬਣਾਈਆਂ ਜਾਂਦੀਆਂ ਜਾਂ ਆਮ ਲੋਕਾਂ ਦੇ ਹੱਕ 'ਚ ਬਣਾਈਆਂ ਜਾਂਦੀਆਂ, ਇਹਨਾਂ ਦੇ ਫਾਇਦੇ ਵਾਸਤੇ ਨਹੀਂ ਬਣਾਈਆਂ ਜਾਂਦੀਆਂ। ਇਹਨਾਂ ਨੂੰ ਤਾਂ ਸਗੋਂ ਛੱਛੋ ਪੰਜੇ 'ਚ ਪਾਇਆ ਜਾਂਦਾ ਇਹੋ ਜਿਹੀਆਂ ਪਾਲਿਸੀਆਂ ਬਣਾ ਕੇ। ਛੋਟੇ ਜਿੰਨੇ ਵੀ ਕਾਰੋਬਾਰ ਨੇ, ਬੇਸ਼ੱਕ ਕੋਲਡ ਸਟੋਰ ਵਾਲੇ ਆ ਜਾਂ ਕੋਈ ਵੀ ਕਾਰੋਬਾਰ ਨੇ, ਇਹਨਾਂ ਦੇ ਕੰਮ ਕਰਦੇ ਨੇ ਜਦੋਂ ਅੱਗੇ ਸਗੋਂ ਰੋੜੇ ਸੱਟੇ ਜਾਂਦੇ ਵੀ ਇਹ ਤਾਂ ਲੋਕ ਕਾਮਯਾਬ ਨਾ ਹੋ ਜਾਣ। ਇਹ ਉਹੀ ਜਿਹੜਾ ਮਾਡਲ ਜਿਹੜਾ ਹੁਣ ਹੈਗਾ ਵੀ ਵੱਡੇ ਜਿਹੜੇ ਹੈਗੇ ਨੇ ਕਾਰਪੋਰੇਟ ਵਾਲੇ, ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਸਿਰਫ ਛੋਟਿਆਂ ਵਾਸਤੇ ਨਾਂ ਤੋਂ ਹੀ ਬਣਾਈਆਂ ਜਾਂਦੀਆਂ ਪਾਲਿਸੀਆਂ। ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਤੇ ਫਾਇਦਾ ਨਹੀਂ ਹੁੰਦਾ। ਚਲੋ ਡਾਕਟਰ ਸਾਹਿਬ ਹਰਾਂ ਨੇ ਜਿਵੇਂ ਹਿੰਮਤ ਕਰਕੇ ਆ ਪ੍ਰੋਜੈਕਟ ਲੈ ਲਿਆ, ਇਸ ਤਰ੍ਹਾਂ ਇਹਦੇ 'ਚ ਕੋਈ ਅਫਸਰ ਚੰਗੇ ਜਦੋਂ ਕੋਈ ਆ ਜਾਂਦੇ ਆ, ਉਦੋਂ ਕਿਤੇ ਨਾ ਕਿਤੇ ਸਾਡੀ ਗੱਲ ਸੁਣੀ ਜਾਂਦੀ ਹੈ। ਪਰ ਆਲ ਓਵਰ ਜਿਹੜਾ ਹੈਗਾ ਬਿਲਕੁਲ ਪਾਲਿਸੀਆਂ ਜਿਹੜੀਆਂ ਆਮ ਲੋਕਾਂ ਦੇ ਹੱਕ 'ਚ ਨਹੀਂ ਬਣਦੀਆਂ, ਜਿਹਦੇ ਕਰਕੇ
ਕੋਲਡ ਸਟੋਰ ਜਿਹੜੀ ਗੱਲ ਚੱਲ ਰਹੀ ਸੀ ਵੀ ਕਿਉਂ ਨਹੀਂ ਉਹ ਵਾਲੇ ਕਾਮਯਾਬ ਹੋਏ। ਧੰਨਵਾਦ। ਬਟ ਵੀਰ ਜੀ, ਇਹ ਜਿਹੜਾ ਕੋਲਡ ਸਟੋਰੇਜ ਦੀ ਪ੍ਰੋਬਲਮ ਤੁਸੀਂ ਪਾਲਿਸੀ ਕਰਕੇ ਕਹਿ ਰਹੇ ਹੋ, ਜੇ ਪ੍ਰੋਬਲਮ ਆਉਂਦੀ ਹੈ, ਇਹ ਇਨਵੈਸਟਮੈਂਟ ਨਹੀਂ ਹੋ ਪਾਉਂਦੀ ਲੋਕਾਂ ਨੂੰ, ਉਹਨਾਂ ਦਾ ਟੈਕਸ ਜ਼ਿਆਦਾ ਆਉਂਦਾ ਹੈ ਇਸ ਕਰਕੇ ਆਉਂਦਾ, ਜਾਂ ਉਹਨਾਂ ਨੂੰ ਅਪਰੂਵਲ ਨਹੀਂ ਮਿਲਦਾ, ਕਲੀਅਰੈਂਸ ਨਹੀਂ ਮਿਲਦੀ, ਮਤਲਬ ਐਕਚੁਅਲ ਪ੍ਰੋਬਲਮ ਕੀ ਆਉਂਦੀ ਹੈ ਪਾਲਿਸੀ ਕਰਕੇ? ਮੈਂ ਇਹਦੇ ਉੱਤੇ ਇਨਪੁਟ ਦਿੰਦਾ ਜੀ। ਗਰਾਊਂਡ ਲੈਵਲ ਦੇ ਉੱਤੇ ਪ੍ਰੋਬਲਮ ਆਉਂਦੀ ਹੈ ਉਹਨੂੰ ਕੋਲਡ ਸਟੋਰੇਜ ਨੂੰ ਰਨ ਕਰਨ ਦੀ। ਪਹਿਲੀ ਗੱਲ, ਉਹ ਕਾਸਟ ਆਫ ਰਨਿੰਗ ਕਾਫੀ ਕਾਸਟਲੀ ਹੁੰਦੀ ਆ, ਕਾਸਟ, ਠੀਕ ਹੈ, ਕਿਉਂਕਿ ਬਿਜਲੀ ਨਹੀਂ ਆਉਂਦੀ ਆਪਣੇ ਪਿੰਡਾਂ ਦੇ ਵਿੱਚ, ਹਨਾ। ਜੇ ਬਿਜਲੀ ਨਹੀਂ ਆ ਰਹੀ ਤਾਂ ਤੁਸੀਂ ਕਿੰਨੀ ਦੇਰ ਡੀਜ਼ਲ ਦੇ ਉੱਤੇ ਚਲਾ ਕੇ ਰੱਖੋਗੇ? ਪਹਿਲੀ ਗੱਲ ਤਾਂ ਇਹ ਆ ਜਾਂਦੀ ਆ। ਦੂਸਰੀ ਗੱਲ ਇਹ ਆ ਜਾਂਦੀ ਵੀ ਕਈ ਵਾਰੀ ਮਤਲਬ ਅਪਰੂਵਲ ਲੈਂਦੇ ਕਰਦੇ ਕਰਾਉਂਦੇ ਅਲਟੀਮੇਟਲੀ ਜਿਹੜੀ ਮਸ਼ੀਨਰੀ ਇੰਸਟਾਲ ਕਰਦੇ ਆ ਉਹ ਵੀ ਕਈ ਵਾਰੀ ਇੰਨੀ ਜ਼ਿਆਦਾ ਐਫੀਸ਼ੀਐਂਟ ਨਹੀਂ ਹੁੰਦੀ, ਹਨਾ। ਦੂਸਰਾ ਚੈਲੰਜ ਇਹ ਆ ਜਾਂਦਾ। ਤੀਸਰਾ ਚੈਲੰਜ ਇਹ ਆ ਜਾਂਦਾ, ਜੇ ਅਲਟੀਮੇਟਲੀ ਕੋਈ ਨਾ ਕੋਈ ਕੋਲਡ ਸਟੋਰੇਜ ਹਨਾ ਚਲਾਉਣਾ ਸ਼ੁਰੂ ਕਰ ਦਿੰਦਾ, ਕਸਟਮਰ ਲੱਭ ਲੈਂਦਾ ਆ, ਉਹ ਥੋੜਾ ਐਕਸਪੋਰਟ ਕਰਨਾ ਸ਼ੁਰੂ ਕਰ ਦਿੰਦਾ ਆ, ਤਾਂ ਫਿਰ ਕੀ ਹੁੰਦਾ ਆ, ਉਹ ਜਿਹੜੀ ਏਜੰਸੀ ਕੋਲਡ ਸਟੋਰੇਜ ਐਲੋਕੇਟ ਕਰਦੇ, ਜਿੱਦਾਂ ਪੰਜਾਬ ਦੇ ਵਿੱਚ ਪੰਜਾਬ ਐਗਰੋ ਵਾਲੇ ਦੇ ਹੈਗੇ ਕੋਲਡ ਸਟੋਰੇਜ, ਉਹ ਲੋਕ ਐਲੋਕੇਟ ਕਰਦੇ ਆ, ਤਾਂ ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਉਹਦੇ ਵਿੱਚ ਇੰਟਰਸਟ ਜੁੜਨਾ ਸ਼ੁਰੂ ਹੋ ਜਾਂਦਾ, ਫਾਈਨੈਂਸ਼ੀਅਲ ਇੰਟਰਸਟ ਆਉਣਾ ਸ਼ੁਰੂ ਹੋ ਜਾਂਦਾ ਵੀ ਤੁਸੀਂ ਸਾਨੂੰ ਕਮਿਸ਼ਨ ਦੇਣਾ ਸ਼ੁਰੂ ਕਰੋ। ਹੁਣ ਇਹਦੇ ਵਿੱਚੋਂ ਉਹਨਾਂ ਨੇ ਜਦੋਂ ਤੁਸੀਂ ਕੰਟਰੈਕਟ, ਜਦੋਂ ਤੁਹਾਨੂੰ ਕੋਲਡ ਸਟੋਰੇਜ ਦਿੰਦੇ ਆ, ਉਦੋਂ ਹੋਊਗਾ ਵੀ ਹਨਾ ਜਿੰਨਾ ਵੀ ਤੁਹਾਡਾ ਪ੍ਰੋਫਿਟ ਤੁਹਾਨੂੰ ਹੀ ਕੋਲਡ ਸਟੋਰੇਜ ਦੇਤਾ, ਜਿੰਨਾ ਤੁਹਾਡਾ ਨਫਾ ਨੁਕਸਾਨ ਤੁਹਾਡਾ। ਪਰ ਜਦੋਂ ਤੁਹਾਡੇ ਕੋਲ ਰੀਅਲੀ ਤੁਸੀਂ ਮਿਹਨਤ ਕਰਕੇ 2 ਸਾਲ ਬਾਅਦ ਉਹਨੂੰ ਪ੍ਰੋਫਿਟ ਲੈ ਕੇ ਰਨ ਕਰਨਾ ਸ਼ੁਰੂ ਕਰਦੇ ਆ, ਉਦੋਂ ਉਹਨਾਂ ਨੇ ਉੱਥੇ ਹੈਲਪ ਤਾਂ ਕੀ ਕਰਨੀ, ਉੱਥੇ ਉਹ ਆਪਣਾ ਕਮਿਸ਼ਨ ਲੈਣਾ ਸ਼ੁਰੂ ਕਰ ਦਿੰਦੇ ਆ। ਉੱਥੇ ਉਹ ਤੁਹਾਨੂੰ ਅੜਚਣਾਂ ਇਹੋ ਜਿਹੀਆਂ ਪਾਉਣਗੇ ਵੀ ਅਲਟੀਮੇਟਲੀ ਉਹ ਉੱਥੇ ਪੈਸੇ ਭਾਲਦੇ ਆ। ਇਹ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਮੁੰਡਿਆਂ ਨੂੰ ਪ੍ਰੋਬਲਮ ਆਉਂਦੀ ਹੈ ਕੋਲਡ ਸਟੋਰੇਜ ਨੂੰ ਰਨ ਕਰਨ ਦੇ ਵਿੱਚ। ਮੈਂ ਵੀ ਥੋੜਾ ਤਜਰਬਾ ਦੱਸਣਾ ਚਾਹਾਂਗਾ ਕਿ ਮੈਂ ਜਿਵੇਂ ਡੇਅਰੀ ਫਾਰਮ ਤੇ ਵੀ ਕੰਮ ਕੀਤਾ ਹੈ ਜੀ, ਤੇ ਇਹ ਸਾਨੂੰ ਮੁਸ਼ਕਲਾਂ ਇਹੋ ਜਿਹੀਆਂ ਖੜੀਆਂ ਹੁੰਦੀਆਂ ਕਿ ਜਿਵੇਂ ਮੰਨ ਲਓ ਕਿਸਾਨ ਹੈ ਕੋਈ, ਉਹ ਚੰਗੀਆਂ ਭਲੀਆਂ ਆਪਦੇ ਘਰੇ ਉਹਨੇ ਮੱਝਾਂ ਰੱਖੀਆਂ, ਗਾਵਾਂ ਰੱਖੀਆਂ, ਉਹਨੂੰ ਤਜਰਬਾ ਹੈਗਾ, ਪਰ ਇਹ ਆ ਵੀ ਜੇ ਤੁਸੀਂ ਸਰਕਾਰੀ ਮਦਦ ਲੈਣੀ ਹੈ ਤੇ ਤੁਸੀਂ ਪਹਿਲਾਂ ਕੋਈ 12-14 ਦਿਨ ਦਾ ਜਿਹੜਾ ਹੈਗਾ ਨਾ ਟ੍ਰੇਨਿੰਗ ਸਰਟੀਫਿਕੇਟ ਉਹ ਲੈ ਕੇ ਆਓ ਆਪਦੇ ਸ਼ਹਿਰ ਤੋਂ ਕਿਤੇ ਪਾਸੇ ਵੀ ਹੈਗਾ ਨਾ, ਤੇ ਉੱਥੇ ਰਹਿ ਕੇ ਤੁਹਾਨੂੰ ਟ੍ਰੇਨਿੰਗ ਲੈਣੀ ਪਏਗੀ ਜਾਨਵਰ ਰੱਖਣ ਦੀ। ਜਦ ਕਿ ਉਹ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਿਲਕੁਲ ਜਿਵੇਂ ਜਾਨਵਰ ਰੱਖਣੇ ਚਾਹੀਦੇ ਆ ਉਹਦੇ ਉਲਟ ਦਿੱਤੀ ਜਾਂਦੀ ਹੈ, ਜਿਹਦੇ ਨਾਲ ਸਿਰਫ ਕਾਰਪੋਰੇਟ ਨੂੰ ਫਾਇਦਾ ਹੋਏਗਾ ਵੀ ਕਿਵੇਂ ਤੁਸੀਂ ਸੀਮਨ ਲਵਾਉਣੇ ਆ, ਕਿਵੇਂ ਤੁਸੀਂ ਮਿਨਰਲ ਮਿਕਸਚਰ ਦੇਣਾ ਹੈ, ਕਿਵੇਂ ਕੈਲਸ਼ੀਅਮ ਦੇਣਾ ਹੈ, ਕਿਵੇਂ ਮੈਡੀਸਨ ਦੇਣੀ, ਉਹ ਸਾਰੀ ਉਹ ਟ੍ਰੇਨਿੰਗ ਦਿੱਤੀ ਜਾਂਦੀ ਜਿੰਨਾਂ ਚੀਜ਼ਾਂ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਸਰਟੀਫਿਕੇਟ ਬਣਾਓ, ਫਿਰ ਤੁਸੀਂ ਕੀ ਕਰਨਾ ਹੈ ਕਿ ਫਿਰ ਅਪਲਾਈ ਕਰੋ ਵੀ ਤੁਸੀਂ ਇਹਦੇ ਤੇ ਪ੍ਰੋਜੈਕਟ ਜਿਹੜਾ ਬਣਿਆ ਹੁੰਦਾ ਵੀ ਉਹ ਜੇ ਤੁਸੀਂ 2-4 ਜਾਨਵਰ ਵੀ ਰੱਖਣਾ ਚਾਹੁੰਦੇ ਤਾਂ ਉਹਦੇ ਵਾਸਤੇ ਨਹੀਂ, ਵੀ ਤੁਸੀਂ ਘੱਟੋ ਘੱਟ 20 ਜਾਨਵਰ ਰੱਖੋ। 20 ਜਾਨਵਰ ਰੱਖ ਕੇ ਉਹਦੇ ਤੇ ਤੁਸੀਂ ਪਹਿਲਾਂ ਤਾਂ ਅਫਸਰਾਂ ਦੇ ਗੇੜੇ ਕੱਢੋ, ਉਹਨਾਂ ਦੀਆਂ ਮਿੰਨਤਾਂ ਕਰੋ, ਫਿਰ ਉਹ ਤੁਹਾਨੂੰ ਆਖਣਗੇ ਤੁਸੀਂ ਬੈਂਕ ਦਾ ਲੋਨ ਲਓ ਜ਼ਰੂਰ, ਬੇਸ਼ੱਕ ਤੁਹਾਡੇ ਕੋਲੇ ਪੈਸਾ ਹੈਗਾ ਹੈ ਨਾ, ਪਰ ਬੈਂਕ ਦਾ ਲੋਨ ਲੈਣਾ, ਕਾਰਪੋਰੇਟ ਨੂੰ ਫਾਇਦਾ ਦੇਣਾ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਨਹੀਂ ਕਰਾਉਣਾ ਚਾਹੁੰਦੇ ਜਾਨਵਰਾਂ ਦਾ, ਉਹ ਵੀ ਤੁਹਾਨੂੰ ਕਰਾਉਣਾ ਪਊਗਾ, ਉਹ ਵੀ ਕਾਰਪੋਰੇਟ ਨੂੰ ਫਾਇਦਾ ਤੁਸੀਂ ਜ਼ਰੂਰ ਦਿਓ। ਫਿਰ ਉਸ ਤੋਂ ਬਾਅਦ 25% ਜਿਹੜੀ ਸਬਸਿਡੀ ਹੁੰਦੀ ਹੈ, ਉਹ ਤਾਂ ਉਨੀ ਕੁ ਜਿਹੜੀ ਵਿਆਜ ਹੈ ਨਾ, ਵਿਆਜ ਹੀ ਵੱਧ ਪੈ ਜਾਂਦੀ ਹੈ ਕਿਸਾਨ ਨੂੰ। ਉਹਦੇ 'ਚ ਇਹ ਹੁੰਦਾ ਵੀ ਤੁਸੀਂ ਮਹੀਨੇ ਪਿੱਛੋਂ ਤੁਸੀਂ ਆਪਦੀ ਕਿਸ਼ਤ ਤਾਰੋ। ਕੋਈ ਵੀ ਕਿਸਾਨ ਮਹੀਨੇ ਪਿੱਛੋਂ ਕਿਸ਼ਤ ਨਹੀਂ ਤਾਰ ਸਕਦਾ, ਡਿਫਾਲਟਰ ਹੋ ਜਾਂਦਾ, ਕਾਰਪੋਰੇਟ ਨੂੰ ਫਾਇਦਾ ਦਿੰਦਾ। ਉਸ ਤੋਂ ਬਾਅਦ ਵਾਰੀ ਆ ਜਾਂਦੀ ਅਫਸਰਾਂ ਦੀ। ਅਫਸਰ ਕੀ ਕਰਦੇ ਆ ਵੀ ਉਹ ਫਿਰ ਆਂਦੇ ਆ ਵੀ ਅਸੀਂ ਤੁਹਾਨੂੰ ਸਬਸਿਡੀ ਦਵਾਵਾਂਗੇ, ਉਹ ਚਲੋ ਆਪਦਾ ਜਿਵੇਂ ਹੈਗਾ ਗੇੜੇ ਵੀ ਲਵਾਉਂਦੇ ਆ, ਆਪਦਾ ਹਿੱਸਾ ਪੱਤੀ ਵੀ ਲੈਂਦੇ ਆ, ਉਹ ਕਰਦਿਆਂ ਕਰਾਉਂਦਿਆਂ ਉਨੇ ਚਿਰ ਨੂੰ ਵਿਚਾਰੇ ਕਿਸਾਨ ਦਾ ਡੇਅਰੀ ਫਾਰਮ ਬਿਲਕੁਲ ਫੇਲ ਹੋਣ ਕਿਨਾਰੇ ਪਹੁੰਚ ਚੁੱਕਿਆ ਹੁੰਦਾ ਹੈ। ਬੈਂਕਾਂ ਵਾਲੇ ਉਹਨਾਂ ਵੱਲੇ ਗੇੜਾ ਵੀ ਮਾਰਨੇ ਸ਼ੁਰੂ ਕਰ ਦਿੰਦੇ ਆ, ਤੇ ਫਿਰ ਉਦੋਂ ਅਫਸਰ ਜਿਹੜੇ ਨੇ ਉਹ ਲੈ ਦੇ ਕੇ ਆਪਦਾ ਨਾ ਇਹਨਾਂ ਨੂੰ ਸਬਸਿਡੀ ਦਿੰਦੇ ਆ। ਤੇ ਇਸ ਤਰ੍ਹਾਂ ਕਰਕੇ ਬੜੀਆਂ ਜ਼ਿਆਦੀਆਂ ਮੁਸ਼ਕਲਾਂ ਖੜੀਆਂ ਕੀਤੀਆਂ। ਦੂਜੇ ਪਾਸੇ ਦੇ ਜੇ ਕਿਸੇ ਕਿਸਾਨ ਨੇ ਆਪਦੇ ਘਰ ਨੂੰ ਰਸਤਾ ਬਣਵਾਉਣਾ ਹੋਵੇ ਨਾ, ਤੇ ਸਿਰਫ ਇੱਕ ਜਿਹੜਾ ਹੈ ਵੀ ਉਹ ਸਿਆਸੀ ਲੀਡਰ ਨਾਲ ਤੁਸੀਂ ਆਪਦਾ ਸੰਪਰਕ ਕਰੋ, ਤੇ ਉਹ ਤੁਹਾਡੇ ਘਰ ਨੂੰ 20 ਲੱਖ ਰੁਪਏ ਦਾ ਵੀ ਜੇ ਇੱਟ ਲੱਗਣੀ ਹੈ ਜਾਂ ਇੰਟਰਲੌਕ ਟਾਇਲ ਲੱਗਣੀ ਹੈ ਤੇ ਉਹ ਤੁਹਾਡੇ ਲਵਾ ਦਿੱਤੀ ਜਾਏਗੀ। ਉਹਦੇ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈਗੀ। ਪਰ ਇਹ ਜੇ ਕਿਸਾਨ ਦਾ ਦੂਜੇ ਪਾਸੇ ਜਿਹੜਾ ਆਤਮ ਹੱਤਿਆ ਕਰਨ ਕਿਨਾਰੇ ਆ ਜਾਂ ਆਪਦਾ ਰੁਜ਼ਗਾਰ ਚਲਾਉਣਾ ਚਾਹੁੰਦਾ, ਉਹਦੇ ਵਾਸਤੇ ਇੰਨੀਆਂ ਮੁਸ਼ਕਲਾਂ ਨੇ। ਫਿਰ ਜਿਹੜੀਆਂ ਲਾਈਟਾਂ ਜਿਹੜੀਆਂ ਸੋਲਰ ਵਾਲੀਆਂ ਸਿਸਟਮ ਵਾਲੀਆਂ ਲੱਗਦੀਆਂ, ਪੰਚਾਇਤਾਂ ਨੂੰ ਦਿੱਤੀਆਂ ਜਾਂਦੀਆਂ, ਉਹ ਕੁਛ ਕੁ ਆਪਦੇ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਵੀ ਜਿਹਦੇ ਵਿੱਚ 90% ਤੱਕ ਗ੍ਰਾਂਟ ਹੁੰਦੀ ਹੈ, ਭਾਵ ਕਿ 15,000 ਦੀ ਲਾਈਟ ਤੁਸੀਂ 1,500 ਰੁਪਇਆ ਜਮ੍ਹਾਂ ਕਰਾ ਕੇ ਤੇ ਉਹ ਲੈ ਸਕਦੇ ਜੀ।
ਉਹ 15-90% ਗ੍ਰਾਂਟ ਹੁੰਦੀ ਹੈ, ਇਹਦੇ 'ਚ 25% ਸਬਸਿਡੀ ਹੁੰਦੀ ਹੈ, ਜਿਹੜੀ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਮੁਸ਼ਕਲਾਂ ਦੇ ਬਾਵਜੂਦ ਮਿਲਣੀ ਹੁੰਦੀ। ਇਸ ਤਰ੍ਹਾਂ ਹਰੇਕ ਲਾਈਨ ਦੇ ਵਿੱਚ, ਇਹ ਇਕੱਲਾ ਡੇਅਰੀ ਫਾਰਮ ਦੇ ਵਿੱਚ ਨਹੀਂ, ਹਰੇਕ ਕੰਮ ਦੇ ਵਿੱਚ ਆਪਾਂ ਨੂੰ ਕਹਿਣ ਨੂੰ ਤਾਂ ਐਂ ਲੱਗਦਾ, ਸੁਣਨ ਨੂੰ ਐਂ ਲੱਗਦਾ, ਡਾਕਟਰ ਜਮਨਾ ਵਸ਼ਿਸ਼ਟ ਹੋਰਾਂ ਨੂੰ ਵੀ ਪਤਾ, ਇੱਕ ਸਕੀਮ ਹੁੰਦੀ ਹੈ ਕਿਸਾਨ ਸੰਪਰਦਾ ਸਕੀਮ ਹੈ, ਐਂ ਲੱਗੂਗਾ ਵੀ ਕਿਸਾਨਾਂ ਦੇ ਨਾਂ ਤੇ ਬਣਾਈ ਗਈ, ਇਹਦੇ 'ਚ ਕੀ ਹੈਗਾ, ਕਿਸਾਨਾਂ ਵਾਸਤੇ ਉਹਦੇ 'ਚ ਕੱਖ ਵੀ ਨਹੀਂ ਹੁੰਦਾ ਗਾ। ਇਹੋ ਜਿਹੀਆਂ ਪਾਲਿਸੀਆਂ ਜਾਣ ਬੁੱਝ ਕੇ ਬਣਾਈਆਂ ਜਾਂਦੀਆਂ ਵੀ ਜਿਹਦੇ ਕਰਕੇ ਉਹ ਸਿਰਫ ਕਾਰਪੋਰੇਟ ਨੂੰ ਹੀ ਫਾਇਦਾ ਦਿੱਤਾ ਜਾਂਦਾ, ਆਮ ਲੋਕਾਂ ਨੂੰ ਫਾਇਦਾ ਨਹੀਂ ਦਿੱਤਾ ਜਾਂਦਾ। ਧੰਨਵਾਦ ਵੀਰ ਜੀ, ਥੈਂਕ ਯੂ ਜਿਹੜਾ ਤੁਸੀਂ ਇਨਸਾਈਟ ਜਿਹੜੇ ਅੰਦਰਲੀ ਗੱਲ ਤੁਸੀਂ ਦੱਸੀ ਹੈ ਨਾ, ਇਹ ਸਾਨੂੰ ਸ਼ਾਇਦ ਬਾਹਰ ਜਿਹੜੇ ਬੰਦੇ ਬੈਠੇ ਆ ਅਸੀਂ ਸਾਨੂੰ ਨਹੀਂ ਪਤਾ ਇੰਨੀ ਗੱਲ। ਤੇ ਇਹ ਜਿਹੜਾ ਤੁਸੀਂ ਪ੍ਰੋਬਲਮ ਦੱਸੀਆਂ ਨੇ, ਮੈਨੂੰ ਇੱਕ ਸਵਾਲ ਹੈ ਇਹਦੇ ਵਿੱਚ ਕਿ ਇਹਦੇ ਵਿੱਚ ਮਤਲਬ ਕਿੰਨਾ ਕੰਟਰੋਲ ਅਵੋਇਡ ਕੀਤਾ ਜਾ ਸਕਦਾ ਸਰਕਾਰ ਦੇ ਉੱਪਰ? ਮਤਲਬ ਜੇ ਕਿਸਾਨ ਨੂੰ ਇਕੱਠੇ ਮਿਲ ਕੇ ਜੇ NRI ਸਪਾਂਸਰ ਕਰਨ ਜਾਂ ਕਿਸੇ ਤਰ੍ਹਾਂ ਉਹ ਗਰੁੱਪ ਬਣਾਉਣ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਨੌਲੇਜ ਦੇਣ ਕਿ ਕਿਸ ਤਰ੍ਹਾਂ ਉਹਨਾਂ ਨੇ ਬੈਂਕਿੰਗ ਫੈਸਿਲਿਟੀ ਅਵੇਲ ਕਰਨੀ ਹੈ, ਜਾਂ ਕਿਸ ਤਰ੍ਹਾਂ ਸਰਕਾਰੀ ਸਕੀਮ ਦਾ ਫਾਇਦਾ ਲੈਣਾ ਹੈ, ਜਾਂ ਸਰਕਾਰੀ ਸਕੀਮ ਦਾ ਫਾਇਦਾ ਨਹੀਂ ਵੀ ਲੈਣਾ, ਕਿਸ ਤਰ੍ਹਾਂ ਐਕਸੈਸ ਟੂ ਕੈਪੀਟਲ ਲੈਣਾ, ਤੇ ਉਹ ਕਿੰਨੀ ਸਾਰੀ ਮਤਲਬ ਕਿੰਨੀ ਪ੍ਰੋਬਲਮ ਹੈਗੀ ਜਿਹਦੀ ਸਰਕਾਰ ਦੇ ਉੱਪਰ ਡਿਪੈਂਡੈਂਸੀ ਅਸੀਂ ਘੱਟ ਕਰ ਸਕਦੇ ਹਾਂ? 90%। ਕੁਝ ਐਗਜ਼ਾਮਪਲ ਦੋਗੇ ਕਿਵੇਂ ਕਰ ਸਕਦੇ ਹਾਂ? ਮਤਲਬ ਹਾਂਜੀ, ਹਾਂ ਮੈਂ ਦੱਸਦਾ ਜੀ, ਮੈਂ ਪੁੱਛਦਾ ਮੈਨੂੰ ਦੱਸ ਦਿੰਦੇ। ਹੁਣ ਇਹ ਸਾਡੀ ਨਾ ਇੱਕੋ ਟੀਮ ਹੈ ਨਾ ਇਹ। ਹੁਣ ਜਿਸ ਵੇਲੇ ਸਾਡੀ ਫੈਪਰੋ ਦੀ ਇਲੈਕਸ਼ਨ ਹੋਈ ਆ, ਜਿਸ ਵੇਲੇ ਫੈਪਰੋ ਦੀ ਡਿਵੈਲਪਮੈਂਟ ਹੋਈ ਆ, ਕਿਸੇ ਪਾਸੇ ਕੋਈ ਇੰਟਰਵੈਂਸ਼ਨ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਸਾਡੇ ਬਾਡੀ ਬੜੀ ਸਟਰੋਂਗ ਸੀ। ਹਾਂਜੀ, ਤੇ ਅਸੀਂ ਵੀ ਡਿਪਾਰਟਮੈਂਟ ਵਿੱਚ ਸੀਗੇ, ਕੋਈ ਦਿਲ ਪਾਸੇ ਗੱਲ ਜਾਣੀ ਨਹੀਂ ਸੀ। ਹੁਣ ਜਿਸ ਤਰ੍ਹਾਂ ਇਹ ਸਾਹਿਬ ਬੂਟਾ ਸਿੰਘ ਆਪਣੇ ਪ੍ਰਧਾਨ ਹੋਣੀ ਹੈਗੇ ਆ ਫਾਰਮਰ ਹੈਲਥ ਸੁਸਾਇਟੀ ਦੇ, ਇਹ ਨਹੀਂ ਵੀ ਅਸੀਂ ਨਾਲ ਨਹੀਂ ਜਾਂਦੇ ਸੀ, ਇਕੱਠੇ ਜਾਂਦੇ ਸੀ, ਸਾਰੀ ਗੱਲ ਤੈਅ ਹੋ ਜਾਣੀ। ਲੇਕਿਨ ਬਾਅਦ ਦੇ ਵਿੱਚ ਐਟ ਦੀ ਟਾਈਮ ਆਫ ਇੰਪਲੀਮੈਂਟੇਸ਼ਨ ਜਿਸ ਵੇਲੇ ਇਹਨਾਂ ਨੇ ਜਾ ਗੱਲ ਕਰ ਰਹੀ, ਫਿਰ ਉਹ ਇਹਨਾਂ ਨਾਲ ਇਨ ਡਿਫਰੈਂਟ ਲੈਵਲ ਤੇ ਪੇਸ਼ ਆਉਂਦੇ ਸੀ। ਆਹ ਡਿਫਰੈਂਸਿਸ ਦੋਹਾਂ ਸਾਈਡਾਂ। ਬਟ ਐਟ ਦੀ ਸੇਮ ਟਾਈਮ ਜਿਹੜੀ ਇਹਦਾ ਅਸਰ ਕੀ ਹੋਇਆ, ਆਪਣੇ ਲੰਬਾ ਜਿਹਾ ਅਸਰ ਸੁਣਨੇ ਵਾਲਾ ਨਾ ਬੜਾ ਕਲਾਸੀਕਲ ਆ। ਅਸਰ ਉਹਦਾ ਹੋਇਆ ਵੀ ਜਿਹੜੀ ਇਹ ਹੈ ਨਾ ਚੋਕ ਹਰੀਅਰ ਜਾਂ ਧੀਰਾ ਪੱਤਰ ਵਾਲੀ ਸਾਡੀ ਫਾਰਮਰ ਹੈਲਥ ਸਾਡੀ, ਇਹ ਜ਼ਿਆਦਾ ਇੰਡੀਪੈਂਡੈਂਟ ਹੋਈ ਆ। ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਣੀ ਆ, ਇਹਨਾਂ ਦੇ ਜਿਹੜੇ ਪ੍ਰੋਡਿਊਸਰ ਮੈਂਬਰ ਨੇ, ਉਹ ਜਿੰਨਾ ਟੋਟਲ ਇਹਨਾਂ ਦੇ ਬਰਸੀਮ ਲੱਗਦਾ ਦਾ ਬੀਜ ਉਹ ਏਰੀਆ 'ਚ ਬੀਜ ਹੁੰਦਾ, ਉਹ ਇਹਨਾਂ ਦੀ ਸੁਸਾਇਟੀ ਖੁਦ ਫਾਰਮ ਸੁਸਾਇਟੀ ਕਲੈਕਟਿਵਲੀ ਸੁਸਾਇਟੀ ਵੀ ਤੋਂ ਬੀਜ ਪੈਦਾ ਕਰਕੇ ਫਾਰਮਰ ਇੱਥੋਂ ਵੇਚਦੇ ਨੇ। ਸਿਮਿਲਰਲੀ ਕਣਕ ਦਾ ਐਂਡ ਬਾਕੀ ਚੀਜ਼ਾਂ ਦਾ ਇਹ ਡਿਪੈਂਡੈਂਸੀ ਇਹਨਾਂ ਦੇ ਵਿੱਚ ਇੰਡੀਪੈਂਡੈਂਸ ਜ਼ਿਆਦਾ ਹੋਏ। ਇਹ ਪਲੱਸ ਐਂਡ ਮਾਈਨਸ ਹੈਗੇ ਆ। ਬਟ ਅਲਟੀਮੇਟਲੀ ਜਿਸ ਵੇਲੇ ਆਪਾਂ ਇਹ NGO ਜਾਂ ਸਟਰੋਂਗ ਵੇ ਤੇ ਰਨ ਕਰਾਂਗੇ ਨਾ, ਮੈਨੂੰ ਲੱਗਦਾ ਨਹੀਂ ਕੋਈ ਮਤਲਬ ਸਾਹਮਣੇ ਕੋਈ ਡਿਫੀਕਲਟੀ ਆਉਣੀ ਆ। ਇੱਕ ਸਮੱਸਿਆ ਹੈਗਾ ਲੇਕਿਨ ਉਹਦਾ ਹੱਲ ਨਿਕਲਦੇ ਆ। ਮੈਂ ਇੱਕ ਐਗਜ਼ਾਮਪਲ ਲੈ ਕੇ ਮੈਂ ਬਹੁਤ ਵਧੀਆ ਤੁਸੀਂ ਗੱਲ ਕੀਤੀ। ਮੈਂ ਇੱਕ ਐਗਜ਼ਾਮਪਲ ਲੈ ਕੇ ਆਪਣੀ ਕਲੈਰੀਫਿਕੇਸ਼ਨ ਕਰਦਾ ਤੁਹਾਡੀ, ਜਿਹੜਾ ਤੁਸੀਂ ਜਵਾਬ ਦਿੱਤਾ ਇਸ ਚੀਜ਼ ਦਾ। ਮੰਨ ਲਓ ਕੋਈ ਇੱਕ ਫਾਰਮਰ ਹੈ, ਕੋਈ ਜਿਹਨੇ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਹੈ, ਤੇ ਉਹਨੂੰ ਬੜੀ ਔਖੜਾਂ ਆਉਂਦੀਆਂ ਨੇ ਆਪਣੇ ਉਹਨੂੰ ਰਨ ਕਰਨ ਲਈ, ਸਰਕਾਰੀ ਮਹਿਕਮੇ ਵੱਲੋਂ ਜਾਂ ਕੈਪੀਟਲ ਐਕਸੈਸ ਕਰਨ ਵੱਲੋਂ। ਜੇ ਅਸੀਂ ਇੱਕ ਤਰ੍ਹਾਂ ਦਾ ਇੱਕ ਡੇਅਰੀ ਫਾਰਮਰ ਨੂੰ ਆਈਡੈਂਟੀਫਾਈ ਕਰੀਏ, ਰਾਈਟ, ਤੇ ਇਕੱਠੇ ਮਿਲ ਕੇ ਅਸੀਂ ਹਮਲਾ ਮਾਰੀਏ ਕਿ ਉਸ ਬੰਦੇ ਨੂੰ ਅਸੀਂ ਸਪੋਰਟ ਕਰਨਾ ਹੈ, ਇਨਫੋਰਮੇਸ਼ਨ ਦੇਣੀ ਹੈ, ਨੌਲੇਜ ਦੇਣੀ ਹੈ ਕਿ ਕਿਸ ਤਰ੍ਹਾਂ ਉਹਨੇ ਆਪਣੇ ਪੇਪਰ ਕਾਗਜ਼ ਪੱਤਰ ਤਿਆਰ ਕਰਨਾ ਹੈ, ਕਿਸ ਤਰ੍ਹਾਂ ਗਵਰਨਮੈਂਟ ਦੀ ਸਕੀਮ, ਗਵਰਨਮੈਂਟ ਦੇ ਫਾਰਮ ਕਿੱਥੇ ਭਰਨੇ, ਈਵਨ ਟੂ ਦ ਐਕਸਟੈਂਟ ਕਿ ਅਸੀਂ ਜੇ RTI ਵੀ ਉਹਦੇ ਬਿਹਾਫ ਤੇ ਅਸੀਂ ਫਾਈਲ ਕਰੀਏ ਕਿ ਉਹਦੇ ਪੇਪਰ ਕਿੱਥੇ ਗਏ, ਕਿਸ ਮਹਿਕਮੇ ਦੇ ਕੋਲ ਹੈਗੇ, ਕਦੋਂ ਪ੍ਰੋਸੈਸ ਹੋਣਗੇ। ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਸੋਲਵ ਹੋ ਸਕਦੀ ਹੈ ਆਪਾਂ? ਹਾਂ, ਬਿਲਕੁਲ ਸੋਲਵ ਹੋ ਸਕਦੀ ਹੈ, ਹੋਵੇਗੀ। ਬਹੁਤ ਸੌਖਾ ਤਰੀਕਾ ਹੈਗਾ ਜੀ ਇੱਕ। ਆਪਣੇ ਬਹੁਤੇ ਵੀਰ ਜਾਣਦੇ ਨੇਗੇ ਕਿ ਜਿਹੜੀ ਆ ਪੰਜਾਬ ਨੂੰ ਨਾ ਇੱਕ ਚਿੱਟੀ ਕ੍ਰਾਂਤੀ ਦਿੱਤੀ ਗਈ ਨਾ ਵਲੈਤਨ ਗਾਵਾਂ ਲਈ, ਇਹ ਬੜੀ ਸਾਜ਼ਿਸ਼ ਦੇ ਤਹਿਤ ਦਿੱਤੀ ਗਈ। ਇਹਨਾਂ ਦੀ ਲੋੜ ਨਹੀਂ ਹੈਗੀ ਸੀ। ਜਿਹੜੀਆਂ ਆਪਣੀਆਂ ਪਹਿਲਾਂ ਭਾਰਤੀ ਨਸਲ ਦੀਆਂ ਦੇਸੀ ਗਾਵਾਂ ਹੁੰਦੀਆਂ ਸੀ, 18 ਸੂਏ ਸੂ ਕੇ ਵੀ ਫੰਡਰਾਂ ਨਹੀਂ ਹੁੰਦੀਆਂ ਸੀ, ਸੜਕਾਂ ਤੇ ਨਹੀਂ ਆਉਂਦੀਆਂ ਸੀ, ਨੈਚੁਰਲ ਮੀਟਿੰਗ ਹੁੰਦੀ ਸੀਗੀ, ਤੇ ਉਹ ਵੀ ਗਾਵਾਂ 36 ਲੀਟਰ ਤੱਕ ਦੁੱਧ ਦਿੰਦੀਆਂ ਸੀ ਇੱਕ ਦਿਨ ਦਾ। ਇੱਥੋਂ ਤੱਕ ਕੰਪੈਸਿਟੀ ਉਹਨਾਂ ਦੀ ਹੈਗੀ ਸੀਗੀ। ਪਰ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਜਿਹੜੇ ਹੈਗੇ ਨੇ ਵਲੈਤੀ ਸੀਮਨ ਲਾਏ ਗਏ,
ਜਿਹਦੇ ਕਰਕੇ ਉਹ ਠੰਡੇ ਮੌਸਮ ਦੀਆਂ ਗਾਵਾਂ ਇੱਥੇ ਤਿਆਰ ਕੀਤੀਆਂ ਗਈਆਂ, HF ਗਾਵਾਂ, ਜਿਹੜੀਆਂ ਮੌਸਮ ਦੇ ਅਨੁਕੂਲ ਨਹੀਂ ਹੈਗੀਆਂ ਸੀਗੀਆਂ। ਇੱਥੇ ਗਰਮੀ ਪੈਂਦੀ ਹੈ, ਇਹਦੇ ਕਰਕੇ ਉਹ 2-4 ਸੂਏ ਸੂ ਕੇ ਫੰਡਰਾਂ ਹੋ ਜਾਂਦੀਆਂ, ਸੜਕਾਂ ਤੇ ਆ ਜਾਂਦੀਆਂ। ਇਹ ਕਾਰਨ ਕੀਤਾ ਕਿਉਂ ਗਿਆ ਕਿ ਇਹਦੇ ਕਰਕੇ ਉਹ ਕੰਪਨੀਆਂ ਦਾ ਸੀਮਨ ਵਿਕਦਾ ਸੀ, ਮਿਨਰਲ ਮਿਕਸਚਰ ਵਿਕਦਾ, ਕੈਲਸ਼ੀਅਮ ਵਿਕਦਾ ਸੀਗਾ, ਬਹੁਤ ਸਾਰੇ ਮੈਡੀਸਨ ਵਿਕਦੇ ਸੀ, ਜਿਹਦੇ ਕਰਕੇ ਇਹ ਦੁੱਧ ਪੀ ਕੇ ਵੀ ਸਾਡੇ ਲੋਕ ਬਿਮਾਰ ਵੀ ਹੋਏ, ਸਿਹਤ ਵੀ ਇਹਨਾਂ ਦੀ ਬਹੁਤ ਜ਼ਿਆਦਾ ਡਾਊਨ ਹੋਈ। ਦੂਜੇ ਪਾਸੇ ਹੁਣ ਦੁਨੀਆ ਤੇ ਇਹ ਖੋਜ ਹੋ ਚੁੱਕੀ ਹੈ ਕਿ ਭਾਰਤੀ ਨਸਲ ਦੀਆਂ ਜਿਹੜੀਆਂ ਦੇਸੀ ਗਾਵਾਂ ਨੇ ਉਹਨਾਂ ਦਾ ਦੁੱਧ A2 ਮਿਲ ਕੇ ਤੇ ਉਹ ਜ਼ਿਆਦਾ ਗੁਣਕਾਰੀ ਹੈ। ਸਾਨੂੰ ਪੰਜਾਬ ਸਰਕਾਰ ਨੇ ਬ੍ਰਾਜ਼ੀਲ ਵੀ ਭੇਜਿਆ ਸੀ 2 ਕਿਸਾਨਾਂ ਨੂੰ, 4 ਅਫਸਰ ਗਏ ਸੀ ਨਾਲ, ਅਸੀਂ ਵੇਖ ਕੇ ਆਏ। ਉੱਥੇ 150 ਸਾਲ ਪਹਿਲਾਂ ਭਾਰਤੀ ਨਸਲ ਦੀਆਂ ਦੇਸੀ ਗਾਵਾਂ ਲੈ ਕੇ ਗਏ ਉਹ ਬ੍ਰਾਜ਼ੀਲ ਵਾਲੇ, ਤੇ ਉਹਨਾਂ ਨੇ ਨਸਲ ਸੁਧਾਰ ਕਰਕੇ ਇੱਕ ਦਿਨ ਦਾ 70 ਲੀਟਰ ਦੁੱਧ ਲੈ ਰਹੇ ਨੇ। ਉਹ ਇੱਥੇ ਸੀਮਨ ਆਏ ਪਏ ਆ। ਸਰਕਾਰ ਨੂੰ ਮੰਤਰੀ ਆਪਣੇ ਕੋਲ ਵੀ ਆ ਚੁੱਕੇ ਆ ਫਾਰਮ ਵੇਖਣ ਵਾਸਤੇ, ਭਾਰਤ ਸਰਕਾਰ ਦੇ ਮੰਤਰੀ ਵੀ ਆਏ, ਪੰਜਾਬ ਸਰਕਾਰ ਦੇ ਵੀ ਆਏ। ਉਹਨਾਂ ਨੂੰ ਵੀ ਇਹ ਵਾਰ-ਵਾਰ ਇਹ ਰਿਕੁਐਸਟ ਕੀਤੀ, ਉਹਨਾਂ ਨੂੰ ਲਿਖਤੀ ਵੀ ਦਿੱਤਾ ਵੀ ਇਹ ਸੀਮਨ ਜੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਜਾਣ ਤੇ ਦੇਸੀ ਨਸਲ ਦੀਆਂ ਗਾਵਾਂ ਚੰਗੀਆਂ ਤਿਆਰ ਕਰਕੇ ਦੇ ਸਕਦੇ ਆ। ਬੇਸਹਾਰਾ ਗਾਵਾਂ ਦੀ ਗਿਣਤੀ ਘਟ ਨਹੀਂ ਸਕਦੀ, ਬਿਲਕੁਲ ਬੰਦ ਹੋ ਸਕਦੀ ਹੈ। ਮੈਨੂੰ ਭਾਰਤ ਸਰਕਾਰ ਵੱਲੋਂ 2017 ਦੇ ਵਿੱਚ ਗੋਪਾਲ ਰਤਨ ਅਵਾਰਡ ਮਿਲਿਆ ਸੀਗਾ। ਉੱਥੇ ਭਾਰਤ ਸਰਕਾਰ ਦੇ ਮੰਤਰੀ ਸੀਗੇ ਰਾਧੇ ਮੋਹਨ, ਉਹਨਾਂ ਦੇ ਸੈਕਟਰੀ ਨੇ ਪੁੱਛਿਆ ਕਿ ਇਹੋ ਜਿਹਾ ਫਾਰਮੂਲਾ ਦੱਸੋ ਜਿਹਦੇ ਨਾਲ ਭਾਰਤ ਦੇ ਵਿੱਚ ਦੇਸੀ ਗਾਵਾਂ ਦੀ ਗਿਣਤੀ ਵਧੇ ਤੇ ਦੁੱਧ ਜ਼ਿਆਦਾ ਦੇਣ ਵਾਲੀਆਂ ਹੋਣ। ਮੈਂ ਖੜਾ ਹੋਇਆ, ਮੈਂ ਦੱਸਿਆ ਕਿ ਸਾਨੂੰ ਪੰਜਾਬ ਸਰਕਾਰ ਨੇ ਬ੍ਰਾਜ਼ੀਲ ਭੇਜਿਆ ਸੀਗਾ, ਉੱਥੋਂ ਸੀਮਨ ਆਏ ਪਏ ਆ। ਪੰਜਾਬ ਦੇ ਕਿਸਾਨਾਂ ਨੂੰ ਜੇ ਉਹ ਸੀਮਨ ਮਿਲ ਜਾਣ ਤੇ HF ਗਾਵਾਂ ਰੱਖਣ ਵਾਲੇ ਸਾਰੇ ਕਿਸਾਨ ਬਰੀਡਰ ਨੇ ਇਹਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਆ ਤੇ ਭਾਰਤ ਨੂੰ ਦੇਸੀ ਨਸਲ ਦੀਆਂ ਗਾਵਾਂ ਤਿਆਰ ਕਰਕੇ ਦੇ ਸਕਦੇ ਆ। ਜੇ ਇਹਨਾਂ ਨੂੰ ਐਂਬਰੀਓ ਮੰਗਾ ਕੇ ਦਿੱਤੇ ਜਾਣ ਜਿਨ੍ਹਾਂ ਦੀ ਕੀਮਤ ਸਿਰਫ 50-60 ਹਜ਼ਾਰ ਰੁਪਈਆ, ਤੇ ਇਹ ਬਹੁਤ ਵਧੀਆ ਬੁੱਲ ਤਿਆਰ ਕਰ ਸਕਦੇ ਆ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਇਹ ਬਸ ਮੇਰੀ ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਉੱਥੇ ਇੱਕ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਜਿਹੜਾ ਹੈਗਾ ਸੀਗਾ ਨੂਰ ਮਹਿਲ ਵਾਲਾ ਸਵਾਮੀ ਚਿਮਨਾਨੰਦ, ਉਹ ਖੜਾ ਹੋਇਆ ਤੇ ਉਹਨੇ ਆਖਿਆ ਵੀ ਨਹੀਂ, ਵੀ ਇਹ ਕੰਮ ਗਲਤ ਹੈ। ਅਸੀਂ ਪਹਿਲਾਂ ਜਿਹੜੀ ਗਲਤੀ ਕੀਤੀ ਹੈ ਵਿਦੇਸ਼ਾਂ ਤੋਂ ਸੀਮਨ ਮੰਗਾਉਣ ਵਾਲੀ, ਉਹ ਹੁਣ ਨਹੀਂ ਕਰਨੀਗੀ। ਸਾਡੇ ਕੋਲ ਆਪਦੇ ਬੁੱਲ ਹੈਗੇ, ਅਸੀਂ ਬੁੱਲ ਤਿਆਰ ਕਰਕੇ ਦਿਆਂਗੇ। ਜਦ ਕਿ ਸਾਨੂੰ ਪਤਾ ਹੈ ਵੀ ਬੁੱਲ ਸਾਡੇ ਕੋਲੇ ਵੀ ਹੈਗੇ ਆ, ਉਹਨਾਂ ਕੋਲੇ ਵੀ ਹੈਗੇ ਆ, ਪਰ ਇਹਨਾਂ ਬੁੱਲਾਂ ਨਾਲ ਓਨੀ ਜ਼ਿਆਦਾ ਵਧੀਆ ਨਸਲ ਤਿਆਰ ਨਹੀਂ ਹੋ ਸਕਦੀ। ਸਾਡੇ ਕੋਲੇ ਬਲੱਡ ਲਾਈਨ ਘੱਟ ਹੈ ਤੇ ਇਹਨਾਂ ਲੋਕਾਂ ਨੇ ਸਿਰਫ ਆਪਦਾ ਬਿਜ਼ਨਸ ਬਣਾਇਆ ਹੈ ਤੇ BJP ਨੇ ਜਾਂ ਭਾਰਤ ਦੀ ਸਰਕਾਰ ਨੇ ਇਹ ਕੁਝ ਲੋਕਾਂ ਨੂੰ ਜਿਹੜਾ ਆਪਦਾ ਕਾਰੋਬਾਰ ਇਹਨਾਂ ਦਾ ਦਿੱਤਾ ਹੋਇਆ। ਇਹ ਸਗੋਂ ਉਲਟਾ ਬ੍ਰਾਜ਼ੀਲ ਵਾਲਾ ਸੀਮਨ ਆਉਣ ਦਾ ਵਿਰੋਧ ਕਰਦੇ ਰਹੇ। ਅਸੀਂ ਕਈ ਇਹਨਾਂ ਦੇ ਜਿਹੜੇ ਗਊ ਭਗਤਾਂ ਨੂੰ ਮਿਲੇ, ਕਈ ਗਊ ਭਗਤ ਸਾਡੇ ਕੋਲ ਆਏ ਵੀ ਹੈਗੇ, ਇਹਨਾਂ ਨੂੰ ਜਾ ਕੇ ਕਿਹਾ ਸੀ ਵੀ ਆਹ ਸੀਮਨ ਮੰਗਾ ਕੇ ਦਿਓ ਜਿਹਦੇ ਚ ਮਤਲਬ ਸਾਰੇ ਲੋਕਾਂ ਦਾ ਭਲਾ ਹੋਊਗਾ। ਹਾਲਾਂਕਿ ਸਾਡਾ ਆਪਦਾ ਨਿੱਜੀ ਤੌਰ ਤੇ ਸਾਡਾ ਨੁਕਸਾਨ ਸੀਗਾ। ਸਾਡੇ ਤੇਜ਼ੀ ਕਰਿਓ ਜਿੰਨੇ ਦੇਸੀ ਗਾਵਾਂ ਰੱਖਣ ਵਾਲੇ ਸੀ ਉਹ ਵੀ ਸਾਡੇ ਉਲਟ ਚੱਲੇ ਕਿ ਤੁਸੀਂ ਕਿਉਂ ਇਹ ਗੱਲ ਕਰਦੇ ਸੀ, ਕਿਉਂਕਿ ਜੇ HF ਗਾਵਾਂ ਵਾਲਿਆਂ ਕੋਲੇ ਆ ਗਈਆਂ ਨਾ, ਦੇਸੀ ਗਾਵਾਂ ਵਧੀਆ ਨਸਲ ਦੀਆਂ ਤਿਆਰ ਹੋ ਗਈਆਂ ਤੇ ਆਪਣਾ ਜਿਹੜਾ ਹੈ ਮਤਲਬ ਆਪਣੀਆਂ ਗਾਵਾਂ ਦੀ ਕੀਮਤ ਘਟ ਜਾਏਗੀ। ਪਰ ਇਹ ਗੱਲ ਨਹੀਂ ਹੈਗੀ ਸੀ, ਘਟਣੀ ਨਹੀਂ ਸੀਗੀ, ਵਧਣੀ ਸੀਗੀ। ਤੇ ਇਹ ਇੱਕ ਹੈਗਾ ਸਿਸਟਮ, ਜੇ ਉਹ ਸੀਮਨ ਆਇਆ ਹੋਇਆ ਕਿਸਾਨਾਂ ਨੂੰ ਦਿੱਤਾ ਜਾਵੇ ਜਾਂ ਮੰਗਵਾ ਕੇ ਦਿੱਤਾ ਜਾਵੇ ਜਾਂ ਐਂਬਰੀਓ ਮੰਗਾ ਕੇ ਦਿੱਤੇ ਜਾਣ, ਤੇ ਇਹ ਇੱਕ ਬੜੀ ਵੱਡੀ ਕ੍ਰਾਂਤੀ ਆ ਸਕਦੀ ਹੈ ਪੰਜਾਬ ਦੇ ਵਿੱਚ, ਕੀ ਭਾਰਤ 'ਚ ਆ ਸਕਦੀ ਹੈ, ਜਿਹਦੇ 'ਚ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ। ਤੇ ਭਾਈ ਸਾਹਿਬ ਜੀ ਇਹਦੇ ਵਿੱਚ ਸਰਕਾਰ ਸੌਰੀ ਗੋ ਅਹੈਡ ਰਮਨਪਾਲ। ਨਹੀਂ, ਮੈਂ ਭਾਜੀ ਇਹਨਾਂ ਦਾ ਨਾਮ ਪੁੱਛ ਰਿਹਾ ਸੀਗਾ। ਵੀਰੇ ਤੁਹਾਡਾ ਨਾਮ ਕੀ ਹੈ ਜਿਹੜੇ ਬੋਲ ਰਹੇ ਸੀ? ਨਾਮ ਬੂਟਾ ਸਿੰਘ। ਬੂਟਾ ਸਿੰਘ ਭਾਜੀ, ਬੂਟਾ ਸਿੰਘ ਭਾਜੀ ਜੀ, ਇਹ ਆਪਾਂ ਤੁਸੀਂ ਸਰਕਾਰ ਦੇ ਉੱਤੇ ਜ਼ਰੂਰ ਡਿਪੈਂਡ ਕਰਨਾ ਹੁੰਦਾ ਹੈ? ਮਤਲਬ ਇਹ ਕੋਈ ਪ੍ਰਾਈਵੇਟਲੀ ਆਪਾਂ ਇਹ ਕੰਮ ਨਹੀਂ ਕਰ ਸਕਦੇ ਜੇ ਇਹਨਾਂ ਕਰਪਸ਼ਨ ਦੇ ਵਿੱਚ ਇਨਵੋਲਵ ਹੋ ਕੇ? ਅਸੀਂ ਕੋਸ਼ਿਸ਼ ਉਹ ਵੀ ਕਰ ਰਹੇ ਹਾਂ ਕਿ ਸਾਨੂੰ ਮੰਗਵਾਉਣ ਦੀ ਮਨਜ਼ੂਰੀ ਦਿੱਤੀ ਜਾਵੇ, ਪਰ ਅਸੀਂ ਉਹ ਸਪੀਡ ਉਨੀ ਨਾਲ ਉਹ ਕੰਮ ਅਜੇ ਕਰ ਨਹੀਂ ਪਾ ਰਿਹਾ। ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ, ਪਰ ਉਹਦੇ ਵਿੱਚ ਕੀ ਹੁੰਦਾ ਹੈ। ਹੈਲੋ ਮੈਂ ਇੰਟਰਵਿਊ ਕਰਦਾ ਆਪਣੇ ਰਮਨਪਾਲ ਜੀ। ਉਹਦੀ ਇੰਟਰਵਿਊ ਹੈਗੀ ਆ ਪੈਸੇ ਦੀ। ਮਨਜ਼ੂਰੀ ਮਿਲਣੀ ਕੋਈ ਵੱਡੀ ਗੱਲ ਨਹੀਂ, OGL ਹੋ ਚੁੱਕਾ ਹੈ ਨਾ, ਉਹਦੇ ਕਰਕੇ ਮਨਜ਼ੂਰੀ ਤਾਂ ਗਵਰਨਮੈਂਟ ਦੇ ਦੂਗੀ। ਮੇਨ ਅਜੇ ਤੱਕ ਇਹਨਾਂ ਕੋਲ ਉਹਨਾਂ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਨਹੀਂ, ਬੜੇ ਡੈਡੀਕੇਟਡ ਬੰਦੇ ਆ, ਠੀਕ ਹੈ ਨਾ। ਇਹ ਆਪਣਾ ਪਾਰਟ ਆਫ ਏਜੰਡਾ ਬਣੇਗਾ ਆਪਣੇ ਜਿਸ ਵੇਲੇ ਵੀ ਆਪਣੀ ਬੋਡੀ ਬਣਦੀ ਨਾ ਕੋਈ, ਇਹਦਾ ਪੱਕੇ ਤੌਰ ਤੇ ਪਾਰਟ ਆਫ ਏਜੰਡਾ ਬਣੇਗਾ।
ਹਾਂਜੀ ਹਾਂਜੀ ਮੈਂ ਇੱਕ ਮਿੰਟ ਦੁਬਾਰਾ ਆਪਣਾ ਕੋਲਡ ਹਾਂਜੀ। ਸਟੋਰੇਜ ਵਾਲੇ ਪਾਸੇ ਇੱਕ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਸੀਗਾ ਹਾਂਜੀ ਕਿ ਇਹਦੀ ਕੰਸਟਰਕਸ਼ਨ ਕਾਸਟ ਪਰ ਸਕੁਅਰ ਫੁੱਟ ਦਾ ਅੰਦਾਜ਼ਾ ਹੈ ਆਪਾਂ ਨੂੰ ਕਿੰਨਾ ਲੱਗਦਾ ਹੈਗਾ ਤੇ ਰਨਿੰਗ ਮੇਨਟੇਨੈਂਸ ਕਾਸਟ ਕਿੰਨੀ ਹੁੰਦੀ ਹੈ ਇਹ ਕੁਝ ਅਗਲੀ ਮੀਟਿੰਗ ਇਹਦੇ ਬਾਰੇ ਕੁਝ ਅੰਕੜੇ ਮਿਲ ਸਕਦੇ ਨੇ ਨੰਬਰਸ ਅਗਲੀ ਮੀਟਿੰਗ ਦੱਸ ਦਿਆਂਗੇ। ਵੈਸੇ ਨਾ ਇਹ ਨੈਟ ਵਿੱਚ ਪਿਆ ਨੈਸ਼ਨਲ ਮਿਸ਼ਨ ਔਨ ਹਾਰਟੀਕਲਚਰ ਨੈਸ਼ਨਲ ਹਾਰਟੀਕਲਚਰ ਮਿਸ਼ਨ NHM ਓਕੇ ਉਹਦੇ ਵਿੱਚ ਹੈਗਾ ਸਾਰੇ ਕੋਰਸ ਕੋਡ। ਰਮਨਪਾਲ ਭਾਜੀ ਤੁਹਾਡੇ ਕੋਲ ਹੈਗਾ ਵਾ URL ਹੈਗਾ ਵਾ NHL what ਕੀ ਕਹਿ ਰਹੇ ਨੈਸ਼ਨਲ ਹਾਰਟੀਕਲਚਰ ਮਿਸ਼ਨ ਇੰਡੀਆ ਇਹ ਨੈਸ਼ਨਲ ਹਾਰਟੀਕਲਚਰ ਮਿਸ਼ਨ ਪਿਆ ਇਹਦੇ ਵਿੱਚ ਨੈਟ ਦੇ ਵਿੱਚ ਪਿਆ ਜੀ ਉਹ ਸਾਰਾ ਕੋਰਸ ਸਟੋਰੇਜ ਹੈ। ਆਪਣੇ ਚੇਤਨ ਸਿੰਘ ਜੀ ਹਾਂਜੀ ਮੈਂ ਤੁਹਾਡੇ ਕੋਲ ਥੋੜੀ ਇਨਫੋਰਮੇਸ਼ਨ ਲੈਣੀ ਸੀ ਵੀ ਤੁਸੀਂ ਆਏ ਸੀ ਫਗਵਾੜੇ ਉਹਦੇ ਬਾਰੇ ਆਪਣੀ ਥੋੜੀ ਡਿਟੇਲ ਸਾਂਝੀ ਕਰੋ ਤੁਹਾਨੂੰ ਕਿਵੇਂ ਲੱਗਾ ਆਪਾਂ ਹੋਰ ਕਿੱਦਾਂ ਇੰਪਰੂਵ ਕਰੀਏ ਪ੍ਰੋਡਕਸ਼ਨ ਸਿਸਟਮ। ਦੇਖੋ ਜੀ ਪ੍ਰੋਡਕਸ਼ਨ ਸਿਸਟਮ ਮਤਲਬ ਤੁਸੀਂ ਤੇ ਡਾਕਟਰ ਸਾਹਿਬ ਨੇ ਜਿਹੜਾ ਟਾਈਮ ਸਪੈਂਡ ਕੀਤਾ ਥੈਂਕ ਯੂ ਸੋ ਮਚ। ਆਈ ਥਿੰਕ ਤੁਸੀਂ ਪ੍ਰੋਡਕਸ਼ਨ ਸਿਸਟਮ ਪੱਖੋਂ ਤਾਂ ਬਹੁਤ ਜ਼ਿਆਦਾ ਕਰ ਚੁੱਕੇ ਹੋ। ਟੂ ਬੀ ਓਨੈਸਟ ਅਸੀਂ ਤਾਂ ਇਸ ਫੀਲਡ ਦੇ ਵੀ ਨਹੀਂ ਅਸੀਂ ਫਾਰਮਰਸ ਵੀ ਨਹੀਂ ਆ ਬਟ ਜਿਸ ਹਿਸਾਬ ਦਾ ਤੁਸੀਂ ਡੈਮੋ ਦਿਖਾਇਆ ਤੇ ਐਕਚੁਅਲ ਉਹ ਚੀਜ਼ਾਂ ਦਿਖਾਈਆਂ ਉਹ ਤਾਂ ਇੱਕ ਆਪਣੇ ਆਪ 'ਚ ਹੀ ਬਹੁਤ ਵੱਡਾ ਐਗਜ਼ਾਮਪਲ ਹੈ ਕਿ ਕਿਵੇਂ ਬੰਦੇ ਬਈ ਬਹੁਤ ਇਨੋਵੇਟਿਵ ਬਣ ਸਕਦੇ ਆ ਗਰੋਥ ਪੈਟਰਨ ਤੋਂ। ਤੇ ਗਰੋਥ ਪੈਟਰਨ ਉਹਦੇ ਉੱਪਰ ਤਾਂ ਮੇਰੀ ਫॉर ਨਾਓ ਕੋਈ ਫੀਡਬੈਕ ਨਹੀਂ ਹੈ। ਮੈਂ ਤਾਂ ਹੁਣ ਉਹੀ ਚੀਜ਼ ਹੀ ਕਿੰਨੇ ਬੰਦਿਆਂ ਨਾਲ ਆਲਰੇਡੀ ਸ਼ੇਅਰ ਵੀ ਕਰ ਚੁੱਕਿਆ ਪਿਛਲੇ 3-4 ਦਿਨਾਂ 'ਚ। ਮੇਰਾ ਮੈਂ ਇੱਕ ਅਗਲਾ ਸਟੈਪ ਸੋਚ ਰਿਹਾ ਸੀ ਤੇ ਦੋ ਐਂਗਲ ਤੋਂ। ਇੱਕ ਤਾਂ ਜਿਹੜੀ ਫਿਪਰੋ ਸੀ ਜਿਹੜੀ ਤੁਸੀਂ ਬਣਾਈ ਸੀ ਉਹ ਫਰੋਮ ਗਰੋਥ ਆਲ ਦਾ ਵੇ ਅਪ ਟੂ ਕੰਜ਼ਿਊਮਰ ਤੱਕ ਪਹੁੰਚਾਣਾ ਉਹਦੇ ਵਿੱਚ ਇੱਕ ਸਟੈਪ ਸਟੋਰੇਜ ਦਾ ਵੀ ਆਇਆ ਹੋਣਾ ਹੈ ਰਾਈਟ। ਜਿਵੇਂ ਮੈਨੀ ਸਿੰਘ ਪੁੱਛ ਰਹੇ ਸੀ ਜਾਂ ਆਈ ਥਿੰਕ ਕਰਨਦੀਪ ਉਹਨਾਂ ਨੇ ਵੀ ਟੱਚ ਅਪਾਉਨ ਕੀਤਾ ਸੀ। ਉਹ ਤੁਸੀਂ ਐਜ਼ ਅ ਫਿਪਰੋ ਆਰਗੇਨਾਈਜੇਸ਼ਨ ਜਾਂ ਜਿਹੜੀ ਵੀ ਤੁਹਾਡੀ ਟੀਮ ਸੀ ਤੁਸੀਂ ਸਟੋਰੇਜ ਬਾਰੇ ਕੁਝ ਸੋਚਿਆ ਸੀ? ਬਿਕਾਜ਼ ਮੈਨੂੰ ਲੱਗਦਾ ਜੇ ਕਿਸੇ ਵੀ ਹੋਰ ਕੋਈ ਆਰਗੇਨਾਈਜੇਸ਼ਨ ਨਾਲ ਕੰਪੀਟ ਕਰਨਾ ਹੈ ਤੇ ਸਟੋਰੇਜ ਉਹਦਾ ਇੱਕ ਹਿੱਸਾ ਬਣਨਾ ਹੀ ਬਣਨਾ ਹੈ। ਤੇ ਅਸੀਂ ਨਾ ਹੁਣ ਫੈਪਰੋ ਵਿੱਚ ਪੈਰੀਸ਼ੇਬਲ ਲਏ ਨਹੀਂ ਸੀ। ਅੱਛਾ ਲਏ ਨਹੀਂ ਸੀ ਪੈਰੀਸ਼ੇਬਲ। ਓਕੇ ਉਹਦੇ ਨਾਲ ਫਿਰ ਕਾਫੀ ਫਿਰ ਓਕੇ ਦੈਨ ਯੂ ਐਲੀਮੀਨੇਟਡ ਅ ਵੈਰੀ ਬਿਗ ਐਸਪੈਕਟ ਆਫ ਦਾ ਜਿੱਥੇ ਕਾਸਟ ਬਹੁਤ ਜ਼ਿਆਦਾ ਲੱਗਣੀ ਸੀ। ਨਹੀਂ ਇਹਨੂੰ ਦੂਸਰੇ ਪਾਸੇ ਲਿਆ ਨਾ ਫੈਪਰੋ ਤੋਂ ਹਾਰਡਲੀ 200 ਮੀਟਰ ਤੇ ਨਵਾਂ ਸਟਰਕਚਰ ਡਿਵੈਲਪ ਕੀਤਾ ਪੰਜਾਬ ਐਗਰੋ ਦਾ ਕਰਾਇਆ ਰਲ ਮਿਲ ਕੇ। ਅੱਛਾ ਜੀ। ਇਸ ਵੇਲੇ ਉਹਦੀ ਕਪੈਸਿਟੀ ਹੈਗੀ ਆ 50 ਟਨ ਦੀ ਕਪੈਸਿਟੀ ਆ ਆਪਣੇ ਸਟੋਰੇਜ ਦੀ ਕੂਲਿੰਗ ਕਰਨ ਦੀ ਸਟੋਰ ਦੀ। ਕਿੱਥੇ? ਲੇਕਿਨ ਉਹ 50 ਟਨ ਦੀ ਜਿਹੜਾ ਕਿੰਨੀ ਉਹਦਾ ਸਕੁਆਇਰ ਫੁਟੇਜ ਕਿੰਨੀ ਪੈ ਸਕਦੀ? ਸਕੁਆਇਰ ਫੁਟੇਜ ਕਿੰਨੀ ਹੈ ਕੋਲਡ ਸਟੋਰੇਜ ਦੀ? ਸਕੁਆਇਰ ਫੁਟੇਜ ਦਾ ਮੈਨੂੰ ਐਗਜ਼ੈਕਟਲੀ ਯਾਦ ਦੋ ਪੋਰਸ਼ਨ ਨੇ ਜੀ ਤੇ ਉਹਦੀ ਡਬਲ ਹੈਗੀ ਆ ਬੈਨੀਫਿਟ ਰਿਹਾ। ਉਹ ਸਰਦੀਆਂ ਨੂੰ ਗਰਮ ਕਰ ਦਿੰਦਾ ਓਵਰ ਦਾ ਸਿਸਟਮ ਲਗਾਇਆ ਤੇ ਗਰਮੀ ਨੂੰ ਠੰਡਾ ਕਰ ਦਿੰਦਾ। ਅੱਛਾ ਉਹ ਵੀ 50 ਟਨ ਦਾ ਤੁਹਾਡਾ ਮਤਲਬ 50 ਟਨ ਦਾ 에ਅਰ ਕੰਡੀਸ਼ਨਿੰਗ ਸਿਸਟਮ ਦੀ ਗੱਲ ਕਰ ਰਹੇ ਹੋ ਤੁਸੀਂ ਰਾਈਟ? ਹਾਂ 에ਅਰ ਕੰਡੀਸ਼ਨ ਸਿਸਟਮ ਦੀ ਉਹ ਡਿਜ਼ਾਇਰ ਟੈਂਪਰੇਚਰ ਲਿਜਾ ਕੇ ਨਾ ਫਿਰ ਰਾਜਸਥਾਨ ਸੀ 에ਅਰਪੋਰਟ ਤੇ ਜਾਂਦੀ ਹੁੰਦੀ ਅਸੀਂ ਫਾਈਨਲ ਵੈਜੀਟੇਬਲ ਨੂੰ ਜਿੰਨਾ ਵੱਡੇ ਟੈਂਪਰੇਚਰ ਸੀਗਾ ਨਾ ਜੀ ਹਾਂਜੀ ਉਹਦੇ ਮੁਤਾਬਕ ਡਾਊਨ ਕਰਕੇ ਤੇ ਫਿਰ ਰਾਜਸਥਾਨ ਸੀ ਵੈਜੀਟੇਬਲ ਜਾਂਦੀ ਸੀ। ਡਾਕਟਰ ਸਾਹਿਬ ਜਿਹੜਾ ਇਹਦਾ ਥੋੜਾ ਜਿਹਾ ਨੰਬਰਸ ਮਿਲ ਜਾਣ ਨਾ ਜਿਵੇਂ ਆਪਾਂ ਦੇਖੋ ਜਿਹੜੇ ਨਹੀਂ ਜਿਹੜੇ ਇਹਦੇ ਕੋਲਡ ਸਟੋਰੇਜ ਦੇ ਜਿਹੜੇ ਕੁਛ ਉਹਨੂੰ ਕੰਸਟਰਕਟ ਕਰਨ ਦੇ ਤੇ ਰਨਿੰਗ ਕਾਸਟ ਇੰਡੀਆ ਦੇ ਵਿੱਚ ਇਸ ਵੇਲੇ ਕਿੰਨੀ ਪੈਂਦੀ ਪੰਜਾਬ ਦੇ ਵਿੱਚ ਤੇ ਉਹਨੂੰ ਇੰਪਰੋਵਾਈਜ਼ ਕਰਨ ਵਾਸਤੇ ਇੱਕ ਤੁਸੀਂ ਗੂਗਲ ਕਰਕੇ ਦੇਖਿਓ ਸਰਦਾਰ ਜਗਦੀਪ ਸਿੰਘ ਓਕੇ ਤੇ ਉਹ ਇੱਥੇ ਬੇ ਏਰੀਆ ਦੇ ਵਿੱਚ ਹੀ ਨੇ ਐਂਡ ਹੀ ਇਜ਼ ਵਰਕਿੰਗ ਔਨ ਸਮਥਿੰਗ ਕਾਲਡ solid state battery technology and his company is actually getting a lot of attention and
his company is worth billions of dollars at this point. It's gone public QuantumScape. also by the way. QuantumScape, ਹਾਂਜੀ QuantumScape. So ਮੈਂ ਇਹ ਕਹਿ ਰਿਹਾ ਸੀਗਾ ਕਿ ਦੇਖੋ ਜਿਹੜਾ ਟੈਕਨੋਲੋਜੀ ਆਪਾਂ ਨੂੰ ਇੰਪਰੂਵ ਕਰਨੀ ਪੈਣੀ ਹੈ, ਜਿਵੇਂ ਰਮਨਪਾਲ ਭਾਜੀ ਨੇ ਪਹਿਲਾਂ ਕਿਹਾ, ਚੇਤਨਦੀਪ ਭਾਜੀ ਨੇ ਪਹਿਲਾਂ ਕਿਹਾ ਨਾ, ਵੀ ਹੈਵ ਟੂ ਬੀ ਵੈਰੀ ਕ੍ਰੀਏਟਿਵ ਕਿ ਜੇ ਅਸੀਂ ਫਾਰਮਿੰਗ ਪੈਟਰਨ ਮੈਥਡੋਲੋਜੀ ਚੇਂਜ ਕਰਨੀ ਚਾਹੁੰਦੇ ਹਾਂ, ਤੁਹਾਡਾ ਸਿਸਟਮ ਬਹੁਤ ਸੋਹਣਾ ਹੈਗਾ, ਇਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈਗਾ, 12,000 ਪਿੰਡ ਵੀ ਅਸੀਂ ਕਵਰ ਕਰ ਲਵਾਂਗੇ ਐਜੂਕੇਟ ਕਰਨ ਵਾਸਤੇ। ਤੇ ਉਹਦੇ ਵਿੱਚ ਐਕਚੁਅਲੀ ਇਦਾਂ ਹੈਗਾ, ਐਲਏ ਦੇ ਵਿੱਚ ਸਾਡੇ ਮੇਰੇ ਇੱਕ ਸੱਜਣ ਮਿੱਤਰ ਹੈਗੇ ਨੇ, ਉਹਨਾਂ ਦਾ ਪੰਜਾਬ ਦੇ ਵਿੱਚ ਸਕੂਲਿੰਗ ਦਾ ਸਿਸਟਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਰਿਟਾਇਰਡ ਵੋਲੰਟੀਅਰਸ ਉਹਨਾਂ ਦੇ ਕੰਮ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ। ਓਕੇ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਉਹ ਕਹਿੰਦੇ ਜੀ ਤੁਸੀਂ ਸਾਨੂੰ ਦੱਸੋ ਸਿਸਟਮ ਚਲਾਉਣਾ ਕੀ ਹੈ ਤੇ ਐਜੂਕੇਟ ਕਿਹਨੂੰ ਕਰਨਾ ਕਿਸਾਨਾਂ ਨੂੰ। ਕਹਿੰਦੇ ਸਾਨੂੰ ਹੁਕਮ ਕਰੋ, ਤੁਸੀਂ ਸਾਨੂੰ ਹੁਕਮ ਕਰੋ, ਅਸੀਂ ਇੱਕ ਪਿੰਡ ਵਾਸਤੇ 10 ਅਸੀਂ ਵੋਲੰਟੀਅਰ ਤੁਹਾਨੂੰ ਪੇਸ਼ ਕਰ ਸਕਦੇ ਹਾਂ। ਬੜੀ ਵਧੀਆ ਗੱਲ ਹੈ ਜੀ, ਬਹੁਤ ਚੰਗਾ। ਠੀਕ ਹੈ ਨਾ ਜੀ। ਦੇਖੋ ਮੇਰੀ ਗੱਲ ਸੁਣੋ, ਮੈਂ ਹੀ ਆਪਣਾ ਫਰਮ ਡੇ 1 ਮੈਂ ਹੀ ਕਹਿ ਰਿਹਾ ਕਿ ਸਾਡੇ ਕੋਲ ਸੱਜਣ ਮਿੱਤਰ ਹੈਗੇ ਨੇ ਜਿਹੜੇ ਪੰਜਾਬ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਇਸ ਵੇਲੇ, ਰਾਈਟ। ਬਟ ਉਹਦੇ ਵਿੱਚ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਨਜ਼ਰ ਆ ਰਹੀ ਹੈ ਕਿ ਇਹ ਜਿਹੜੀ ਕੋਲਡ ਸਟੋਰੇਜ ਇਜ਼ ਅ ਬਿਗੇਸਟ ਪ੍ਰੋਬਲਮ ਐਕਚੁਅਲੀ। cold storage, supply chain and marketing and sales। ਤੇ ਅਸੀਂ ਹੁਣ ਕਿਸਾਨਾਂ ਨੂੰ ਐਜੂਕੇਟ ਵੀ ਕਰ ਲਿਆ, ਕਿਸਾਨਾਂ ਨੂੰ ਇਸ ਰਸਤੇ ਤੇ ਪਾ ਵੀ ਲਿਆ, ਅਸੀਂ ਉਹਨਾਂ ਨੂੰ ਲੈਟਸ ਸੇ ਉਹਨਾਂ ਨੇ ਪ੍ਰੋਡਿਊਸ ਕਰਨਾ ਵੀ ਸ਼ੁਰੂ ਕਰਤਾ, ਪਰ ਇਹ ਨਾ ਹੋਵੇ ਨਾ ਕਿ ਕੱਲ ਨੂੰ ਕਿਸਾਨ ਘੀਆ ਵੀ ਬੀਜਣਾ ਸ਼ੁਰੂ ਕਰ ਦੇਣ, ਕੱਦੂ ਵੀ ਬੀਜਣਾ ਸ਼ੁਰੂ ਕਰ ਦੇਣ, ਕੀ ਨਾ ਉਹਦਾ ਜਿਹੜਾ ਬੈਂਗਣ ਵੀ ਹੈਗੀ ਆ, ਸਾਰੀਆਂ ਸਬਜ਼ੀਆਂ ਬੀਜਣੀਆਂ ਸ਼ੁਰੂ ਕਰ ਦੇਣ, ਪਰ ਉਹ ਮੰਡੀਆਂ ਦੇ ਵਿੱਚ ਜਾ ਕੇ ਰੁਲਣੀਆਂ ਸ਼ੁਰੂ ਹੋ ਜਾਣ। ਉਹ ਨੁਕਸਾਨ ਜੀ ਆਲੂ ਤੇ ਗੰਨੇ ਨਾਲ ਐਵੇਂ ਹੀ ਹਾਲ ਹੋਇਆ। ਉਹੀ ਹੈਗਾ ਨਾ ਭਾਈ ਸਾਹਿਬ ਜੀ, ਕਿਸਾਨ ਬੀਜਣਾ ਹੀ ਛੱਡ ਦਿੰਦੇ ਮੁੜ ਕੇ। ਇਨਫਰਾਸਟ੍ਰਕਚਰ to go back to Ramanpal Paji's point also, we can start small। ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਹੋ ਨਾ ਕਿ 10 ਮਿੰਟ ਲੈ ਲਏ, ਉਹਨਾਂ ਦੀ ਇਨਫਰਾਸਟ੍ਰਕਚਰ ਪਹਿਲਾਂ ਐਸਟੈਬਲਿਸ਼ ਕਰਕੇ, ਉਹਨਾਂ ਦਾ ਕੰਮ ਸਟ੍ਰੀਮਲਾਈਨ ਕਰਕੇ ਸਾਰਾ, ਫਰਮ ਗਰੋਥ ਪ੍ਰੋਡਕਸ਼ਨ ਟੂ ਦ ਮਾਰਕੀਟਿੰਗ ਐਂਡ ਸੇਲਸ ਐਂਡ ਬੈਂਕਿੰਗ ਆਲਸੋ। 10 ਪਿੰਡ ਪਹਿਲਾਂ ਸ਼ੁਰੂ ਕਰ ਲਏ, ਉਹਦਾ ਸਾਰਾ ਇਨਫਰਾਸਟ੍ਰਕਚਰ ਤਿਆਰ ਕਰ ਲਿਆ, ਫਿਰ 10 ਪਿੰਡ ਹੋਰ ਅਡਾਪਟ ਕਰ ਲਏ, ਫਿਰ ਉਹਨੂੰ ਮਾਡਰਨਾਈਜ਼ ਕਰਦਾ, ਫਿਰ ਏਦਾਂ ਫੇਜ਼ਸ ਦੇ ਵਿੱਚ ਆਪਾਂ ਕੰਮ ਕਰ ਸਕੀਦਾ। ਦੇਖੋ ਆਪਣੇ ਕੋਲ ਇਸ ਵੇਲੇ ਖਾਲਸਾ ਏਡ ਵੀ ਕੰਮ ਕਰਨ ਨੂੰ ਤਿਆਰ ਹੈ, ਯੂਨਾਈਟਿਡ ਸਿੱਖਸ ਵਾਲੇ ਵੀ ਕੰਮ ਕਰਨ ਨੂੰ ਤਿਆਰ, ਬਥੇਰੀਆਂ ਆਪਣੇ ਕੋਲ ਇੰਟਰਨੈਸ਼ਨਲ ਏਜੰਸੀਜ਼ ਹੈਗੀਆਂ ਨੇ, ਏਜੰਸੀਜ਼ ਨਹੀਂ ਮੈਂ ਕਹਿਣਾ ਚਾਹਾਂਗਾ, ਇੰਟਰਨੈਸ਼ਨਲ ਵੋਲੰਟੀਅਰ ਗਰੁੱਪਸ ਹੈਗੇ ਨੇ ਜਿਹੜੇ ਕੰਮ ਕਰਨ ਨੂੰ ਤਿਆਰ ਨੇ, ਹਾਂਜੀ। ਪਰ ਉਹਦੇ ਵਿੱਚ ਅਸੀਂ ਇੱਥੇ ਬੈਠੇ ਕੁਛ ਹੱਦ ਤੱਕ ਹੈਲਪ ਕਰ ਸਕਦੇ ਹਾਂ ਨਾ। ਜਿਹੜਾ ਮੇਨ ਕੰਮ ਕਰਨਾ ਹੈਗਾ ਉਹ ਤਾਂ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਤੁਸੀਂ ਹੈਗੇ ਹੋ, ਜਾਂ ਪੰਜਾਬ ਦੇ ਵਿੱਚ ਆਪਣੇ ਵੋਲੰਟੀਅਰ ਕਿਸਾਨ ਫਾਰਮਰਸ ਹੋਣਗੇ। ਬਿਲਕੁਲ ਐਗਜ਼ੈਕਟਲੀ ਟੂ ਯੂਰ ਪੁਆਇੰਟ, ਟੀਮ ਕੰਮ ਕਰੂਗੀ। ਹਾਂਜੀ, ਟੀਮ ਕੰਮ ਕਰੂਗੀ ਨਾ। ਉਹਦੇ ਵਿੱਚ ਰਨ ਬਾਏ ਦ ਫਾਰਮਰਸ, ਫॉर ਦ ਫਾਰਮਰਸ, ਰਨ ਬਾਏ ਦ ਫਾਰਮਰਸ ਐਂਡ ਫॉर ਦ ਬੈਨੀਫਿਟ ਆਫ ਦ ਫਾਰਮਰਸ, ਰਾਈਟ। ਉਹਦੇ ਚ ਫਾਰਮਰਸ ਹੀ ਲਾਭ ਉਠਾਉਣਗੇ ਉਹਦੇ ਚ। ਜਿਵੇਂ ਪਰਮਜੀਤ ਭਾਜੀ ਨੇ ਆਪਣੀ ਸ਼ੁਰੂ ਚ ਪਹਿਲਾਂ 2-3 ਮਹੀਨੇ ਪਹਿਲਾਂ ਗੱਲ ਹੋਈ ਸੀ, ਆਪਣੇ ਸ਼ੁਰੂ ਗੱਲ ਕੀਤੀ ਸੀਗੀ ਕਿ ਫਾਰਮਰਸ ਦਾ ਆਪਣਾ ਉਹਦੇ ਵਿੱਚ ਉਹ ਹਿੱਸਾ ਹੋਊਗਾ ਉਹਨਾਂ ਦਾ, ਜਿੰਨਾ ਉਹ ਪ੍ਰੋਡਿਊਸ ਕਰਨਗੇ ਉਹਨਾਂ ਉਹ ਲਾਭ ਉਠਾਉਣਗੇ। ਐਟ ਦੀ ਐਂਡ ਆਫ ਦ ਡੇ, ਜੇ ਹੁਣ ਤੁਸੀਂ ਕੋਲਡ ਸਟੋਰੇਜ ਦੀ ਗੱਲ ਕਰਨ ਡਏ ਹੋ, ਪੰਜਾਬ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ, ਸੂਰਜ ਬਹੁਤ ਉੱਥੇ ਹੁੰਦਾ ਆਪਣਾ, ਉੱਥੇ ਸੋਲਰ ਸਟੋਰੇਜ, ਸੋਲਰ ਦੇ ਨਾਲ ਤੁਸੀਂ ਉਹਦੀ ਇਲੈਕਟ੍ਰਿਸਿਟੀ ਨਾਲ ਉਹਨੂੰ ਬੈਟਰੀਜ਼ ਚਾਰਜ ਕਰਕੇ ਸਟੋਰ ਕਰਕੇ ਯੂ ਕੈਨ ਰਨ ਇਟ ਇੰਡੀਪੈਂਡੈਂਟਲੀ ਆਲਸੋ। ਜਿੱਥੇ ਗਵਰਨਮੈਂਟ ਆਊਗੀ ਨਾ, ਉੱਥੇ ਅੜਚਣਾਂ ਆਉਣਗੀਆਂ, ਉੱਥੇ ਕਰਪਸ਼ਨ ਆਊਗੀ। ਸਰਕਾਰੀ ਮਹਿਕਮੇ ਉਹ ਆਪ ਹੀ ਫੇਲ ਕਰਕੇ ਪ੍ਰਾਈਵੇਟ ਕਰੀ ਜਾ ਰਹੇ ਨੇ ਇਸ ਵਕਤ ਜੀ। ਹਾਂਜੀ ਗਵਰਨਮੈਂਟ ਤਾਂ ਖੁਦ ਆਪਣੇ ਮਹਿਕਮੇ ਪ੍ਰਾਈਵੇਟ ਕਰ ਰਹੀ ਹੈ ਜਾਣ ਕੇ ਵੀ। ਇਧਰੋਂ ਉਹ ਐਕਚੁਅਲੀ ਕੀ ਆ, ਬੈਂਕਾਂ ਤੋਂ 65,000 ਕਰੋੜ ਦਾ ਲੈ ਲਿਆ ਕੁਛ ਨੇ ਰਲ ਕੇ, ਉਹ ਵੀ ਸਮਝੀ ਲਓ, ਉਹ ਵੀ ਪੈਸੇ ਇਨਵੈਸਟ ਕਰਕੇ ਸਰਕਾਰ ਹਰ ਚੀਜ਼ ਹੋ ਰਹੀ ਹੈ। ਇਹਦਾ ਭਾਜੀ ਫਾਰਮੂਲਾ ਆ ਵੀ ਆਪਾਂ ਨਾ ਇਹ ਕੰਪੋਨੈਂਟ ਕਾਫੀ ਬਣ ਰਹੇ ਨੇ। ਜਿਸ ਤਰ੍ਹਾਂ ਬੂਟਾ ਸਿੰਘ ਉਹਨਾਂ ਨੇ ਕਿਹਾ, ਦੁੱਧ ਦਾ ਕੰਪੋਨੈਂਟ ਹੈ, ਕੋਲਡ ਸਟੋਰੇਜ ਦਾ ਸਿਸਟਮ ਹੈ, ਦੈਟਸ देयर ਇੰਟਰਨੈਸ਼ਨਲ ਟੈਕਨੋਲੋਜੀ
ਅਵੇਲੇਬਲ ਆ। ਸਭ ਤੋਂ ਵੱਡਾ ਸਟਰੋਂਗ ਪੁਆਇੰਟ ਤੁਸੀਂ ਜਿਹੜਾ ਸ਼ੇਅਰ ਕੀਤਾ ਉਹ ਇਹ ਆ ਵੀ ਇੱਕ ਇਹੋ ਜਿਹੇ ਵਲੰਟੀਅਰਸ ਨੇ ਜਿਹੜੇ ਆਪਣੇ ਦੇਸ਼ ਨੂੰ ਪਿਆਰ ਕਰਦੇ ਰਹੇ ਤੇ ਉਹਨਾਂ ਕੋਲ ਅੱਗੇ ਫਰਦਰ ਵਲੰਟੀਅਰਸ ਕੰਮ ਕਰਨ ਨੂੰ ਹੈਗੇ ਆ। ਇਹ ਸਭ ਤੋਂ ਵੱਡੀ ਇਹਨਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਸਟਰੈਂਥ ਆਪਣੇ ਇਹਦੇ ਸਾਰੇ ਵੀ ਹਨ। ਇਹਦੇ ਵਾਸਤੇ ਜਿਹੜੀ ਹੁਣ ਸਾਡੀ ਸਬਮਿਸ਼ਨ ਇਹ ਆ ਕਿ ਤੁਸੀਂ ਆਪਣੇ ਲੈਵਲ ਤੇ ਕੀ ਕਹਿੰਦੇ ਹੁੰਦੇ ਆ ਬ੍ਰੇਨਸਟਾਰਮਿੰਗ ਕਰੋ ਆਪਣੇ ਲੈਵਲ ਉੱਤੇ ਬਾਹਰੋਂ ਬਾਹਰੋਂ NGO ਕਿੱਦਾਂ ਦੀ ਹੈ, ਕੀ ਸਿਸਟਮ ਆ ਤੇ ਉਹਨੂੰ ਕਿਵੇਂ ਰਨ ਕਰਨਾ, ਇਹ ਆਪਣਾ ਇਸ਼ੂ ਹੋਣਾ ਚਾਹੀਦਾ। ਜਿਸ ਵੇਲੇ ਸਾਡਾ ਵਹੀਕਲ ਬਣ ਗਿਆ ਫਿਰ ਸਵਾਰੀਆਂ ਨਾਲ ਲਈ ਚਲਾ ਸਕੋਪ ਇਸ ਦੇ ਜਿਹੜਾ ਸਭ ਤੋਂ ਵੱਡੀ ਗੱਲ ਸੀ ਇਸ਼ੂ ਦੀ ਜਿਹਦੇ ਕਰਕੇ ਫਾਰਮਰ ਜ਼ਿਆਦਾ ਪ੍ਰੋਬਲਮ ਵਿੱਚ ਆ ਰਿਹਾ ਉਹ ਸੀ ਪ੍ਰੋਡਕਸ਼ਨ ਸਿਸਟਮ। ਉਹ ਬਾਈ ਗ੍ਰੇਸ ਆਫ ਬਾਬਾ ਨਾਨਕ ਦਾ ਕੀਤਾ ਇਹ ਦੁਨੀਆ ਨੂੰ ਇੱਕੋ ਇੱਕ ਕਿੱਤਾ ਬਚਾਏਗਾ ਉਹ ਬਾਬਾ ਨਾਨਕ ਦਾ ਕੀਤਾ। ਉਹਨਾਂ ਦਾ ਆਦੇਸ਼ ਉਹਨਾਂ ਦੀ ਪਾਲਣਾ ਯੂਜ਼ ਆਫ ਸਾਇੰਸ ਵਿਦ ਮੈਕਸਿਮਮ ਕੋਆਪਰੇਸ਼ਨ ਆਫ ਮਦਰ ਨੇਚਰ ਤੇ ਉੱਥੇ ਬਹੁਤ ਸੋਹਣੀ ਐਗਜ਼ਾਮਪਲਸ ਐਸਟੈਬਲਿਸ਼ ਕੀਤੀ ਫੈਪਰੋ ਨੇ ਤਾਂ ਮਤਲਬ ਮੈਂ ਸੋਚ ਕੇ ਹੈਰਾਨ ਹੁੰਦਾ ਕਿ ਇੰਨਾ ਸੌਖਾ ਕੰਮ ਹੈ ਐਜੂਕੇਟ ਕਰਨਾ ਸਾਰਿਆਂ ਨੂੰ ਕਰ ਸਕੀਦਾ ਇਹੋ ਜਿਹਾ। ਬਹੁਤ ਚੰਗਾ ਕੀਤਾ ਕੰਮ ਤੁਸੀਂ। ਆਪਾਂ ਅਗਲੇ ਹਫਤੇ ਅਗਲੇ ਸੰਡੇ ਨੂੰ ਤੁਹਾਡੇ ਟਾਈਮ ਤੇ ਆਪਾਂ ਸਟੋਰੇਜ ਬਾਰੇ ਥੋੜਾ ਜਿਹਾ ਟਾਈਮ ਲਾ ਸਕਦੇ ਹਾਂ। ਆਪਾਂ ਸਟੋਰੇਜ ਬਾਰੇ ਤੇ ਮਾਰਕੀਟਿੰਗ ਤੇ ਸੇਲਸ ਦੇ ਪ੍ਰੋਸੈਸ ਬਾਰੇ ਆਪਾਂ ਇਨਵੈਸਟ ਕਰ ਸਕਦੇ ਹਾਂ ਟਾਈਮ। ਆਪਾਂ ਨਾ ਪਹਿਲਾਂ NGO ਤੇ ਟਾਈਮ ਲਾਈਏ ਬਣਾਉਣ ਦਾ, ਬਿਲਕੁਲ ਸਟਰਕਚਰ ਬਣਾਈਏ ਫੇਰ ਚੱਕ ਲਾਂਗੇ। ਇੱਕ ਵਿੱਚੋਂ ਸੀ ਇਤਨ ਜੀ ਦਿਖਾਇਆ ਸਟੋਰੇਜ ਦਾ 15 ਪੁਆਇੰਟ ਨਹੀਂ ਦੱਸਿਆ ਉਹਨਾਂ ਨੇ ਕੀ ਕਹਿੰਦੇ ਸੀ। 2 ਪੁਆਇੰਟ ਸ਼ੇਅਰ ਕਰਨੇ ਆ। ਉਹ ਸਟੋਰੇਜ ਤੋਂ ਬਾਅਦ ਦੂਸਰੇ ਚ ਦੱਸਿਆ ਨੀ ਵੀ ਕੀ ਸੀ ਪ੍ਰੋਬਲਮ। ਸੌਰੀ ਕੀ ਕਹਿੰਦੇ ਸੀ ਸਟੋਰੇਜ ਦੇ ਬਾਰੇ ਪ੍ਰੋਬਲਮ ਕੀ ਕਹਿ ਰਹੇ ਸੀ? ਮੈਂ ਸੁਣਿਆ ਨਹੀਂ। ਮੈਂ ਸੌਰੀ ਚੇਤਨ ਸਿੰਘ ਨੇ ਗੱਲ ਸ਼ੁਰੂ ਕੀਤੀ ਸੀ ਨਾ ਉਹ ਆਂਦੇ 2 ਮੇਰੇ ਹੈਗੇ ਨੇ ਵਿੱਚੋਂ ਜਿਹੜੀਆਂ ਕਿਉਰਿਓਸਿਟੀ ਨੇ, ਇੱਕ ਸਟੋਰੇਜ ਦਾ ਤੇ ਇੱਕ ਹੋਰ ਸੀ ਪੁਆਇੰਟ। ਉਹ ਦੂਸਰਾ ਉਹਨਾਂ ਨੇ ਦੱਸਿਆ ਹੀ ਨਹੀਂ। ਹਾਂ ਦੂਜਾ ਦੱਸਿਆ ਨਹੀਂ। ਹਾਂ ਥੈਂਕਸ ਫॉर ਰਿਮਾਈਂਡਿੰਗ। ਮੇਰੇ ਦਿਮਾਗ ਚੋਂ ਨਿਕਲਿਆ। ਮੈਂ ਨਾ ਮੇਬੀ ਇਟ ਇਜ਼ ਟੂ अर्ਲੀ ਤੇ ਮੇਬੀ ਅਗਲੇ ਹਫਤੇ ਜਾਂ ਆਉਣ ਵਾਲੇ ਟਾਈਮ 'ਚ ਮੈਂ ਡਿਟੇਲ 'ਚ ਡਿਸਕਸ ਕਰ ਲੂੰਗਾ। ਮੈਂ ਨਾ ਇੱਥੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਨਾਲ 13 ਸਾਲ ਪ੍ਰੋਜੈਕਟ ਤੇ ਕੰਮ ਕੀਤਾ। ਮੈਡਮ ਬਾਅਦ ਚ ਰਾਣੀ ਮੇਰਾ ਥੋੜਾ ਕੰਮ ਰਹਿ ਗਿਆ ਤੇ ਨਾ ਪਰ ਮੇਰਾ ਕੰਮ ਬੜਾ IT ਦੇ ਪੱਖੋਂ ਰਿਹਾ। ਉਹਨਾਂ ਦੇ ਕੰਪਿਊਟਰ ਸਿਸਟਮਸ ਜਾਂ ਉਹਨਾਂ ਦੇ ਕੰਪਿਊਟਰ ਪ੍ਰੋਗਰਾਮਸ ਬਣਾਉਣ ਨੂੰ। ਮੇਰਾ ਦੂਜਾ ਜਿਹੜਾ ਪੁਆਇੰਟ ਸੀ ਨਾ, ਇੱਕ ਤਾਂ ਸਟੋਰੇਜ ਪੱਖੋਂ ਹੋ ਗਿਆ, ਦੂਜਾ NGO ਵਗੈਰਾ ਤੁਸੀਂ ਡਿਸਕਸ ਕਰ ਰਹੇ ਹੋ। ਆਈ ਨੋ ਟਾਈਮ ਜ਼ਿਆਦਾ ਹੋ ਗਿਆ, ਇਹ ਮੀਟਿੰਗ ਵੀ ਹੁਣ ਖਤਮ ਹੋਏਗੀ ਥੋੜੀ ਦੇਰ 'ਚ। ਇਹਨੂੰ ਨਾ ਥੋੜਾ ਜਿਹਾ ਆਪਣੀ ਇੰਡੀਪੈਂਡੈਂਟ ਥਿੰਕਿੰਗ ਨਾਲ ਵੀ ਸੋਚਿਓ ਤੇ ਆਪਾਂ ਫਿਰ ਅਗਲੇ ਵੀਕ ਇਹਦੇ ਉੱਤੇ ਡਿਸਕਸ ਕਰ ਸਕਦੇ ਹਾਂ। ਮੈਨੂੰ ਲੱਗਦਾ ਜਿਹੜੀ NGO ਹੈ ਨਾ ਉਹ ਕਾਫੀ ਮਾਮਲਿਆਂ ਦੇ ਅੰਦਰ ਰਿਸਟ੍ਰਿਕਟਿਵ ਹੁੰਦੀ ਹੈ, ਲਾਈਕ ਨਾਟ ਫॉर ਪ੍ਰੋਫਿਟ ਤੇ ਇਹ ਤੇ ਉਹ ਤੇ ਸਾਰਾ। ਤੇ ਮੈਨੂੰ ਲੱਗਦਾ ਜੇ ਜਦੋਂ ਤੁਸੀਂ ਕਿਸੇ ਵੱਡੇ ਕੰਪੀਟੀਟਰ ਦੇ ਨਾਲ ਟੱਕਰ ਦੇ ਅੰਦਰ ਆਉਣਾ ਹੈ ਤਾਂ ਤੁਹਾਨੂੰ ਮੋਸਟ ਲਾਈਕਲੀ ਮੇਬੀ ਇੱਕ ਆਰਗੇਨਾਈਜੇਸ਼ਨ ਦੀ ਲੋੜ ਪੈਣੀ ਹੈ ਰਾਦਰ ਦੈਨ ਇੱਕ ਇੰਡੀਪੈਂਡੈਂਟ ਪਲੇਟਫਾਰਮ ਜਿਹੜਾ ਕਿਸਾਨਾਂ ਲਈ ਜੁੜੇ ਤੇ ਕਿਸਾਨਾਂ ਲਈ ਕੰਮ ਕਰੇ। ਆਈ ਥਿੰਕ ਉਹ ਸ਼ਾਇਦ ਪ੍ਰੈਕਟੀਕਲ ਨਾ ਹੋਏ। ਮੇਬੀ ਮੈਂ ਗਲਤ ਹੋ ਸਕਦਾ, ਤੁਸੀਂ ਮੈਨੂੰ ਸਿਖਾ ਸਕਦੇ। ਅਸੀਂ ਵੀ ਜਿਹੜਾ ਮਿਸ਼ਨ ਗ੍ਰਾਮ ਇੱਕ ਮੈਂ ਆਪਣੀ ਥਾਟ ਕੰਪਲੀਟ ਕਰਨਾ ਕਿਉਂਕਿ ਮੈਨੂੰ ਲੱਗਦਾ ਜਿੱਥੇ ਸਟੋਰੇਜ ਆਉਣਾ ਹੈ ਉੱਥੇ ਇਨਵੈਸਟਮੈਂਟ ਵੀ ਵੱਡੀਆਂ ਹੋਣੀਆਂ। ਜਿਵੇਂ ਕਰਨਦੀਪ ਭਾਜੀ ਨੇ ਦੱਸਿਆ ਜਾਂ ਬੂਟਾ ਸਿੰਘ ਜੀ ਨੇ ਦੱਸਿਆ ਕਿ ਜਦੋਂ ਟਾਕਰਾ ਤਾਂ ਨਹੀਂ ਮੈਂ ਕਹੂੰਗਾ, ਜਦੋਂ ਕੋਆਰਡੀਨੇਸ਼ਨ ਪੈਣੀ ਹੈ ਪੋਲੀਟੀਸ਼ੀਅਨਸ ਦੇ ਨਾਲ ਹੋਰਾਂ ਦੇ ਨਾਲ, ਉੱਥੇ ਨਾ ਇੱਕਦਮ ਅਸੀਂ ਤਾਂ ਜੀ ਪਾਰਦਰਸ਼ੀ ਹਾਂ ਤੇ ਅਸੀਂ ਤਾਂ ਜੀ ਇਹ ਕੁਛ ਨਹੀਂ ਕਰਦੇ ਤੇ ਅਸੀਂ ਤਾਂ ਬਿਲਕੁਲ ਇੰਡੀਪੈਂਡੈਂਟ ਪਲੇਟਫਾਰਮ ਹੈ, ਉਹਦੇ ਨਾਲ ਗੱਲ ਨਹੀਂ ਬਣਦੀ। ਉੱਥੇ ਇਨਵੈਸਟਮੈਂਟ ਵੀ ਲੱਗਦੀ ਹੈ, ਉੱਥੇ ਸੱਦਣਾ ਵੀ ਪੈਂਦਾ ਹੈ, ਉੱਥੇ ਖਾਤਿਰਦਾਰੀ ਵੀ ਕਰਨੀ ਪੈਂਦੀ ਹੈ। ਮਤਲਬ until unless you run it as a commercial some kind of a entity ਤਾਂ ਤੁਸੀਂ ਉਹਨਾਂ ਦੇ ਨਾਲ ਕੰਪੀਟ ਕਰਨ ਲਈ ਸ਼ਾਇਦ ਇੰਨਾ ਮਤਲਬ ਦਾਇਰਾ ਇੱਕ ਹੈ ਐਜੂਕੇਸ਼ਨ ਪਰਸਪੈਕਟਿਵ ਤੋਂ ਦੱਸਣਾ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੇ ਪਿੰਡ ਦੀ
ਉਹ ਕਿਵੇਂ ਤਰੱਕੀ ਕਰ ਸਕਦੇ ਹੋ, ਉਹ ਤਾਂ ਹੈਗਾ education perspective, but to actually run it, to have investment, to generate lot of profit, to bring people on board, ਉਹਦੇ ਵਾਸਤੇ ਸ਼ਾਇਦ organization type ਵੱਖਰੀ ਬਣਾਣੀ ਪਏ। ਮੇਰਾ ਇਹਦੇ ਅੰਦਰ ਕੋਈ ਨਹੀਂ ਹੈ ਵੀ ਉਹ ਮੈਂ ਬਣਾਣੀ ਹੈ, ਮੈਂ ਮਤਲਬ ਮੈਂ profit, ਪਰ ਮੈਨੂੰ ਲੱਗਦਾ ਇਹ ਔਖਿਆਈ ਆ ਸਕਦੀ ਹੈ। ਬਸ that's where I want to finish। ਇਹ ਮੇਰਾ ਦੂਜਾ point। ਆਪਾਂ ਕਹੀਏ ਵੀ small corporate ਹੈ ਨਾ, ਹਾਂਜੀ corporate company ਜਿਹੜੀ ਹੋਵੇ ਹਾਂਜੀ ਕਰ ਸਕਦੀ ਹੈ, ਜਿਹਦਾ profit ਵੀ ਹੋਊਗਾ, ਉਹ NGO ਵਾਂਗੂ ਨਹੀਂ ਹੋਏ। ਹਾਂਜੀ P&L ਆਰਗੇਨਾਈਜੇਸ਼ਨ ਹੋਊਗੀ, ਪ੍ਰੋਫਿਟ ਲਾਸ ਆਰਗੇਨਾਈਜੇਸ਼ਨ, ਕੁਝ ਵੀ ਐਂਟੀਟੀ ਹੋਊਗਾ ਤਾਂ ਮੈਨੂੰ ਉਹ ਨਹੀਂ ਪਤਾ। ਹਾਂਜੀ ਬਟ ਜੇ ਆਪਾਂ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰੋਗੇ? ਆਪਾਂ ਕਹਿ ਰਹੇ ਸੀ ਨਾ ਕਿ ਉਹਨੂੰ ਰਜਿਸਟਰ ਕਰ ਲਾਂਗੇ ਤਾਂ ਕਿ ਕੋਈ ਹੋਰ ਆਈਡੀਆ ਨਾ ਲੈ ਜੇ। ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਜਿੰਨਾ ਮਰਜ਼ੀ ਓਪਨ ਪਲੇਟਫਾਰਮ ਬਣਾ ਲਓ, ਉਹ ਆਈਡੀਆ ਲੋਕਾਂ ਨੇ ਲੈ ਹੀ ਜਾਣਾ ਤੇ ਡਿਫਰੈਂਟ ਐਂਟੀਟੀਜ਼ ਨੇ ਉਹਨਾਂ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰਨਾ, ਵਿਚ ਇਜ਼ ਫਾਈਨ ਕਿਉਂਕਿ ਇਹ ਫੇਅਰ ਵਰਡ ਹੈ। ਲੇਕਿਨ ਕਿਉਂ ਨਾ ਉਸੇ ਮਾਡਲ ਨੂੰ ਇੱਕ ਆਪਣੀ ਆਰਗੇਨਾਈਜੇਸ਼ਨ ਵੀ ਆਪਣੇ ਪ੍ਰੋਫਿਟ ਲਈ ਯੂਜ਼ ਕਰੇ। ਬਸ that's where I mean that's all I had to say। ਚੇਤਨ ਜੀ ਭਾਜੀ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰੋਗੇ? ਚੇਤਨ ਜੀ ਭਾਜੀ। ਹਾਂਜੀ ਮੈਂ ਕੋਈ ਗੱਲ ਬਾਅਦ ਚ ਆਪਣੇ ਉੱਤੇ ਪਾ ਦਿੰਦਾ ਜੀ। ਓਕੇ ਚਲੋ ਮੈਂ ਨਾ ਥੋੜਾ NGO ਦੇ ਉੱਤੇ ਤੁਹਾਨੂੰ ਇਨਪੁਟ ਦੇ ਦਿੰਦਾ ਬਈ NGO ਦੀ ਫੁੱਲ ਫਾਰਮ ਦਾ ਜੋ ਸਾਰਿਆਂ ਨੂੰ ਪਤਾ ਹੈ ਨਾਨ ਗਵਰਨਮੈਂਟ ਹੈ ਨਾ ਆਰਗੇਨਾਈਜੇਸ਼ਨ। ਇਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ NGO ਵੀ ਪ੍ਰੋਫਿਟ ਨਹੀਂ ਕਮਾ ਸਕਦੀ, ਇਹੋ ਜਿਹਾ ਕੁਝ ਨਹੀਂ ਹੋਏਗਾ। NGO ਦਾ ਵੀ PNL ਬਣਦਾ ਆ, ਰੈਵਨਿਊ ਬਣਦਾ ਆ, ਉਹਦਾ ਕਿੱਥੋਂ ਰੈਵਨਿਊ ਆਈ, ਕਿੱਥੋਂ ਗ੍ਰਾਂਟਾਂ ਆਈਆਂ, ਕਿੱਥੋਂ ਡੋਨੇਸ਼ਨ ਆਈ, ਕਿੱਥੇ ਉਹਦੇ ਐਕਸਪੈਂਸਿਸ ਖਰਚ ਹੋ ਰਹੇ ਆ, ਅਲਟੀਮੇਟਲੀ ਆਪਰੇਟਿੰਗ ਰਿਜ਼ਲਟ ਕਿੰਨਾ ਆ ਰਿਹਾ, ਉਹ ਸਾਰਾ ਉਹਦੇ ਵਿੱਚੋਂ ਨਿਕਲਦੇ ਆ। ਅਲਟੀਮੇਟਲੀ ਕਿੰਨਾ ਪੈਸਾ ਬਚਿਆ, ਉਹਦੀ ਬੈਲੈਂਸ ਸ਼ੀਟ ਬਣਦੀ ਆ, ਉਹਦੇ ਕੈਸ਼ ਫਲੋ ਬਣਦੇ ਆ। ਐਵੇਂ ਨਹੀਂ ਆ ਵੀ ਇਕੱਲਾ ਕੰਪਨੀ ਦਾ ਹੀ ਬਣਦਾ ਹੈ ਪ੍ਰੋਫਿਟ ਸਟੇਟਮੈਂਟ ਜਾਂ ਕੈਸ਼ ਫਲੋ ਜਾਂ ਬੈਲੈਂਸ ਸ਼ੀਟ, ਇਹਨਾਂ ਦਾ ਵੀ ਬਣਦਾ ਹੈ। ਇਹਦੇ ਵੀ ਪੂਰੇ ਫਾਈਨੈਂਸਿਸ ਟਰੈਕ ਕਰਦੇ ਆ। ਪਰ ਉਹਦੇ ਵਿੱਚ ਸਰਕਾਰੀ ਕੰਟਰੋਲ ਕਿੰਨਾ ਹੁੰਦਾ ਭਾਈ ਸਾਹਿਬ ਜੀ, ਉਹ ਦੇਖਣਾ ਪੈਣਾ ਨਾ। ਜਿੱਥੇ ਸਰਕਾਰੀ ਕੰਟਰੋਲ ਹੋਵੇ ਉੱਥੇ ਕਨਫਲਿਕਟ ਆਫ ਇੰਟਰਸਟ ਕਿੰਨਾ ਆਉਂਦਾ ਹੈਗਾ, ਉਹ ਚੈਲੰਜਸ ਨੂੰ ਅਵੋਇਡ ਕਿਵੇਂ ਕਰ ਸਕਦੇ? ਕੰਟਰੋਲ ਉਹਦੇ ਵਿੱਚ ਕੁਝ ਨਹੀਂ ਹੋਏਗਾ ਨਾ। NGO ਜੇ ਆਪਾਂ ਬਣਾਈ ਆ ਤਾਂ ਉਹਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਹੋਣਗੇ ਉਹਨਾਂ ਦਾ ਹੀ ਕੰਟਰੋਲ ਹੋਏਗਾ, ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੋਏਗਾ। ਇਹ ਜਸਟ ਉਹਦੇ ਵਿੱਚ ਬਾਹਰ ਨਹੀਂ ਲੈ ਕੇ ਜਾ ਸਕਦੇ ਲਾਈਕ ਪ੍ਰਾਈਵੇਟ। ਦੋ ਪੱਖ ਹੈਗੇ, ਇੱਕ ਹੈਗਾ ਤੁਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਇਨੇਬਲ ਕਰ ਰਹੇ ਹੋ, ਤੇ ਇਸ ਤਰ੍ਹਾਂ ਦੇ ਮਤਲਬ ਭਾਵੇਂ ਅਸੀਂ ਆਪਣੀ ਇੱਕ ਆਰਗੇਨਾਈਜੇਸ਼ਨ ਬਣਾ ਲਈਏ, ਲੇਕਿਨ ਵਾਟ ਇਜ਼ ਦ ਇੰਟੈਂਟ ਕਿ ਤੁਸੀਂ ਹੋਰ ਲੋਕਾਂ ਨੂੰ ਇਨਕਰੇਜ ਕਰੋ ਕਿ ਤੁਸੀਂ ਆਪਣੀ ਆਰਗੇਨਾਈਜੇਸ਼ਨ ਬਣਾ ਕੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਇਹ ਸਪਲਾਈ ਚੇਨ ਦੇ ਵਿੱਚ ਇਹ ਪ੍ਰੋਬਲਮਸ ਹੈਗੀਆਂ, ਤੁਸੀਂ ਇਸ ਤਰ੍ਹਾਂ ਟੈਕਨੋਲੋਜੀ ਯੂਜ਼ ਕਰ ਸਕਦੇ ਹੋ ਜਾਂ ਇਸ ਤਰ੍ਹਾਂ ਤੁਸੀਂ ਉਹਨੂੰ ਸੋਲਵ ਕਰ ਸਕਦੇ ਹੋ ਪ੍ਰੋਬਲਮ ਨੂੰ। ਤੇ ਬੇਸਿਕ ਇੰਟੈਂਟ ਹੈ ਕਿ NGO ਦਾ ਕਿ ਇਟਸ enabling further other people to solve their problems। ਜਿਹੜਾ ਚੇਤਨ ਬਾਜੀ ਗੱਲ ਕਰ ਰਹੇ ਨੇ ਉਹ ਵੀ ਇੱਕ ਪੋਸੀਬਿਲਿਟੀ ਹੈ, ਬਟ ਉਹਦੇ ਵਿੱਚ then we have to be dedicated, ਮਤਲਬ more dedicated as compared to NGO, because ਉਹਦੇ ਵਿੱਚ ਫਿਰ money is involved, ਉਸੇ ਵਿੱਚ you have to have the skin in the game। ਬਿਲਕੁਲ ਮਨੀ ਤਾਂ ਦੇਖੋ NGO ਦੇ ਵਿੱਚ ਵੀ ਲੱਗੇਗੀ ਅਲਟੀਮੇਟਲੀ। ਜੇ ਆਪਾਂ ਹੁਣ ਕੁਝ ਕਰਨਾ ਹੈ ਤਾਂ ਆਪਾਂ ਨੂੰ ਪੈਸੇ ਤਾਂ ਉਹਦੇ ਵਿੱਚ ਵੀ ਚਾਹੀਦੇ ਹੀ ਹੋਣਗੇ, ਰਾਈਟ? ਨਹੀਂ ਮੈਂ ਨਾ ਨਹੀਂ ਤੁਹਾਡੀ ਸਾਰਿਆਂ ਦੀ ਗੱਲ ਠੀਕ ਹੈ, ਰਮਨ ਦਾ ਵੀ ਉਹਨਾਂ ਨੇ ਵੈਲਿਡ ਪੁਆਇੰਟ ਸ਼ੇਅਰ ਕੀਤਾ। ਮੈਂ ਤਾਂ ਨਾ ਬਸ ਇਸ ਟੌਪਿਕ ਨੂੰ ਸਿਰਫ ਸਤਹ ਦੇ ਲੈਵਲ ਦੇ ਉੱਤੇ ਇਸ ਮੀਟਿੰਗ 'ਚ ਸ਼ੇਅਰ ਕੀਤਾ। ਆਪਾਂ ਸੋਚ ਲਓ 6-7 ਅਗਲੇ 5-4 ਦਿਨਾਂ ਦੇ ਅੰਦਰ। ਮੈਨੂੰ ਇਹ ਵੀ ਪਤਾ ਹੈ ਕਿ ਜਿੱਥੇ ਪੈਸਾ ਇਨਵੋਲਵ ਹੋ ਜਾਂਦਾ ਉੱਥੇ ਢਹਿ-ਢੇਰੀ ਵੀ ਹੋ ਜਾਂਦੀ ਹੈ, ਉੱਥੇ ਬਹੁਤ ਕੁਝ ਹੋ ਜਾਂਦਾ, ਆਪਾਂ ਨੂੰ ਪਤਾ ਹੀ ਹੈ। ਬਹੁਤ ਕਿਸਾਨ ਯੂਨੀਅਨ ਮਤਲਬ ਬਹੁਤ ਵਧੀਆ ਕੰਮ ਕਰ ਰਹੀਆਂ, ਬਹੁਤ ਕਿਸਾਨ ਯੂਨੀਅਨ ਕਿਸਾਨਾਂ ਦੇ ਨਾਮ ਦੇ ਉੱਤੇ ਬਣਦੀਆਂ, ਬਟ ਵਿਦਿਨ 3-4 years ਦੇਖੋ ਕਿਵੇਂ ਕਿਹੜੇ ਯੰਤਰ ਤੰਤਰ ਦੇ ਅੰਦਰ ਫਿਰ ਕੁਝ ਕਿਸਾਨ ਯੂਨੀਅਨ ਉਹਨਾਂ ਦੇ ਮੋਹਰੇ ਵੀ ਬਣ ਜਾਂਦੇ ਆ। ਮੈਨੂੰ ਉਹ ਐਸਪੈਕਟ ਵੀ ਪਤਾ ਹੈ ਤੇ ਉਹਦਾ ਰਿਸਕ ਦੇ ਉੱਤੇ ਵੀ ਮੈਨੂੰ ਵਰਿਡ ਹੈ। ਬਟ ਦਿਸ ਇਜ਼ ਜਸਟ ਅ ਥਾਟ ਕਿ ਜੇ ਕਿਸੇ ਨੇ ਐ ਕਰਕੇ NGO ਚਲਾਈ ਹੋਈ ਹੈ ਫॉर ਪ੍ਰੋਫਿਟ ਤੇ ਉਹ ਵਧੀਆ ਕਰ ਰਿਹਾ, ਮੇਬੀ ਦੈਟਸ ਅ ਗੁੱਡ ਮਾਡਲ ਟੂ ਅਡਾਪਟ। ਫਿਰ ਆਪਾਂ ਇੱਧਰ ਨਹੀਂ ਜਾਣਾ ਜਿਹੜਾ ਮੈਂ ਟੱਚ ਅਪਨ ਕੀਤਾ। ਬਟ ਮੈਨੂੰ ਐ ਹਾਈ ਲੈਵਲ ਤੇ ਐ ਲੱਗਿਆ ਕਿ ਜਿਵੇਂ ਚੇਤਨ ਭਾਜੀ ਮੈਂ ਇਹ ਸੋਚ ਰਿਹਾ ਕਿ ਦੋਨੋਂ ਚੀਜ਼ਾਂ ਕੋਐਗਜ਼ਿਸਟ ਕਿਉਂ ਨਹੀਂ ਕਰ ਸਕਦੀਆਂ, ਮਤਲਬ ਕਿ ਨਹੀਂ ਕਰ ਸਕਦੀਆਂ। ਆਈ ਐਮ ਨਾਟ ਟਾਕਿੰਗ ਅਬਾਊਟ ਮਿਊਚੁਅਲੀ ਐਕਸਕਲੂਸਿਵ ਕੰਬੀਨੇਸ਼ਨ। ਦੋਨੋਂ ਚੀਜ਼ਾਂ, ਇੱਕ ਹੈ ਐਜੂਕੇਸ਼ਨ ਪਰਸਪੈਕਟਿਵ
ਮੈਂ ਇੱਥੇ 4-5 ਬੰਦਿਆਂ ਨਾਲ ਹੋਰ ਕੱਲ ਪਰਸੋਂ ਲੁਧਿਆਣੇ ਡਿਸਕਸ ਕੀਤਾ ਪਿਛਲੇ ਜਦੋਂ ਦੇ ਅਸੀਂ ਆਏ ਹਾਂ ਉੱਥੋਂ ਡਾਕਟਰ ਸਾਹਿਬ ਨੂੰ ਮਿਲ ਕੇ ਤੇ ਅਵਤਾਰ ਸਿੰਘ ਉਹਨਾਂ ਨੂੰ ਮਿਲ ਕੇ ਮੈਂ ਇੱਥੇ ਗੱਲਬਾਤ ਕੀਤੀ। ਉਹ ਕੁਝ ਬੰਦੇ ਵਧੀਆ ਸਪੋਰਟ ਕਰਦੇ ਆ, ਕੁਝ ਬੰਦੇ ਕਹਿੰਦੇ ਆ ਵੀ ਤੁਸੀਂ ਪ੍ਰੈਕਟੀਕਲ ਨਹੀਂ ਹੋ। ਜੇ ਤੁਸੀਂ I'm not advocating this, but ਜੇ ਕੱਲ ਨੂੰ ਤੁਸੀਂ ਇੱਥੇ MLA ਨੂੰ 15,000 ਦਿਓ ਤੇ ਉਹ ਕੱਲ ਨੂੰ ਤੁਹਾਡਾ ਕੰਮ ਕਰਾ ਦੇ, NGO cannot, how do they account for it? But private organization, so wherever there is a good balance, that is good. ਇੱਕ ਪੱਖੋਂ education perspective ਰਹੇ, ਅਸੀਂ free training ਦੇ ਸਕਦੇ ਹਾਂ ਜੋ ਕੁਝ ਵੀ, ਇੱਕ ਪਾਸਿਓਂ actual implementation ਰਹੇ। ਮੈਨੂੰ ਇਹ ਲੱਗਦਾ unless and until this organization has skin in the game, ਜਦ ਤੱਕ ਆਪਾਂ ਵਰਿਡ ਨਹੀਂ ਹੋਵਾਂਗੇ ਕਿ ਆਪਣਾ ਲਾਸ ਵੀ ਹੋ ਸਕਦਾ ਹੈ, ਤਦ ਤੱਕ ਤੁਸੀਂ ਉਹਨੂੰ ਉਸ ਲੈਵਲ ਤੇ ਨਹੀਂ ਜਾ ਸਕਦੇ ਜਿੱਥੇ ਤੁਸੀਂ ਹੁਸ਼ਿਆਰਪੁਰ ਜਾਂ ਫਗਵਾੜੇ ਦੇ ਟੌਪ ਕੰਪੀਟੀਟਰ ਦੇ ਨੂੰ ਟੱਕਰ ਦੇ ਸਕੋ। ਉਹਦੇ ਵਾਸਤੇ ਤਾਂ ਵਿੱਚ ਹੀ ਉਤਰਨਾ ਪੈਣਾ, roll up the sleeves and become part of it। ਰਮਨ ਜੀ, ਜਿੱਦਾਂ ਆਪਾਂ ਪਿੰਡਾਂ 'ਚ ਗ੍ਰਾਮ ਸਭਾ ਦੇ ਯੂਨਿਟ ਬਣਾ ਲਏ, WhatsApp ਗਰੁੱਪ ਤੇ ਵਰਕਿੰਗ ਕਰ ਰਹੇ ਨੇ, ਬਟ ਉਹਨੂੰ ਚੱਕਣ ਵਾਲੀ ਟੀਮ ਹੋ ਗਈ ਨਾ, ਹਰ ਲੈਵਲ ਤੇ ਜਾਵਾਂਗੇ ਆਪਾਂ ਨੂੰ ਇੱਕ ਟੀਮ ਦਾਇਰਾ ਤੇ ਸਕੋਪ, ਜਿਵੇਂ ਮੰਨ ਲਓ ਹਰ ਲੈਵਲ ਤੇ ਜਿਵੇਂ ਕਾਰਪੋਰੇਟ ਨਾਲ ਟੱਕਰ ਲੈਣ ਵਾਸਤੇ ਫਿਰ ਇੱਕ ਬਣਾਉਣਾ ਪਏਗਾ ਨਾ ਕੋਈ ਸਿਸਟਮ। ਬਿਲਕੁਲ ਆਪਾਂ ਇਹਨੂੰ ਐਕਟਿਵ ਪੁਆਇੰਟ ਵੀ ਛੱਡ ਸਕਦੇ ਹਾਂ, ਟੂ ਬੀ ਰੀਡਿਸਕਸਡ ਲੇਟਰ ਔਨ। ਮੈਨੂੰ ਨਹੀਂ ਲੱਗਦਾ ਇਹ ਅੱਜ ਹੀ ਡਿਸਕਸ ਹੋਣਾ, ਬਟ ਆਈ ਐਮ ਸ਼ੋਰ ਜਿਵੇਂ ਮੈਨੀ ਬੋਲ ਰਹੇ ਆ ਜਾਂ ਬੂਟਾ ਸਿੰਘ ਜੀ ਬੋਲ ਰਹੇ ਆ ਜਾਂ ਵਸ਼ਿਸ਼ਟ ਸਾਹਿਬ ਇਨਪੁਟ ਦੇਣਗੇ, ਡਾਕਟਰ ਅਵਤਾਰ ਦੇ ਸਾਰੇ ਦੇਣਗੇ, ਤਾਂ ਕੁਛ ਨਾ ਕੁਛ ਇੱਕ ਅੱਛੀ ਚੀਜ਼ ਹੀ ਨਿਕਲ ਆਊਗੀ। ਬਿਲਕੁਲ, ਆਪਾਂ ਇਹਨੂੰ ਬੈਕਲੌਗ 'ਚ ਰੱਖ ਲੈਣੇ ਆ ਤੇ ਪ੍ਰਪੋਜ਼ਿੰਗ ਕਿ ਆਪਾਂ ਵੈਡਨਸਡੇ ਨੂੰ ਆਪਾਂ ਇੱਕ ਕਾਲ ਕਰ ਲੈਣੇ, ਵੈਡਨਸਡੇ ਥਰਸਡੇ, ਇਫ ਐਵਰੀਬਾਡੀ ਇਜ਼ ਓਕੇ, ਮਤਲਬ ਆਪਾਂ ਇੰਟਰਨਲੀ ਮੈਨੀ ਜੀ ਵੈਡਨਸਡੇ ਤੋਂ ਬਾਅਦ ਹੀ ਰੱਖ ਲਓ। ਵੈਡਨਸਡੇ ਨੂੰ ਤਾਂ ਮੈਂ ਲੈਂਡ ਕਰਨਾ, ਜੇ ਸਨੋ ਜਾਂ ਉੱਥੇ ਜ਼ਿਆਦਾ ਨਾ ਪਈ ਨਿਊਯਾਰਕ। We can do Friday, Ramanpal. ਠੀਕ ਹੈ ਜੀ, We can do Friday. मेरा actually project चल रहा है, weekdays are really busy, बहुत ज़्यादा busy है मेरा आजकल। We can do Friday actually. We can do Friday, yeah, if you don't mind. ਵੈਸੇ ਸਰ ਇਹ ਆ ਹਰੇਕ ਗੱਲ ਮਾਈਕਰੋ ਲੈਵਲ ਤੇ ਡਿਸਕਸ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਜਿਸ ਤਰ੍ਹਾਂ ਚੇਤਨ ਜੀ ਉਹਨਾਂ ਨੇ ਕੀਤੀ ਆ। ਲੇਕਿਨ ਇੱਕ ਕਹਾਵਤ ਹੈ, ਰੱਬ ਨੇੜੇ ਸੁਣ, ਜਿਸ ਲਈ ਵੈਨ ਵੀ ਇਨਵੋਲਵ ਆ ਫਾਰਮਰਸ। ਮੈਂ ਦੱਸਦਾ ਨਾ ਸਾਡਾ ਇਹ ਬੜਾ ਪੱਕਾ ਤਜਰਬਾ, ਜਿਹੜਾ ਅਫਸਰ ਕਹੇਗਾ 2 ਜਣੇ ਆਓ, ਇਹਦੇ ਹੁੰਦੇ 2 ਜਣੇ ਆ ਜਾਂਦੇ, ਕੋਈ ਨਹੀਂ ਕਰਦਾ, ਅਸੀਂ ਘੱਟੋ ਘੱਟ 20 ਜਣੇ ਜਾਈਦਾ। ਉਹਨੂੰ 20 ਕੱਪ ਚਾਹ ਨਾਲ 2 ਵਾਰੀ ਚਾਹ ਪੀਣੀ, ਉਹਨੂੰ ਚਾਹ ਦੇ ਨਾਲ ਹੀ ਦੇ ਦੇਈਦਾ। ਹਾਂਜੀ ਸਰ, ਹਾਂਜੀ ਜੀ, ਉਹ ਇੱਕ ਕੱਪ ਚਾਹ ਹੋਰ ਮੰਗਾ ਲਓ। ਇਹ ਜਿੱਡੀ ਤਾਕਤ ਆਪਣੇ ਕੋਲ ਆ, ਮਾਈਕਰੋ ਲੈਵਲ ਸੋਚਣਾ, ਦੇਖੋ ਮਾਈਕਰੋ ਲੈਵਲ ਸੋਚਣਾ ਬੜਾ ਜ਼ਰੂਰੀ ਆ। ਬਾਕੀ ਮਾਈਕਰੋ ਲੈਵਲ ਦੇ ਸੋਚਣਾ ਤੇ ਇੰਪਲੀਮੈਂਟੇਸ਼ਨ ਲੈਵਲ ਦਾ ਲੈ ਕੇ ਆਉਣਾ, ਇਹ ਤੁਹਾਡਾ ਕੰਮ ਫਰੈਂਕਲੀ ਸਪੀਕਿੰਗ। ਸੇਫਗਾਰਡ ਲਾ ਕੇ ਵੀ ਆਪਣੀ ਸਾਰਿਆਂ ਦੀ ਮਿਹਨਤ ਐਵੇਂ ਨਾ ਜਾਵੇ ਕੱਲ ਨੂੰ। ਜੇ ਮੇਰੀ ਗੱਲ ਸੁਣੋ, ਜੇ ਇੱਕ MLA ਸਾਨੂੰ ਚੱਕ ਕੇ ਲੈ ਗਿਆ, ਅਸੀਂ ਵੀ ਕਾਹਦੇ ਹੋਏ, ਫਿਰ ਤਾਂ ਆਪਾਂ ਬਸਦੇ ਹੀ ਨਾ ਹੋਏ। ਇੰਪਲੀਮੈਂਟੇਸ਼ਨ ਵਾਸਤੇ ਵੀ ਨਾ ਡਾਕਟਰ ਸਾਹਿਬ, ਇੰਪਲੀਮੈਂਟੇਸ਼ਨ ਵਾਸਤੇ ਮੈਂ ਕਹਿ ਰਿਹਾ ਸੀ ਕਿ ਜੇ ਆਪਣੇ ਕੋਲ ਨੰਬਰਸ ਹੋਣ ਨਾ, ਕਿ ਨੰਬਰ ਹੈਗੇ ਆ, ਨਹੀਂ ਨੰਬਰਸ ਇਨ ਦਾ ਸੈਂਸ ਕਿ ਕਿੰਨੀ ਇਨਵੈਸਟਮੈਂਟ ਕਿੰਨੀ ਹੈ ਤੇ ਰਨਿੰਗ ਕਾਸਟ ਕਿੰਨੀ ਹੈ, ਮੇਨਟੇਨੈਂਸ ਕਾਸਟ ਕਿੰਨੀ ਲੱਗ ਰਹੀ ਹੈ, ਕੋਈ ਐਵਰੇਜ ਕੁਝ ਹਾਈ ਲੈਵਲ ਅੰਦਾਜ਼ਾ ਹੋਵੇ ਨਾ, ਤਾਂ ਉਹਦੇ ਨਾਲ ਪਲੈਨਿੰਗ ਹੋ ਸਕਦੀ ਹੁੰਦੀ ਹੈ, ਤਾਂ ਜਾ ਕੇ ਪਲੈਨਿੰਗ ਹੋ ਜਾਂਦੀ ਹੁੰਦੀ ਹੈ। ਉਹਦਾ ਜਿਸ ਵੇਲੇ ਸਟਰਕਚਰ ਬਣਾਓਗੇ, ਓਕੇ ਕਰੋਗੇ ਵੀ ਆਪਾਂ ਏਦਾਂ ਚੱਲਣਾ। ਕਿਉਂਕਿ ਮੇਰਾ ਕਹਿਣਾ ਭਾਵ ਸੀਗਾ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜਾ ਤੁਹਾਡਾ 50 ਟਨ ਦਾ ਤੁਹਾਡਾ ਕੋਲਡ ਸਟੋਰੇਜ ਦਾ ਲੱਗਾ ਹੋਇਆ ਪਲਾਂਟ, ਉੱਥੇ ਜੇ 50 ਟਨ ਦਾ ਵੀ ਕੋਈ ਅੰਦਾਜ਼ਾ ਮਿਲ ਜਾਵੇ ਨਾ ਕਿ ਉਹਨੂੰ ਪਲਾਂਟ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਕਿੰਨੀ ਇਨਵੈਸਟਮੈਂਟ ਆਈ ਹੈ, ਉਹ ਕਿੰਨੇ ਸਕੁਆਇਰ ਫੁੱਟ ਏਰੀਆ ਕਵਰ ਕਰ ਰਿਹਾ ਹੈ, ਦੋਸ ਟਾਈਪ ਆਫ ਥਿੰਗਸ, ਇਹ ਮੈਂ ਲੈ ਲੂੰਗਾ। ਹਾਂਜੀ, ਉਹ ਉਹਨਾਂ ਦੇ ਨੰਬਰਸ ਪਤਾ ਲੱਗ ਜਾਣ ਨਾ ਸਾਨੂੰ। ਬਾਕੀ ਹਾਂਜੀ, ਮੈਂ ਇਹ ਕਹਿ ਰਿਹਾ ਸੀ ਵੀ ਜਿਵੇਂ ਆਪਾਂ ਪ੍ਰੋਜੈਕਟ ਬਣਾ ਰਹੇ ਹਾਂ, A ਪਲਾਨ, B ਪਲਾਨ, C ਪਲਾਨ ਰੱਖਣੇ ਪੈਂਦੀਆਂ ਆਪਸ਼ਨਾਂ, ਤਾਂ ਉਹਨੂੰ ਆਪਾਂ ਬੀਟ ਕਰਨ ਵਾਸਤੇ ਪਹਿਲਾਂ ਸੋਚਿਆ ਹੁੰਦਾ ਹੈ। ਮੇਰੀ ਬਾਰ-ਬਾਰ ਇੱਕ ਸਬਮਿਸ਼ਨ ਆ, ਅਸੀਂ ਕੱਲ ਨਾ ਗਏ ਸੀ ਉੱਥੇ ਸੈਮੀਨਾਰ ਸੀ, ਦਵਿੰਦਰ ਸ਼ਰਮਾ ਜੀ ਆਏ ਸੀ, ਆਪਾਂ ਨੂੰ ਵੀ ਉਹਦਾ ਫੋਨ ਆ ਗਿਆ, ਅਸੀਂ ਨਾ ਕਾਰ ਤੇ ਗਏ ਸੀ। ਹੁਣ ਅਸੀਂ ਤਿਆਰ ਹੈਗੇ ਆ ਲੁਧਿਆਣੇ ਤੇ ਮਜ਼ੇਕੇ ਜਾਣ ਵਾਸਤੇ, ਕੱਲ ਨੂੰ ਕਿੱਥੇ ਚੱਲ ਸਕਦਾ। ਮੈਂ ਕਹਿੰਦਾ ਵੀ ਕਾਰ ਤਾਂ ਬਣਾਈਏ, ਫਿਰ ਦੇਖਦੇ ਆ
ਕਿੱਦਾਂ ਜਿਹੜਾ ਸਵਾਰੀਆਂ ਟਿਕਟ ਲੱਗ ਜਾਣੀਆਂ। ਹਾਂਜੀ ਇਸ਼ੂ ਸਟੈਪ ਬਾਈ ਜ਼ਿਆਦਾ ਆ। ਸਟੈਪ। ਹਾਂਜੀ ਲਾਸਟ step by ਵਿੱਚ ਇਹ ਜੀ step ਦੇਖੋ ਪੰਜਾਬ ਇਜ਼ ਫਰੈਕਚਰਡ, ਬਿਲਕੁਲ ਫਰੈਕਚਰਡ ਹੋ ਚੁੱਕਾ। ਬਿਲਕੁਲ ਹੈ। ਇੰਨੀ ਬਾਬੇ ਨੇ ਸਟਰਕ ਦੇਤੀ ਆ ਪ੍ਰੋਡਕਸ਼ਨ ਸਿਸਟਮ ਦੀ, ਇੰਨੀ ਡੈਡੀਕੇਸ਼ਨ ਸਾਨੂੰ NRB ਮਿਲ ਗਏ ਨੇ, NRA ਮਿਲ ਗਏ ਨੇ। ਤੇ ਗੱਲ ਕੁਛ ਨਹੀਂ, ਆਪਾਂ ਠੇਲੇ ਨੂੰ ਠੱਲੀਏ ਇੱਕ ਵਾਰੀ। ਤੁਸੀਂ NGO ਵਗੈਰਾ ਨੂੰ ਸਟਰਕਚਰ ਬਾਰੇ ਤੁਸੀਂ ਬੇਸ ਸੋਚੋ, ਇਹਦੀ ਸਾਡੇ ਕੋਲ ਘਾਟ। ਬਾਕੀ ਫੀਲਡ ਲੈਵਲ ਦੇ ਉੱਤੇ ਦੇਖੋ, ਜਿਸ ਵੇਲੇ ਲੜਾਈ ਹੁੰਦੀ ਆ ਨਾ, ਲਾਸਟ ਵਿੱਚ ਦੋ ਗੱਲਾਂ ਫੈਸਲਾ ਹੁੰਦਾ, ਜਾਂ ਜਿੱਤ ਜਾਂ ਹਾਰ। ਲੌਜਿਸਟਿਕ ਕਿੰਨੀਆਂ ਗੋਲੀਆਂ ਚੱਲੀਆਂ, ਕਿੰਨੇ ਟੈਂਕ ਗਏ, ਇਹ ਬਾਅਦ ਦੀਆਂ ਗੱਲਾਂ ਰਹਿੰਦੀਆਂ, ਹੋਰ ਕਰਦੀ ਆ। ਨਹੀਂ ਰਹੇਗਾ ਵੀ ਆਰ ਦੀ ਫਰੰਟ ਲਾਈਨ, ਜਿੱਥੇ ਜਾਵਾਂਗੇ ਜਿੱਤ ਲੈਣੀ ਆ ਬਾਬੇ ਦੀ ਕਿਰਪਾ ਦੇ ਨਾਲ। ਤੇ ਉਹ ਪ੍ਰੋਡਕਸ਼ਨ ਸਿਸਟਮ ਵਿੱਚ ਦੇਖੋ ਦੱਸਿਆ ਦੋਹਾਂ ਵੀਰਾਂ ਨੇ, ਇਹ ਸਾਰਾ ਚੰਗਾ ਲੱਗਦਾ। ਲਾਸਟ ਦੇ ਬਿਹਾਲ ਸਮਾਂ ਕਾਫੀ ਹੋ ਰਿਹਾ। ਸਬਮਿਸ਼ਨ ਇਹ ਹੈ ਜੀ ਵੀ ਆਪਾਂ ਸਟਰਕਚਰ ਬਾਰੇ ਦੁਆਰਾ ਸੋਚੀਏ। ਜਿਹੜੀ ਇਨਪੁਟ ਚਰਨ ਸਿੰਘ ਨੂੰ ਤੁਸੀਂ ਵੀ ਕਹੀ ਆ, ਉਹ ਅਗਲੇ ਹਫ਼ਤੇ ਆਪਾਂ ਸ਼ੇਅਰ ਕਰਾਂਗੇ। ਸਬਜੈਕਟ ਟੂ ਦੀ ਕੰਡੀਸ਼ਨ ਵੀ ਆਪਾਂ, ਤੁਸੀਂ ਨਾ ਬਿਲਕੁਲ ਫਰੈਂਕ ਹੋ ਜਾਓ, NGO ਕਿੱਦਾਂ ਚਲਾਉਣੀ ਕੀ, ਠੀਕ ਹੈ ਨਾ। ਇਹਦੇ ਬਾਰੇ ਕੋਈ ਗੱਲ ਨਹੀਂ ਬਲ ਹੈ, ਪਰ ਉਹਦਾ ਸਟਰਕਚਰ ਬਾਰੇ ਸਾਨੂੰ ਕੁਝ ਨਹੀਂ ਪਤਾ ਨਾ। ਸਾਨੂੰ ਇਹਨਾਂ ਨੈਟ ਨਹੀਂ ਪੜ੍ਹਨਾ ਆਉਂਦਾ। ਹੁਣ ਇੱਥੋਂ ਕੱਲ ਉੱਧਰੋਂ ਆਏ ਆ, ਹੁਣ ਮੈਂ ਟੋਪ ਟਾਪ ਲਾਇਆ, ਹੁਣ ਬਾਹਰ ਲੁਧਿਆਣਾ ਹੋ ਕੇ ਤੇ ਅਸੀਂ ਟੱਲੇਵਾਲ ਜਾਣਾ, ਡੇਰੇ ਦੇ ਉੱਤੇ ਬਾਬਾ ਜੀ ਸੁਨੇਹਾ ਆਇਆ, ਉੱਥੇ ਪ੍ਰੋਗਰਾਮ ਸ਼ੁਰੂ ਕਰਨਾ। ਸੋ ਚਲੋ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਨੇ, ਆਪਣੇ ਆਪਣੇ ਲਾਇਬਿਲਟੀਜ਼ ਨੇ। ਇਸ ਕਰਕੇ ਬਹੁਤ ਹੀ ਚੰਗਾ ਲੱਗਦਾ ਜਿਸ ਵੇਲੇ ਆਪਾਂ ਜੁੜਦੇ ਹਾਂ। ਤੇ ਬਾਬਾ ਜੀ ਦਾ ਆਸ਼ੀਰਵਾਦ ਨਾਲ ਰੈਸਟ ਅਸ਼ੋਰ, ਬਾਬਾ ਜੀ ਨੇ ਇਸ ਧਰਤੀ ਤੇ ਸਾਰਾ ਕੁਝ ਲੈਣ ਦਾ ਭਵਿੱਖ, ਆਪਣਾ ਭਵਿੱਖ ਲੋਕ ਭਲਾਈ। ਧੰਨਵਾਦ। ਓਕੇ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।